ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 9:15 ਹੋਏ ਨੇ। 16 ਨਵੰਬਰ ਦਾ ਦਿਨ ਹੈ, ਵਰ੍ਹਾ 2021 ਦਾ ਮੰਗਲਵਾਰ ਹੈ। ਸੰਗਰਾਂਦ ਹੈ ਅੱਜ 1 ਮੱਘਰ ਨਾਨਕਸ਼ੇ ਸੰਮਤ 553। ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ। ਦੇਸ਼ ਪੰਜਾਬ ਦੇ ਝਰੋਖੇ ਦੇ ਵਿੱਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ ਤੇ ਉਸ ਤੋਂ ਬਾਅਦ ਵਿਸ਼ੇ ਬਹੁਤ ਨੇ। ਅੱਜ ਜਿਵੇਂ ਸੋਮਵਾਰ ਨੂੰ ਵੀਕਐਂਡ ਤੇ ਹੋਏ ਰੁਝੇਵਿਆਂ ਦੇ ਬਾਰੇ ਅੱਜ ਗੱਲ ਕਰਦੇ ਹਾਂ। ਅੱਜ ਕਈ ਵਿਸ਼ੇ ਨੇ। ਕੁਦਰਤ ਦਾ ਕ੍ਰਿਸ਼ਮਾ ਕਹਿ ਲਓ, ਕਹਿਰ ਕਹਿ ਲਓ, ਪਰ ਉਹਨੂੰ ਬਦਲ ਤਾਂ ਆਪਾਂ ਸਕਦੇ ਨਹੀਂ। ਸੁਨੇਹਾ ਜਿਹੜਾ ਮਿਲਿਆ ਬਾਰ ਐਤਵਾਰ ਦੇ ਵਿੱਚ ਦੀ, ਉਹ ਸੁਨੇਹਾ ਕੀ ਹੈ? ਸਭ ਕੁਝ ਇੱਕ ਝਟਕੇ ਦੇ ਨਾਲ ਹੀ ਸਭ ਕੁਝ ਹਿੱਲ ਗਿਆ। ਤੇ ਉਸ ਤੋਂ ਬਾਅਦ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਸ਼ਹੀਦੀ ਦਿਵਸ ਦੇ ਬਾਰੇ ਗੱਲਬਾਤ ਹੋਏਗੀ। ਸਤਿੰਦਰ ਸਰਤਾਜ ਦੇ ਸ਼ੋਅ ਦੀ ਗੱਲਬਾਤ ਤੇ ਤੁਸੀਂ ਸ਼ਾਮਲ ਹੋਣਾ ਨਾਲ 604 204 0600 ਤੇ 604204 0600 ਤੇ ਸੈੱਲ ਫੋਨ ਮੇਰਾ 604 729 1224 604 729 1224 604 729 1224 ਤੇ ਤੁਸੀਂ ਸੁਨੇਹਾ ਤੇ ਗੱਲਬਾਤ ਇਸ ਨੰਬਰ ਤੇ ਕਰ ਸਕਦੇ ਹੋ। ਵਪਾਰਕ ਵਾਅਦਿਆਂ ਦੇ ਲਈ ਦਫ਼ਤਰ ਦੇ ਵਿੱਚ ਨੰਬਰ 604 277 0600 ਹੈ। 604 277 0600 ਤੇ ਹਰਜੀਤ ਸਿੰਘ ਗਿੱਲ ਸ਼ੋਅ ਦੇ ਵਿੱਚ ਆਪਣਾ ਸੁਨੇਹਾ ਕੋਈ ਦੇਣਾ ਚਾਹੋ ਤਾਂ ਮੈਨੂੰ ਵੀ ਕੰਟੈਕਟ ਕਰ ਸਕਦੇ ਹੋ। 604 729 1224 604 729 1224। ਸਦਾ ਜੀਵਣਾ ਨਹੀਂ ਜਹਾਨ ਅੰਦਰ ਖਿੜੀ ਰਹੇਗੀ ਸਦਾ ਗੁਲਜ਼ਾਰ ਨਹੀਂ। ਸਦਾ ਜੀਵਣਾ ਨਹੀਂ ਜਹਾਨ ਅੰਦਰ ਖਿੜੀ ਰਹੇਗੀ ਸਦਾ ਗੁਲਜ਼ਾਰ ਨਹੀਂ। ਸਦਾ ਕੂੜ ਦੀ ਰਹੇ ਨਾ ਯਾਦ ਸ਼ਾਹੀ ਸਦਾ ਜਾਬਰਾਂ ਹੱਥ ਤਲਵਾਰ ਨਹੀਂ। ਰੰਗ ਬਦਲਦੀ ਰਹੀ ਸਦਾ ਕੁਦਰਤ ਬਣਦਾ ਵਕਤ ਕਿਸੇ ਦਾ ਯਾਰ ਨਹੀਂ। ਹੋਸੀ ਧਰਮ ਦੀ ਜਿੱਤ ਅਖੀਰ ਬੰਦੇ ਬੇੜੀ ਪਾਪ ਦੀ ਲੱਗਣੀ ਪਾਰ ਨਹੀਂ। ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀ ਤਫੰਗ ਦਾ ਬਾਰ। ਸਾਨੂੰ ਖਾਤਰ ਧਰਮ ਦੇ ਗੁਰਾਂ ਨੇ ਪੁੱਤਰ ਬਾਰੇ ਦੇਖੇ ਚਮਕਦੀ ਨੇਕ ਮਸ਼ਾਲ ਸਨ। ਸ਼ਹੀਦ ਕਰਤਾਰ ਸਿੰਘ ਸਰਾਭਾ ਤੇ ਦੋਸਤਾਂ ਨੇ ਲਾਹੌਰ ਦੀ ਜੇਲ੍ਹ ਦੇ ਵਿੱਚ ਇਹ ਕਵਿਤਾ ਲਿਖੀ ਸੀ, ਜਿਸ ਨੂੰ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਸਰਦਾਰ ਅਜਮੇਰ ਸਿੰਘ ਦੀ ਲਿਖੀ ਇੱਕ ਪੁਸਤਕ, ਜਿਸ ਨੇ ਨਵੀਂ ਗੱਲ ਤੋਰੀ ਸੀ ਕਿ ਅਸਲ ਸਰਾਭਾ ਹੈ ਕੀ ਸੀ। ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਉਹਦੇ ਵਿੱਚ ਇਹ ਕਵਿਤਾ ਦੇ ਬੰਦ ਸੀ ਪਰ ਉਡਾ ਦਿੱਤੇ ਸੀ। ਪਰ ਇਹ ਕਵਿਤਾ ਵੀ ਯੋਧਿਆਂ ਦੀ ਲਿਖੀ ਹੋਈ ਸੀ। ਯਾਦ ਕਰਦੇ ਹਾਂ ਸ਼ਹੀਦ ਕਰਤਾਰ ਸਿੰਘ ਸਰਾਭੇ ਨੂੰ। ਧੰਨਵਾਦ ਜੀ ਸਾਰਿਆਂ ਦਾ, ਜਿੱਥੇ ਵੀ ਬੈਠੇ ਹੋ ਪ੍ਰੋਗਰਾਮ ਸੁਣ ਰਹੇ ਹੋ। ਫੇਰ ਹਾਰਦਿਕ ਧੰਨਵਾਦ। ਤੇ ਸ਼ੇਰੇ ਪੰਜਾਬ ਦੇ ਪ੍ਰੋਗਰਾਮ ਸਵੇਰ ਤੋਂ ਡਾਕਟਰ ਸ਼ਿੰਦਰ ਪੁਰੇਵਾਲ ਨਾਲ ਸ਼ੁਰੂ ਹੋ ਕੇ ਮੇਰੇ ਤੋਂ ਬਾਅਦ ਨਿਮੀ ਡੌਲਾ ਜੀ, ਨਿਮੀ ਡੌਲਾ ਤੋਂ ਬਾਅਦ ਨਵਜੋਤ ਆਉਂਦੇ ਨੇ। ਇਸ ਤਰ੍ਹਾਂ ਵਾਰੋ ਵਾਰੀ। ਉਸ ਤੋਂ ਬਾਅਦ ਡਾਕਟਰ ਰਮਾਣਾ ਤੇ ਆਥਣ ਦੇ ਸ਼ੋਅ ਤੁਸੀਂ ਸਾਰੇ ਸੁਣਦੇ ਹੋ। ਤੇ ਸ਼ਾਮਲ ਹੋਣਾ ਸਾਰਿਆਂ ਸ਼ੋਅਜ਼ ਦੇ ਵਿੱਚ। ਗੱਲਬਾਤ ਕਰਿਆ ਕਰੋ। ਕੋਈ ਵਿਸ਼ਾ ਜਿਹੜਾ ਸਾਡੇ ਧਿਆਨ ਗੋਚਰੇ ਲਿਆਉਣਾ ਚਾਹੋ, ਸਾਡੇ ਤੱਕ ਪਹੁੰਚਦਾ ਕਰਿਆ ਕਰੋ। 604 277 0600 ਦਫ਼ਤਰ ਦਾ ਨੰਬਰ ਹੈ। 604 277 0600। ਸਰ ਨਵਕਿਰਨ ਸਿੰਘ ਜੀ ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ। ਸਰ ਸਤਿੰਦਰਪਾਲ ਸਿੰਘ ਬਰਾੜ ਦੇਸ਼ ਪੰਜਾਬ ਦੇ ਝਰੋਖੇ ਚੋਂ ਇਸ ਗੱਲਬਾਤ ਨੂੰ ਤੁਹਾਡੇ ਤੱਕ ਲੈ ਕੇ ਆਉਂਦੇ ਨੇ। ਕੋਈ ਜਾਇਦਾਦ ਖਰੀਦਣੀ ਵੇਚਣੀ 604 906 74 13। ਸਰਦਾਰ ਸਤਿੰਦਰਪਾਲ ਸਿੰਘ ਬਰਾੜ, ਇਨਵੈਸਟਾ ਪ੍ਰਾਈਮ ਰਿਐਲਟੀ ਤੋਂ। ਅੱਛਾ ਨਵਕਿਰਨ ਸਿੰਘ ਜੀ, ਇਹ ਦੱਸਿਓ ਕਿ ਤਿਆਰੀ ਹੋ ਗਈ ਫਿਰ ਲਾਂਘਾ ਖੋਲ੍ਹਣ ਦੀ। ਤੇ ਮੈਨੂੰ ਇਉਂ ਲੱਗਦਾ ਵੀ ਸ਼ਾਇਦ ਜਿਹੜੇ ਖੇਤੀ ਕਾਨੂੰਨਾਂ ਦੀ ਵੀ ਗੱਲ ਗੁਰੂ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਹੋ ਜਾਵੇ। ਸ਼ਾਇਦ ਮੈਨੂੰ ਇਹ ਕਨਸੋ ਮਿਲੀ ਹੈ। ਜੀ ਗਿੱਲ ਸਾਹਿਬ, ਦੇਖੋ ਕਰਤਾਰਪੁਰ ਸਾਹਿਬ ਦਾ ਜਿਹੜਾ ਲਾਂਘਾ ਖੋਲ੍ਹਣ ਦਾ ਮਸਲਾ ਬਹੁਤ ਚਰਚਾ ਦਾ ਵਿਸ਼ਾ ਬਣਿਆ ਸੀਗਾ। ਇਹ 2 ਸਾਲ ਪਹਿਲਾਂ ਵੀ ਚਰਚਾ ਦਾ ਵਿਸ਼ਾ ਬਣਿਆ ਸੀ। ਚਾਹੇ ਨਵਜੋਤ ਸਿੱਧੂ ਦੀ ਜੱਫੀ ਦਾ ਮਸਲਾ ਹੋਵੇ, ਚਾਹੇ ਉਸ ਵਕਤ ਇਹ ਗੱਲਾਂ ਹੋਣ ਕਿ ਇਹ ਲਾਂਘਾ ਆਉਣ ਵਾਲੇ ਸਮੇਂ ਦੇ ਵਿੱਚ 2 ਮੁਲਕਾਂ ਦੇ ਵਿਚਾਲੇ ਦੋਸਤੀ ਨੂੰ ਨਿੱਘਾ ਕਰ ਸਕਦਾ ਹੈ। ਕਿਉਂਕਿ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ
ਇਸ ਲਾਂਘਾ ਖੋਲਣ ਦੀ ਤੁਲਨਾ ਜਿਹੜੀ ਹੈ ਉਹ ਬਰਲਿਨ ਦੀ ਕੰਧ ਨਾਲ ਕੀਤੀ ਸੀ। ਲੇਕਿਨ ਬਰਲਿਨ ਦੀ ਕੰਧ ਤਾਂ ਗਿੱਲ ਸਾਹਿਬ ਇੱਕ ਵਾਰ ਚੱਕ ਦਿੱਤੀ ਗਈ, ਮੁੜ ਕੇ ਨਹੀਂ ਬਣੀ। ਪਰ ਇੱਥੇ 4 ਮਹੀਨੇ ਲਾਂਘਾ ਖੁੱਲ੍ਹਾ ਰੱਖਿਆ ਗਿਆ। ਉਸ ਤੋਂ ਬਾਅਦ ਕਰੋਨਾ ਮਹਾਮਾਰੀ ਦਾ ਚੱਲਦਿਆਂ ਉਹ ਲਾਂਘਾ ਅਜਿਹਾ ਬੰਦ ਕੀਤਾ ਕਿ ਇੰਟਰਨੈਸ਼ਨਲ ਲੈਵਲ ਦੇ ਉਡਾਨਾਂ ਸ਼ੁਰੂ ਹੋ ਗਈਆਂ, ਪਰ 4 ਕਿਲੋਮੀਟਰ ਇੱਥੇ ਜਾਣ ਦੇ ਲਈ ਸਿੱਖਾਂ ਨੂੰ ਜਿਹੜਾ ਉਹ ਇਜਾਜ਼ਤ ਨਹੀਂ ਦਿੱਤੀ ਗਈ ਸੀ। ਸੋ ਹੁਣ ਇਹ ਗੱਲ ਉੱਠੀ ਸੀ ਕਿ ਜਦੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਤਾਂ ਉਹ ਧਰਤੀ, ਜਿਸ ਧਰਤੀ ਦੇ ਉੱਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣਾ ਆਖਰੀ ਸਮਾਂ ਬਿਤਾਇਆ, ਉਸ ਧਰਤੀ ਦੇ ਉੱਤੇ ਮਹਿਜ਼ 4 ਕਿਲੋਮੀਟਰ ਸਿੱਖਾਂ ਨੂੰ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ। ਇਹ ਮਸਲਾ ਜੋ ਚਰਚਾ ਦਾ ਵਿਸ਼ਾ ਬਣਿਆ ਤਾਂ ਜਾ ਕੇ ਕੇਂਦਰ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ ਔਰ ਕੇਂਦਰ ਸਰਕਾਰ ਨੇ ਹੁਣ ਪੂਰੀ ਤਿਆਰੀ ਕਰ ਲਈ ਹੈ ਜੀ। ਭਲਕੇ 17 ਨਵੰਬਰ ਤੋਂ ਇਹ ਲਾਂਘਾ ਖੁੱਲ੍ਹੇਗਾ ਔਰ ਇਹਦੇ ਲਈ ਕੁਝ ਗਾਈਡਲਾਈਨਸ ਨੇ, ਜਿਹਦੇ ਵਿੱਚ ਇੱਕ ਜਿਹੜੀ ਰਿਪੋਰਟ ਹੈ COVID-19 ਸੰਬੰਧੀ ਉਹ ਨੈਗੇਟਿਵ ਹੋਣੀ ਬਹੁਤ ਜ਼ਰੂਰੀ ਆ। ਇਸ ਤੋਂ ਇਲਾਵਾ ਟੈਂਪਰੇਚਰ ਚੈੱਕ ਕੀਤਾ ਜਾਊਗਾ, ਜੇ ਤੁਹਾਨੂੰ ਬੁਖਾਰ ਵਗੈਰਾ ਨਜ਼ਰ ਆਉਂਦਾ ਉਹਨਾਂ ਨੂੰ ਤਾਂ ਰੋਕ ਦੇਣਗੇ ਤਾਂ ਕਿ ਇਹ ਬਿਮਾਰੀ ਜਿਹੜੀ ਆ ਉਹ ਦੁਬਾਰੇ ਨਾ ਫੈਲੇ। ਸੋ ਇਹਦੇ ਲਈ ਕੁਝ ਸਾਵਧਾਨੀਆਂ ਵਰਤੀਆਂ ਜਾਣਗੀਆਂ, ਅਦਰਵਾਈਜ਼ ਸਾਰਾ ਕੁਝ ਠੀਕ ਹੈ। ਲੇਕਿਨ ਗਿੱਲ ਸਾਹਿਬ ਇਹਦੇ 'ਚ ਹੁਣ ਕ੍ਰੈਡਿਟ ਬਾਰ ਚੱਲ ਰਹੀ ਆ। ਇਹਦੇ 'ਚ ਹੁਣ ਚਰਨਜੀਤ ਚੰਨੀ ਹੋਰੀ ਤਾਂ ਕਹਿ ਰਿਹਾ ਕਿ ਅਸੀਂ ਚਿੱਠੀ ਲਿਖੀ ਸੀ ਤਾਂ ਲਾਂਘਾ ਖੁੱਲਿਆ। ਉਹ ਕਹਿੰਦੇ ਕੱਲ ਨੂੰ ਜਦੋਂ ਲਾਂਘਾ ਖੁੱਲਣਾ ਹੈ, ਚਰਨਜੀਤ ਚੰਨੀ ਹੋਰਾਂ ਨੇ ਤਿਆਰੀ ਵਿੱਢ ਲਈ ਹੈ ਜੀ। ਉਹ ਕਹਿੰਦੇ ਮੈਂ ਜਾਊਂ, ਮੇਰੇ ਨਾਲ ਲਗਭਗ 10 ਮੰਤਰੀ ਪੰਜਾਬ ਕੈਬਨਿਟ ਦੇ ਕੱਲ ਨੂੰ ਹੀ ਜਾਣਗੇ ਦਰਸ਼ਨ ਕਰਨ। ਉਧਰ ਨਵਜੋਤ ਸਿੰਘ ਸਿੱਧੂ ਕਹਿੰਦਾ ਮੈਂ ਇੱਕ ਨਿਮਾਣੇ ਸਿੱਖ ਦੇ ਤੌਰ ਦੇ ਉੱਤੇ ਅਰਜੀ ਲਾ ਦਿੱਤੀ ਹੈ, ਜੇ ਮੈਨੂੰ ਇਜਾਜ਼ਤ ਮਿਲਦੀ ਹੈ ਤਾਂ ਮੈਂ ਵੀ ਜਾਊਂਗਾ। ਉਧਰੋਂ ਗਿੱਲ ਸਾਹਿਬ ਭਾਰਤੀ ਜਨਤਾ ਪਾਰਟੀ ਵਾਲੇ ਤਾਂ ਕੱਲ ਹੀ ਮਿਲਣੀਆਂ ਕਰਦੇ ਫਿਰਦੇ ਸੀ। ਸੋ ਮੈਨੂੰ ਤਾਂ ਜਦੋਂ ਹਰਜੀਤ ਗਰੇਵਾਲ, ਅਸ਼ਵਨੀ ਸ਼ਰਮਾ, ਤਰੁਣ ਚੁੱਘ, ਪੰਜਾਬ ਵਾਲਾ ਸਾਰਾ ਭਾਜਪਾ ਦਾ ਲੁੰਗ ਲਾਣਾ, ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ, ਫਿਰ ਅਮਿਤ ਸ਼ਾਹ ਨੂੰ ਮਿਲਿਆ, ਰਾਸ਼ਟਰਪਤੀ ਸਾਹਿਬ ਨੂੰ ਮਿਲਿਆ। ਇਹਨਾਂ ਨੇ ਕਿਹਾ ਅਸੀਂ ਤਾਂ ਮਿਲ ਰਹੇ ਹਾਂ ਕਿ ਅਸੀਂ ਮੰਗ ਕਰ ਰਹੇ ਹਾਂ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਿਆ ਜਾਵੇ। ਗਿੱਲ ਸਾਹਿਬ ਮੈਨੂੰ ਉਦੋਂ ਹੀ ਲੱਗਣ ਲੱਗ ਗਿਆ ਸੀ ਵੀ ਇਹਨਾਂ ਨੂੰ ਤਾਂ ਇਹਨਾਂ ਦੇ ਸੈਂਟਰ ਵਾਲਿਆਂ ਨੇ ਸੱਦਿਆ ਵੀ ਆ ਜਾਓ ਭਾਈ, ਅਸੀਂ ਲਾਂਘਾ ਖੋਲਣ ਲੱਗੇ ਹਾਂ, ਤੁਹਾਨੂੰ ਥੋੜਾ ਜਿਹਾ ਕ੍ਰੈਡਿਟ ਦੇ ਜੀਏ। ਨਹੀਂ, ਇਹਨਾਂ ਦੀ ਕਿੱਥੇ ਜ਼ਰੂਰਤ ਹੈ ਕਿ ਜਾ ਕੇ ਕੇਂਦਰ ਨੂੰ ਕਹਿ ਦੇਣ ਕਿ ਭਾਈ ਲਾਂਘਾ ਖੋਲੋ। ਇਹਨਾਂ ਦੀ ਜ਼ਰੂਰਤ ਜੇ ਹੁੰਦੀ ਤਾਂ ਇਹ ਖੇਤੀ ਕਾਨੂੰਨਾਂ ਦੇ ਮਸਲੇ ਦੇ ਉੱਤੇ ਵੀ ਕਹਿਣ ਦੇ। ਇਹ ਜਿਹੜੇ ਪੰਜਾਬ ਭਾਜਪਾ ਵਾਲੇ ਆ, ਇਹਨਾਂ ਨੂੰ ਤਾਂ ਸੈਂਟਰ ਵਾਲੇ ਸਮਝਦੇ ਹੀ ਕੁਛ ਨਹੀਂ। ਸੋ ਇਹ ਤਾਂ ਉਹਨਾਂ ਨੂੰ ਇਹ ਲੱਗਿਆ ਕਿ ਆਪਾਂ ਇਹਨਾਂ ਨੂੰ ਕ੍ਰੈਡਿਟ ਜਿਹੜਾ ਉਹ ਦੇ ਦਈਏ। ਉਧਰੋਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਕ੍ਰੈਡਿਟ ਲੈਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਉਹ ਕਹਿੰਦੀ ਅਸੀਂ ਚਿੱਠੀ ਲਿਖੀ ਸੀ। ਸੋ ਹਰ ਕੋਈ ਚਾਹੁੰਦਾ। ਖੈਰ ਇਹ ਹਕੀਕਤ ਇਹ ਹੈ ਗਿੱਲ ਸਾਹਿਬ, ਨਵਜੋਤ ਸਿੰਘ ਸਿੱਧੂ ਨੇ ਜਿਸ ਤਰੀਕੇ ਦੇ ਨਾਲ ਅੱਜ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਉਸ ਪਵਿੱਤਰ ਧਰਤੀ, ਜਿਸ ਧਰਤੀ ਦੇ ਉੱਤੇ ਉਹਨਾਂ ਨੇ ਆਪਣਾ ਆਖਰੀ ਸਮਾਂ ਬਤੀਤ ਕੀਤਾ, ਕਿਰਤ ਕੀਤੀ, ਉਸ ਧਰਤੀ ਦੇ ਉੱਤੇ ਨਤਮਸਤਕ ਹੋਣ ਦੀ ਚਾਹਨਾ ਹਰ ਸਿੱਖ ਦੀ ਆ। ਸੋ ਇਹ ਲਾਂਘਾ ਜੀ ਜਿਹੜਾ ਖੋਲ੍ਹਿਆ ਜਾਣਾ ਚਾਹੀਦਾ। ਅਗਲੀ ਗੱਲ ਇਹ ਹੈ ਗਿੱਲ ਸਾਹਿਬ ਕਿ ਇਹ ਮਾਰਗਦਰਸ਼ਨ ਵੀ ਬਣ ਸਕਦਾ ਹੈ। ਜਿਸ ਤਰੀਕੇ ਦੇ ਨਾਲ ਅਫਗਾਨਿਸਤਾਨ ਤੋਂ ਭਾਰਤ ਦੇ ਵਿੱਚ ਬਹੁਤ ਚੀਜ਼ਾਂ ਆ ਜਾ ਰਹੀਆਂ ਇਹਨਾਂ ਦਿਨਾਂ 'ਚ, ਵਾਇਆ ਪਾਕਿਸਤਾਨ ਬਹੁਤ ਵਪਾਰ ਭਾਰਤ ਦਾ ਅੱਜ ਕੱਲ੍ਹ ਚੱਲ ਰਿਹਾ ਗਾ। ਆਉਣ ਵਾਲੇ ਦਿਨਾਂ 'ਚ ਭਾਰਤ ਤੋਂ ਵੱਡੀ ਗਿਣਤੀ ਦੇ ਵਿੱਚ ਕਣਕ ਵੀ ਹੈ ਜਿਹੜੀ ਉਹ ਅਫਗਾਨਿਸਤਾਨ ਜਾਣੀ ਹੈ ਵਾਇਆ ਪਾਕਿਸਤਾਨ। ਪਾਕਿਸਤਾਨ ਨੂੰ ਅਪੀਲ ਕੀਤੀ ਗਈ ਸੀ ਕਿ ਮਨੁੱਖਤਾ ਦੇ ਆਧਾਰ ਦੇ ਉੱਤੇ ਕਣਕ ਜਾਣ ਦੀ ਇਜਾਜ਼ਤ ਹੈ ਜਿਹੜੀ ਉਹ ਦਿੱਤੀ ਜਾਵੇ। ਸੋ ਇਹੀ ਹੈ ਜੀ, ਪ੍ਰਧਾਨ ਮੰਤਰੀ ਜੀ ਨੇ 2 ਸਾਲ ਪਹਿਲਾਂ ਲਗਭਗ ਕਹਿ ਤਾਂ ਦਿੱਤਾ ਸੀ ਕਿ ਬਰਲਿਨ ਦੀ ਕੰਧ ਡਿੱਗੀ। ਔਰ ਅੱਜ ਦੇ ਸਮੇਂ ਦੇ ਵਿੱਚ ਵੀ ਜਿੱਥੇ ਸਿੱਖਾਂ ਦੇ ਬਹੁਤੇ ਧਾਰਮਿਕ ਸਥਾਨ ਨੇ ਜਿਹੜੇ, ਉਹ ਪਾਕਿਸਤਾਨ ਦੇ ਵਿੱਚ ਵੀ ਨੇ ਔਰ ਪਾਕਿਸਤਾਨ ਦੇ ਵਿੱਚ ਵੀ ਸਿੱਖ ਵਸਦੇ ਨੇ, ਉਹਨਾਂ ਨੂੰ ਵੀ ਭਾਰਤ ਦੇ ਧਾਰਮਿਕ ਸਥਾਨਾਂ ਦੇ ਉੱਤੇ ਆਉਣ ਦੀ ਇਜਾਜ਼ਤ ਹੈ ਜਿਹੜੀ ਉਹ ਦਿੱਤੀ ਜਾਣੀ ਚਾਹੀਦੀ ਆ। ਇਹਦੇ ਨਾਲ ਦੀ ਨਾਲ ਵਪਾਰ ਦਾ ਲਾਂਘਾ ਵੀ ਖੁੱਲਣਾ ਚਾਹੀਦਾ, ਕਿਉਂਕਿ ਜੇ ਵਪਾਰ ਖੁੱਲੂ ਗਿੱਲ ਸਾਹਿਬ, ਫੇਰ ਹੀ ਜਿਹੜਾ ਕਿਸਾਨ ਆ ਉਹ ਪੰਜਾਬ ਦਾ, ਇੱਥੋਂ ਦਾ, ਭਾਰਤ ਦਾ ਔਰ ਪਾਕਿਸਤਾਨ ਦਾ, ਫੇਰ ਹੀ ਜਿਉਂਦਾ ਰਹਿ ਸਕਦਾ ਜੀ। ਅੱਛਾ, ਇਹ ਜਿਹੜੀ ਨਵੀਂ ਖਬਰ ਲੁਧਿਆਣੇ ਮਿਲ ਰਹੀ ਹੈ ਕਿ ਵਿਧਾਇਕ ਇਆਲੀ ਦੇ ਘਰ ਤੇ ਆਮਦਨ ਕਰ ਨੇ ਛਾਪਾ ਮਾਰਿਆ ਜੀ, ਕੀ ਚੱਲ ਰਹੀ ਹੈ ਗੱਲਬਾਤ? ਲੇਟੈਸਟ ਕੀ ਹੈ? ਦੇਖੋ ਗਿੱਲ ਸਾਹਿਬ, ਇਹ ਨਾ ਅਸਲ ਦੇ ਵਿੱਚ ਜਿਸ ਤਰੀਕੇ ਦੀ ਗੱਲਬਾਤ ਚੱਲ ਰਹੀ ਆ, ਕੇਂਦਰ ਦੀਆਂ ਜਿਹੜੀਆਂ ਏਜੰਸੀਆਂ ਨੇ ਉਹ ਹੱਥ ਧੋ ਕੇ ਪਈਆਂ ਹੋਈਆਂ ਨੇ। ਉਹਨਾਂ ਕੋਲ ਇੱਕੋ ਹੀ ਗੱਲ ਆ, ਜਾਂ ਤਾਂ ਤੁਸੀਂ ਭਾਜਪਾ ਨਾਲ ਹੋ ਜਾਂ ਤੁਸੀਂ ਭਾਜਪਾ ਦੇ ਵਿਰੋਧੀ ਹੋ ਜੀ। ਇਹ ਕਹਿਣ ਨੂੰ ਇੱਕ ਕਿਹਾ ਜਾਂਦਾ ਹੈ ਕਿ ਬਹੁਤ ਵੱਡਾ ਲੋਕਤੰਤਰ ਹੈ, ਇਹ ਕਹਿਣ ਨੂੰ ਕਿਹਾ ਜਾਂਦਾ ਹੈ ਕਿ ਇੱਥੇ ਵਿਰੋਧੀ ਵਿਚਾਰਾਂ ਦੀ ਕਦਰ ਹੁੰਦੀ ਆ, ਲੇਕਿਨ ਹਕੀਕਤ ਦੇ ਵਿੱਚ ਅਜਿਹਾ ਕੁਛ ਨਹੀਂ ਹੁੰਦਾ।
ਸੋ ਭਾਰਤੀ ਜਨਤਾ ਪਾਰਟੀ ਦੀ ਜਦੋਂ ਦੀ ਸਰਕਾਰ ਆਈ ਆ ਉਸ ਵਕਤ ਦਾ ਜਿਹੜੀਆਂ ਖੇਤਰੀ ਪਾਰਟੀਆਂ ਦੇ ਨਾਲ ਤੁਰ ਪਈਆਂ, ਨਿਤਿਸ਼ ਕੁਮਾਰ ਵਰਗਿਆਂ ਦੀ ਬਾਂਹ ਫੜ ਕੇ ਨਾਲ ਤੋਰ ਲਿਆ। ਜਿਹੜੇ ਲਾਲੂ ਪ੍ਰਸਾਦ ਯਾਦਵ ਵਰਗਿਆਂ ਨੇ ਕਹਿਤਾ ਅਸੀਂ ਨਹੀਂ ਤੁਰਦੇ, ਉਹਨਾਂ ਨੂੰ ਜੇਲ੍ਹਾਂ ਚੋਂ ਨਹੀਂ ਕੱਢਿਆ ਲੰਬਾ ਸਮਾਂ। ਤੇ ਮਮਤਾ ਬੈਨਰਜੀ ਨਾਲ ਜਿਸ ਤਰੀਕੇ ਦਾ ਇਹਨਾਂ ਦਾ ਵਿਵਹਾਰ ਹੋ ਰਿਹਾ ਉਹ ਸਭ ਦੇ ਸਾਹਮਣੇ ਆ। ਪੰਜਾਬ ਦੇ ਵਿੱਚ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਸੀ ਜਦੋਂ ਸੁਖਪਾਲ ਖਹਿਰਾ ਤੇ ਛਾਪੇਮਾਰੀ ਸ਼ੁਰੂ ਕਰੀ ਹੈ ਨਾ ਈਡੀ ਨੇ, ਜੇ ਪੰਜਾਬ ਦੀਆਂ ਬਾਕੀ ਪਾਰਟੀਆਂ ਇਕੱਠੀਆਂ ਹੋ ਕੇ ਸੈਂਟਰ ਦੇ ਖਿਲਾਫ ਸੰਘਰਸ਼ ਕਰਦੀਆਂ ਤਾਂ ਅੱਜ ਸੁਖਪਾਲ ਖਹਿਰਾ ਹੋਰਾਂ ਨੂੰ ਤਾਂ ਚਲੋ ਉੱਥੇ ਭੁੱਖ ਹੜਤਾਲ ਦੇ ਉੱਤੇ ਵੀ ਬੈਠਣਾ ਪਿਆ। ਈਡੀ ਜਿਸ ਤਰੀਕੇ ਦਾ ਇਹਨਾਂ ਨਾਲ ਵਿਵਹਾਰ ਕਰ ਰਹੀ ਹੈ ਉਹ ਸਾਰੇ ਵਿਧਾਇਕਾਂ ਨਾਲ ਹੋਣਾ ਆਉਣ ਵਾਲੇ ਸਮੇਂ ਦੇ ਵਿੱਚ। ਇਹ ਕੈਪਟਨ ਅਮਰਿੰਦਰ ਸਿੰਘ ਤਾਂ ਤੁਰ ਪਿਆ ਭਾਜਪਾ ਦੇ ਰਾਹੇ, ਇਹ ਢੀਂਡਸਾ ਪਰਿਵਾਰ ਬ੍ਰਹਮਪੁਰਾ ਹੋਰੀ ਤਾਂ ਭਾਰਤੀ ਜਨਤਾ ਪਾਰਟੀ ਮੂਹਰੇ ਕੁਛ ਕੇ ਨਹੀਂ। ਲੇਕਿਨ ਜਿਹੜੇ ਬੋਲਣਗੇ, ਜਿਹੜੇ ਖੜਨਗੇ, ਉਹਨਾਂ ਨਾਲ ਇਸ ਤਰੀਕੇ ਦਾ ਵਿਵਹਾਰ ਆ ਜਿਹੜਾ ਉਹ ਹੋਊਗਾ। ਮੈਂ ਕੋਈ ਇਹ ਨਹੀਂ ਕਹਿੰਦਾ ਗਿੱਲ ਸਾਹਿਬ ਕਿ ਸੁਖਪਾਲ ਸਿੰਘ ਖਹਿਰਾ ਚ ਨੁਕਸ ਨਹੀਂ ਹੋਣਾ, ਜਾਂ ਮਨਪ੍ਰੀਤ ਯਾਲੀ ਇੱਕ ਬਹੁਤ ਵੱਡਾ ਕਾਰੋਬਾਰੀ ਹੈ, ਬਹੁਤ ਪਲਾਟ ਵੇਚਦਾ ਹੈ, ਬਹੁਤ ਲੁਧਿਆਣੇ ਏਰੀਏ ਦੇ ਵਿੱਚ ਮੰਨਿਆ ਜਾਂਦਾ ਹੈਗਾ ਕਿ ਪ੍ਰਾਪਰਟੀ ਡੀਲਰਾਂ ਦੇ ਗਰੁੱਪ ਨੇ ਜਿਹੜੇ ਗੈਂਗਾਂ ਵਾਂਗੂ ਚੱਲਦੇ ਨੇ ਔਰ ਇੱਕ ਦੂਜੇ ਦੇ ਉੱਤੋਂ ਦੀ ਜਾ ਕੇ ਪ੍ਰਾਪਰਟੀਆਂ ਖਰੀਦਦੇ ਨੇ, ਕੋਈ ਰੌਲੇ ਕਚੌਲੇ ਵਾਲੀ ਵੀ ਨਹੀਂ ਛੱਡਦੇ ਔਰ ਉਹਦੇ ਚੋਂ ਪੈਸਾ ਵੀ ਜਿਹੜਾ ਮੋਟਾ ਕਮਾਉਂਦੇ ਨੇ। ਮਨਪ੍ਰੀਤ ਯਾਲੀ ਨੇ ਪਿਛਲੀ ਜਦੋਂ ਮੁੱਲਾਪੁਰ ਦਾਖਾਂ ਦੀ ਇਲੈਕਸ਼ਨ ਹੋਈ ਸੀ, ਇੱਕ ਪਾਸੇ ਕੈਪਟਨ ਅਮਰਿੰਦਰ ਦੀ ਸੱਜੀ ਬਾਂਹ ਕਿਹਾ ਜਾਂਦਾ ਕੈਪਟਨ ਸੰਦੀਪ ਸੰਧੂ ਸੀ, ਦੂਜੇ ਪਾਸੇ ਮਨਪ੍ਰੀਤ ਯਾਲੀ ਸੀ। ਜਿਸ ਤਰੀਕੇ ਨਾਲ ਗਿੱਲ ਸਾਹਿਬ ਪੈਸਾ ਉੱਥੇ ਲਾਇਆ ਗਿਆ ਉਹਦੇ ਚੋਂ ਜ਼ਾਹਰਾ ਤੌਰ ਦੇ ਉੱਤੇ ਆ ਕਿ ਉਹ ਪੈਸਾ ਕੋਈ ਇਹ ਨਹੀਂ ਹੈਗਾ ਕਿ ਬਹੁਤ ਮਿਹਨਤ ਨਾਲ ਕਮਾਇਆ ਹੋਵੇਗਾ। ਤਾਂ ਲੇਕਿਨ ਜੇ ਇਹੀ ਅਕਾਲੀ ਦਲ ਅੱਜ ਭਾਜਪਾ ਨਾ ਹੁੰਦਾ ਤਾਂ ਸ਼ਾਇਦ ਇਹ ਛਾਪੇਮਾਰੀ ਨਾ ਹੁੰਦੀ। ਖੈਰ ਫਿਰ ਵੀ ਲੁਧਿਆਣਾ ਦੇ ਦਾਖਾ ਹਲਕੇ ਤੋਂ ਇਹ ਜਿਹੜੇ MLA ਮਨਪ੍ਰੀਤ ਯਾਲੀ, ਇਹਦੇ ਅੱਜ ਤੜਕੇ ਇਸ ਵਕਤ ਹੀ ਜਿਹੜਾ ਉਹ ਮੰਡੀ ਮੁੱਲਾਪੁਰ ਦਫ਼ਤਰ, ਗੋਲਫ ਲਿੰਕ ਤੇ ਲੁਧਿਆਣਾ ਦੇ ਵਿੱਚ ਜਿਹੜੇ ਇਹਦੇ ਦਫ਼ਤਰ ਨੇ ਸਾਰਿਆਂ ਤੇ ਇੱਕੋ ਟਾਈਮ ਛਾਪੇਮਾਰੀ ਹੋਈ। 70 ਦੇ ਲਗਭਗ ਜਿਹੜੇ ਆਫਿਸਰ ਉਹ ਪਹੁੰਚੇ ਔਰ ਸਵੇਰ ਤੋਂ ਇਹ ਛਾਪੇਮਾਰੀ ਹੈ ਜਿਹੜੀ ਸ਼ੁਰੂ ਹੋਈ ਆ। ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਜਿਹੜੇ ਉੱਥੋਂ ਦੇ ਵੱਡੇ ਪ੍ਰਾਪਰਟੀ ਡੀਲਰ ਨੇ ਲੁਧਿਆਣੇ ਦੇ, ਜਿਹੜੇ ਵੱਡੇ ਕਾਰੋਬਾਰੀ ਨੇ, ਉਹਨਾਂ ਤੇ ਵੀ ਛਾਪੇਮਾਰੀ ਹੈ ਜਿਹੜੀ ਉਹ ਹੋਈ ਹੈਗੀ। ਇਹ ਅੱਜ ਦੱਸਿਆ ਜਾ ਰਿਹਾ ਹੈਗਾ। ਉਹਨਾਂ ਚੋਂ ਕੁਛ ਚੁੱਪ ਚਪੀਤੇ ਗਿੱਲ ਸਾਹਿਬ ਇਹ ਸਾਰੇ ਕਾਸੇ ਦੇ ਮਸਲੇ ਦੇ ਵਿੱਚ ਭਾਜਪਾ ਵਾਲੇ ਆਗੂਆਂ ਕਣੀ ਨੂੰ ਤੁਰ ਪਏ ਤੇ ਕੁਝ ਜਾਣੇ ਨੇ ਜਿਹੜੇ ਉਹ ਵਿਰੋਧ ਵੀ ਉਹਨਾਂ ਨੇ ਜਤਾਇਆ। ਜੀ ਸਟਾਰ ਨਵਕਿਨ ਸਿੰਘ ਪੱਤੀ ਗੱਲਬਾਤ ਕਰ ਰਹੇ ਨੇ ਪੰਜਾਬ ਤੋਂ, ਤੇ ਤੁਸੀਂ ਖਬਰਾਂ ਸਥਾਨਕ ਸੁਣ ਕੇ ਹਟੇ ਹੋ ਰੋਮਨ ਦੀ ਜ਼ੁਬਾਨੀ। ਤੇ ਹੁਣ ਦੁਬਾਰਾ ਫੇਰ ਗੱਲਬਾਤ ਕਰਦੇ ਹਾਂ। ਅੱਛਾ ਜੀ, BSF ਦਾ ਜਿਹੜਾ ਘੇਰਾ ਪੰਜਾਬ 'ਚ ਵਧਿਆ, ਇਸ ਤਰ੍ਹਾਂ ਹੀ ਪੱਛਮੀ ਬੰਗਾਲ ਦੇ ਵਿੱਚ ਵੀ ਇਹ ਗੱਲ ਹੋਈ ਹੈ ਜੀ? ਜੀ ਗਿੱਲ ਸਾਹਿਬ, ਇਹੀ ਕੁਝ ਪੱਛਮੀ ਬੰਗਾਲ ਦੇ ਵਿੱਚ ਹੋਇਆ। ਅਸਲ ਦੇ ਵਿੱਚ ਨਾ ਪੰਜਾਬ ਤੇ ਪੱਛਮੀ ਬੰਗਾਲ ਦਾ ਬਹੁਤ ਕੁਛ ਆਪਸ ਦੇ ਵਿੱਚ ਜਿਹੜਾ ਉਹ ਰਲਦਾ ਮਿਲਦਾ ਹੈਗਾ। ਜਿਵੇਂ ਕਹਿੰਦੇ ਹੁੰਦੇ ਕੁੰਡਲੀ ਸੇਮ ਆ ਗਈ ਪੰਜਾਬ ਤੇ ਪੱਛਮੀ ਬੰਗਾਲ ਦੀ, ਕਿਉਂਕਿ 1947 ਦੇ ਵਿੱਚ ਵੀ ਜਿਹੜੀ ਵੰਡ ਹੋਈ ਆ ਉਹ ਕਹਿਣ ਨੂੰ ਕਿਹਾ ਜਾਂਦਾ ਕਿ ਭਾਰਤ 1947 ਚ ਵੰਡਿਆ ਗਿਆ। ਜੇ ਅਸੀਂ ਉਹਨੂੰ ਪ੍ਰੈਕਟੀਕਲੀ ਦੇਖੀਏ ਤਾਂ ਪੰਜਾਬ ਤੇ ਬੰਗਾਲ ਵੰਡੇ ਗਏ ਨੇ ਔਰ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਬਗਾਵਤ ਹੋਈ, ਅੰਗਰੇਜ਼ਾਂ ਦੇ ਖਿਲਾਫ ਜਿਹੜਾ ਆਜ਼ਾਦੀ ਸੰਗਰਾਮ ਦੇ ਵਿੱਚ ਯੋਗਦਾਨ ਦੀ ਜਦੋਂ ਗੱਲ ਤੁਰੀ ਤਾਂ ਉਸ 'ਚ ਬੰਗਾਲ ਵਾਲੇ ਤੇ ਪੰਜਾਬ ਵਾਲੇ ਸੀ ਸਭ ਤੋਂ ਮੂਹਰੇ ਹੋ ਕੇ ਜਿਹੜੇ ਲੜੇ। ਸੋ ਅੱਜ ਵੀ ਜਦੋਂ ਭਾਜਪਾ ਦੇ ਖਿਲਾਫ ਕਿਤੋਂ ਆਵਾਜ਼ ਉੱਠਦੀ ਆ ਤਾਂ ਜਾਂ ਪੰਜਾਬ ਆ ਜਾਂ ਬੰਗਾਲ ਹੈ। ਤਾਂ ਇਹਨਾਂ ਨੇ ਜਿਹੜਾ BSF ਦਾ ਦਾਇਰਾ ਗਿੱਲ ਸਾਹਿਬ ਵਧਾਇਆ, ਜਾਣੀ ਕਿ ਬਿੰਗੇ ਟੇਢੇ ਢੰਗ ਨਾਲ BSF ਨੂੰ ਵੱਧ ਤਾਕਤਾਂ ਦਿੱਤੀਆਂ ਕਿ ਉਹ ਪਹਿਲਾਂ ਪੰਜਾਬ ਦੇ ਵਿੱਚ ਵੀ ਪੱਛਮੀ ਬੰਗਾਲ ਦੇ ਵਿੱਚ ਵੀ ਇੱਕ ਸੀਮਿਤ ਦਾਇਰਾ ਸੀ, ਜਿਵੇਂ ਪੰਜਾਬ 'ਚ 15 ਕਿਲੋਮੀਟਰ ਦਾ ਦਾਇਰਾ, ਕਿ ਉਹਦੇ 'ਚੋਂ ਤਲਾਸ਼ੀ ਲੈ ਸਕਦੇ ਸੀ, ਗ੍ਰਿਫਤਾਰ ਕਰ ਸਕਦੇ ਸੀ, ਛਾਪਾ ਮਾਰ ਸਕਦੇ ਸੀ, ਕਿਸੇ ਨੂੰ ਵੀ ਜਿਹੜਾ ਗਾ ਉਹ ਘੇਰ ਸਕਦੇ ਸੀ। ਲੇਕਿਨ ਹੁਣ 50 ਕਿਲੋਮੀਟਰ ਦਾ ਦਾਇਰਾ ਕਰਤਾ। ਉਸੇ ਤਰੀਕੇ ਨਾਲ ਪੱਛਮੀ ਬੰਗਾਲ ਦੇ ਵਿੱਚ ਕੀਤਾ ਗਾ ਔਰ ਈਵਨ ਇਹਨਾਂ ਦਿਨਾਂ ਦੇ ਵਿੱਚ ਹੀ ਗੁਜਰਾਤ ਦੇ ਵਿੱਚ ਉਹ ਦਾਇਰਾ ਘਟਾਤਾ, ਜੋ ਲਿਮਿਟ ਪਹਿਲਾਂ ਸੀ ਉਦੋਂ ਘਟਾ ਦਿੱਤੀ ਆ, ਕਿਉਂਕਿ ਇਹਨਾਂ ਨੂੰ ਪਤਾ ਗੁਜਰਾਤ ਦੇ ਵਿੱਚ ਇਹਨਾਂ ਦੀ ਸਰਕਾਰ ਸੌਖਿਆ ਬਣ ਜਾਂਦੀ ਆ। ਤਾਂ ਜਿੱਥੇ ਇਹਨਾਂ ਨੂੰ ਪਤਾ ਕਿ ਸਾਡੀ ਸਰਕਾਰ ਨਹੀਂ ਬਣਦੀ, ਸਾਡੇ ਪੈਰ ਨਹੀਂ ਲੱਗਦੇ, ਉੱਥੇ ਇਹ ਫਿਰ ਕੇਂਦਰੀ ਏਜੰਸੀਆਂ ਦੇ ਹਿਸਾਬ ਦੇ ਨਾਲ ਆਪਦੀਆਂ ਨੀਤੀਆਂ ਨੇ ਜਿਹੜੀਆਂ ਉਹ ਲਾਗੂ ਕਰਨ ਦੇ ਲਈ ਤਤਪਰ ਰਹਿੰਦੇ ਨੇ। ਸੋ ਹੁਣ ਜਿਵੇਂ ਪੰਜਾਬ ਵਿਧਾਨ ਸਭਾ ਦੇ ਵੱਲੋਂ ਸਾਂਝੇ ਤੌਰ ਤੇ ਮਤਾ ਪਾ ਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕੀਤਾ ਗਿਆ, ਉਸੇ ਤਰੀਕੇ ਦੇ ਨਾਲ ਪੱਛਮੀ ਬੰਗਾਲ ਦੇ ਵਿੱਚ ਵੀ ਅੱਜ ਮਤਾ ਪਾ ਕੇ ਕੇਂਦਰ ਸਰਕਾਰ ਦੇ ਇਸ ਫੈਸਲੇ ਨੂੰ ਰੱਦ ਕੀਤਾ ਗਿਆ ਔਰ ਵਾਪਸ ਲੈਣ ਦੀ ਮੰਗ ਕੀਤੀ ਗਈ ਆ। ਜੀ ਗਿੱਲ ਸਾਹਿਬ। ਅੱਛਾ, ਸੋਨੂ ਸੂਦ ਨੇ ਕੋਵਿਡ ਦੇ ਵਿੱਚ ਮਦਦ ਕਰਤੀ। ਇਹ ਜਿੰਨੇ ਵੀ ਫਿਲਮੀ ਕਲਾਕਾਰ ਆ, ਗਾਉਣ ਗੂਣ ਵਾਲੇ ਨੇ, ਇਹ
ਉਹ ਕਹਿੰਦੇ ਵੀ ਚੱਲ ਹੁਣ ਫਿਲਮਾਂ ਤਾਂ ਚੱਲਦੀਆਂ ਨਹੀਂ, ਖਾੜੇ ਖੂੜੇ ਤਾਂ ਲੱਗਦੇ ਨਹੀਂ, ਚੱਲ ਇੱਧਰ ਨੂੰ ਸੰਘਰਸ਼ ਵੱਲ ਨੂੰ ਹੋ ਲੋ। ਤੇ ਉਹਦੇ ਵਿੱਚੋਂ ਹੁਣ ਆ ਪੰਜਾਬ ਵਾਲੇ ਜਿਹੜੇ ਤੁਰੇ ਫਿਰਦੇ ਆ, ਇਹਨਾਂ 'ਚੋਂ 80% ਸੀਟਾਂ ਮੰਗਦੇ ਆ, MLA ਬਣਨ ਨੂੰ ਫਿਰਦੇ ਆ, ਕਿਉਂਕਿ ਦੂਜੇ ਬੰਨੇ ਡੱਫ ਵੱਜਣੋਂ ਹਟ ਜਾਣੀਆਂ, ਹੁਣ ਕੰਮ ਘਟ ਜਾਣਾ ਹੈ। ਤੇ ਇਸੇ ਤਰ੍ਹਾਂ ਸੋਨੂੰ ਸੂਦ ਕਦੇ ਉਹ ਆਮ ਆਦਮੀ ਪਾਰਟੀ, ਕਦੇ ਕਾਂਗਰਸ ਵੱਲੋਂ, ਤੇ ਉਧਰੋਂ ਭੈਣ ਨੂੰ ਵੀ ਮੋਗਿਓ ਖੜਾਉਣ ਨੂੰ ਫਿਰਦਾ ਹੈ। ਗੱਲ ਕੀ ਚੱਲ ਰਹੀ ਹੈ? ਜੀ ਗਿੱਲ ਸਾਹਿਬ, ਦੇਖੋ ਇਹ ਬਾਰਗੇਨਿੰਗ ਦੀ ਖੇਡ ਚੱਲ ਰਹੀ ਹੈ ਸਿੱਧੇ ਤੌਰ ਦੇ ਉੱਤੇ ਜੇ ਦੇਖਿਆ ਜਾਵੇ ਤਾਂ। ਸੋਨੂੰ ਸੂਦ ਸਿਆਸਤ ਦੇ ਵਿੱਚ ਐਂਟਰੀ ਮਾਰ ਰਿਹਾ ਹੈ, ਦੋਨੇ ਹੱਥੀ ਲੱਡੂ ਰੱਖ ਰਿਹਾ ਹੈ। ਉਧਰੋਂ ਕੇਜਰੀਵਾਲ ਸਾਹਿਬ ਨਾਲ ਮੀਟਿੰਗਾਂ ਕਰ ਰਿਹਾ ਕਿ ਮੈਂ ਤੁਹਾਡੀ ਪਾਰਟੀ ਦੇ ਵਿੱਚ ਆ ਸਕਦਾ, ਉਧਰੋਂ ਕਾਂਗਰਸ ਪਾਰਟੀ ਦੇ ਚਰਨਜੀਤ ਚੰਨੀ ਹੋਰਾਂ ਦੇ ਨਾਲ ਇਹਦੀਆਂ ਮੀਟਿੰਗਾਂ ਹੋਈਆਂ। ਦੱਸਦੇ ਆ ਕਿ ਨਵਜੋਤ ਸਿੱਧੂ ਨਾਲ ਵੀ ਗੱਲਬਾਤ ਇਹਦੀ ਚੱਲਦੀ ਹੋਣ ਦੇ ਖਦਸ਼ੇ ਨੇ। ਤੇ ਇਹਦੇ ਚੋਂ ਗੱਲ ਸਾਹਿਬ ਇਹੀ ਹੈਗਾ ਵੀ ਜਿੱਧਰੋਂ ਉਹਨੂੰ ਵਧੀਆ ਆਪਸ਼ਨ ਮਿਲਦੀ ਆ ਉਸ ਪਾਸੇ ਚਲਿਆ ਜਾਊ। ਨੀਤੀਆਂ ਕਿਹੜੀ ਪਾਰਟੀ ਦੀਆਂ ਨੇ, ਕਿਹੜੀ ਪਾਰਟੀ ਦੇ ਵਿੱਚ ਉਹ ਵੱਧ ਕੰਮ ਕਰ ਸਕਦਾ, ਇਹ ਕੋਈ ਮਾਇਨੇ ਨਹੀਂ ਰੱਖਦਾ। ਉਹਨੇ ਅਨਾਉਂਸ ਕਰ ਦਿੱਤਾ ਕਿ ਉਹਦੀ ਸਿਸਟਰ ਹੈ ਜਿਹੜੀ, ਉਹ ਮੋਗਾ ਸ਼ਹਿਰੀ ਸੀਟ ਤੋਂ ਚੋਣ ਲੜੂ। ਕਿਹੜੀ ਪਾਰਟੀ ਵੱਲੋਂ ਲੜੂ ਇਹ ਅਜੇ ਤੈਅ ਨਹੀਂ ਹੈ। ਮੋਗਾ ਦੇ ਪਿੰਡਾਂ 'ਚ ਔਰ ਉੱਥੋਂ ਦੇ ਵੋਟਰਾਂ ਨੂੰ ਉਹ ਮਿਲਦਾ ਫਿਰਦਾ ਹੈ। ਉਹਦੇ 'ਚੋਂ ਗਿੱਲ ਸਾਹਿਬ ਉਹ ਸ਼ੁਰੂ ਦੇ ਵਿੱਚ ਗੱਲ ਇਹ ਚੱਲੀ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਨੇੜੇ ਜਾ ਸਕਦਾ, ਲੇਕਿਨ ਚਰਨਜੀਤ ਚੰਨੀ ਹੋਰਾਂ ਨਾਲ ਮੁਲਾਕਾਤ ਤੋਂ ਬਾਅਦ ਔਰ ਮੋਗਾ ਏਰੀਏ ਦੇ ਵਿੱਚ ਜਿਹੜੇ ਉਹਦੇ ਨਾਲ ਲੋਕ ਤੁਰ ਰਹੇ ਨੇ ਉਹ ਕਾਂਗਰਸ ਦੇ ਨੇ, ਕਿਉਂਕਿ ਇੱਕ ਨਾਲ ਦੇ ਦਾਇਰੇ ਤੋਂ ਹੀ ਪਤਾ ਲੱਗ ਜਾਂਦਾ ਨਾ ਕਿ ਕਿਹੜੇ ਪਾਸੇ ਨੂੰ ਦਾਇਰਾ ਜਾ ਰਿਹਾ, ਉਹ ਕਾਂਗਰਸੀ ਨੇ। ਪਰ ਅੱਜ ਹੀ ਮੈਨੂੰ ਪਤਾ ਲੱਗਿਆ ਕਿ ਉਹ ਮੋਗੇ ਦੇ ਵਿੱਚ ਹੀ, ਔਰ 20 ਨਵੰਬਰ ਨੂੰ ਅਰਵਿੰਦ ਕੇਜਰੀਵਾਲ ਮੋਗੇ ਆ ਰਹੇ ਨੇ। ਸੋ ਇਹ ਇਤਫਾਕ ਵੀ ਹੋ ਸਕਦਾ ਗਿੱਲ ਸਾਹਿਬ, ਔਰ ਇਹ ਵੀ ਹੋ ਸਕਦਾ ਕਿ ਵੈਲ ਪਲਾਨਡ ਤਰੀਕਾ ਹੋਵੇ ਕੋਈ, ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਉਹਨਾਂ ਦੀ ਜਾਣ ਦੀ ਸੰਭਾਵਨਾ ਹੋਵੇ। ਸੋ ਅਜੇ ਤੱਕ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇੱਕ ਗੱਲ ਸਾਫ਼ ਆ ਕਿ ਉਹ ਪੰਜਾਬ ਦੀ ਰਾਜਨੀਤੀ 'ਚ ਹੱਥ ਪੈਰ ਮਾਰੂਗਾ। ਉਹਦੀ ਭੈਣ ਵੀ ਉੱਥੋਂ ਅਨਾਊਂਸ ਹੋ ਚੁੱਕੀ ਆ। ਦੂਸਰੀ ਗੱਲ ਜਿਹੜੀ ਗੱਲ ਸਾਹਿਬ ਵਾਕਈ ਇਹ ਠੀਕ ਹੈ ਕਿ ਇਹਨਾਂ ਫਿਲਮੀ ਅਦਾਕਾਰਾਂ ਨੇ, ਐਕਟਰਾਂ ਨੇ, ਜਾਂ ਜਿਹੜੇ ਗਾਇਕ ਸੀ, ਉਹਨਾਂ ਨੇ ਕਿਸਾਨ ਸੰਘਰਸ਼ 'ਚ ਵੀ ਵਧੀਆ ਯੋਗਦਾਨ ਪਾਇਆ। ਉਦੋਂ ਪਹਿਲਾਂ ਕੋਵਿਡ ਦੇ ਦੌਰਾਨ ਵੀ ਕੰਮ ਕੀਤਾ, ਪਰ ਹੁਣ ਉਹਨਾਂ ਨੂੰ ਇਹ ਲੱਗਦਾ ਗਾ ਕਿ ਅਸੀਂ ਇੱਥੋਂ ਦੀ ਰਾਜਨੀਤੀ 'ਚ ਹੱਥ ਪੈਰ ਮਾਰ ਲਈਏ। ਆ ਬੀਬੀ ਸੋਨੀਆ ਮਾਨ ਆ, ਮੋਹਾਲੀ ਤੋਂ ਬਸਪਾ ਕੋਲੇ ਸੀਟ ਸੀਗੀ, ਅਕਾਲੀ ਦਲ ਬਸਪਾ ਦੇ ਗੱਠਜੋੜ 'ਚ, ਔਰ ਬਸਪਾ ਦਾ ਉਮੀਦਵਾਰ ਹੀ ਅਕਾਲੀ ਦਲ ਨੇ ਆਪਦੇ ਚ ਲਾ ਲਿਆ, ਉੱਥੋਂ ਸੀਟ ਖਾਲੀ ਹੋ ਗਈ। ਔਰ ਹੁਣ ਕਹਿੰਦੇ ਹੈਗੇ ਕਿ ਉੱਥੋਂ ਸੋਨੀਆ ਮਾਨ ਨੂੰ ਲੜਾਉਣ ਦੀ ਤਿਆਰੀ ਆ। ਅੱਜ ਵੀ ਉਹ ਉਸ ਮੋਹਾਲੀ ਖੇਤਰ ਦੇ ਪਿੰਡਾਂ ਦੇ ਵਿੱਚ ਗਈ, ਨਾਲ ਅਕਾਲੀ ਦਲ ਦੇ ਆਗੂ ਸੀ ਉਹਦੇ ਕੁਛ। ਤਾਂ ਇਹ ਜਿਹੜੀ ਸਥਿਤੀ ਹੈ, ਸਥਿਤੀ ਦੇ ਵਿੱਚ ਉਹ ਵੀ ਹੱਥ ਪੈਰ ਮਾਰ ਰਹੀ ਹੈ। ਹਾਲਾਂਕਿ ਉੱਧਰੋਂ ਕਿਸਾਨ ਸੰਘਰਸ਼ ਵਾਲੇ ਪਾਸੇ ਉਹਨੂੰ ਬਹੁਤ ਲਾਹਨਤਾਂ ਪੈ ਰਹੀਆਂ ਨੇ। ਦੂਸਰੇ ਪਾਸੇ ਬਹੁਤ ਸਾਰੇ ਗਾਇਕ ਨੇ, ਇੱਕ ਪੰਜਾਬੀ ਗਾਇਕ ਆ ਗਿੱਲ ਸਾਹਿਬ ਖਾਸਾ ਵੱਡਾ, ਉਹ ਅੱਜ ਕੱਲ੍ਹ ਚਰਨਜੀਤ ਚੰਨੀ ਹੋਰਾਂ ਦੇ ਆਸੇ ਪਾਸੇ ਘੁੰਮਦਾ ਹੈ। ਸੋ ਕੁਛ ਕਾਂਗਰਸ ਦੇ ਨੇੜੇ ਜਾ ਰਹੇ ਨੇ, ਕੁਛ ਆਮ ਆਦਮੀ ਪਾਰਟੀ ਦੇ ਨੇੜੇ ਜਾ ਰਹੇ ਨੇ, ਔਰ ਇਹਦੇ ਚੋਂ ਇਹ ਆਪਦੀ ਸਿਆਸੀ ਜ਼ਮੀਨ ਆ ਜਿਹੜੀ ਉਹ ਤਲਾਸ਼ ਰਹੇ ਨੇ। ਲੋਕਾਂ ਦੇ ਮੁੱਦੇ, ਲੋਕਾਂ ਦੇ ਮਸਲੇ ਉਹ ਹੱਲ ਹੋਏ ਜਾਂ ਨਹੀਂ ਹੋਏ, ਮੈਨੂੰ ਲੱਗਦਾ ਉਹਨਾਂ ਨਾਲ ਇਹਨਾਂ ਦਾ ਸਰੋਕਾਰ ਘੱਟ ਹੈ ਜੀ। ਅੱਛਾ, ਰਾਖਵਾਂਕਰਨ ਪੰਜਾਬ ਦੇ ਵਿੱਚ 75% ਕਰਨ ਦੀ ਤਿਆਰੀ ਕਰ ਰਹੇ ਨੇ ਨਿੱਜੀ ਨੌਕਰੀਆਂ ਲਈ। ਜੀ ਗਿੱਲ ਸਾਹਿਬ, ਇਹ ਗੱਲ ਵਾਹਵਾ ਉੱਠੀ ਸੀਗੀ, ਕਿਉਂਕਿ ਸਰਕਾਰੀ ਖੇਤਰ ਦੀਆਂ ਨੌਕਰੀਆਂ ਦੇ ਵਿੱਚ ਵੀ ਬਹੁਤੇ ਸੂਬਿਆਂ ਦੇ ਵਿੱਚ ਇਹ ਆ ਕਿ ਉੱਥੋਂ ਦੇ ਵਸਨੀਕਾਂ ਨੂੰ ਪਹਿਲ ਦਿੱਤੀ ਜਾਂਦੀ ਆ, ਪਰ ਪੰਜਾਬ 'ਚ ਹੈ ਨਹੀਂ ਸੀ। ਸੋ ਇਹਨੂੰ ਲੈ ਕੇ ਕਾਫੀ ਗੱਲਬਾਤ ਆ ਜਿਹੜੀ ਉੱਠ ਰਹੀ ਸੀ ਕਿ ਜਦੋਂ ਨੌਕਰੀਆਂ ਸਰਕਾਰੀ ਕੱਢਦੇ ਹੋ, ਬਹੁਤ ਕੁਛ ਜੀਆਂ ਨੌਕਰੀਆਂ ਕੱਢਦੇ ਹੋ, ਸੀਮਤ ਬੇਰੁਜ਼ਗਾਰੀ ਦਰ ਬਹੁਤ ਆ, ਔਰ ਉਹਦੇ 'ਚ ਫਿਰ ਬਾਹਰਲੇ ਰਾਜਾਂ ਵਾਲੇ ਆ ਜਾਂਦੇ ਨੇ। ਲੇਕਿਨ ਹੁਣ ਸਰਕਾਰ ਨੇ ਅਜੇ ਸਰਕਾਰੀ ਨੌਕਰੀਆਂ ਵਾਲੀ ਗੱਲ ਤਾਂ ਚਲਾਈ ਨਹੀਂ, ਪਰ ਨਿੱਜੀ ਖੇਤਰ ਦੇ ਵਿੱਚ ਗਿੱਲ ਸਾਹਿਬ ਇਹਨਾਂ ਨੇ ਕਹਿਤਾ ਕਿ 75% ਜਿਹੜੀਆਂ ਨੌਕਰੀਆਂ ਨੇ ਉਹ ਪੰਜਾਬ ਦੇ ਲੋਕਾਂ ਨੂੰ ਦੇਣ ਦੀ ਤਜਵੀਜ਼ ਆ। ਉਹਦੇ ਦੇ ਲਈ ਇਹਨਾਂ ਨੇ ਇੱਕ 5 ਮੈਂਬਰੀ ਕਮੇਟੀ ਗਠਿਤ ਕਰਤੀ, ਜਿਹੜੀ ਇਹਨੂੰ ਲਾਗੂ ਕਰਨ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਤਜਵੀਜ਼ ਲੈ ਕੇ ਆਊ। ਪਰ ਇਹ 'ਚ ਹੁਣ ਗਿੱਲ ਸਾਹਿਬ ਇਹ ਸੌਖਾ ਨਹੀਂ ਹੈ ਪੰਜਾਬ ਵਰਗੇ ਸੂਬੇ ਦੇ ਵਿੱਚ, ਕਿਉਂਕਿ ਇਹ 'ਚ ਦੋ ਤਰ੍ਹਾਂ ਦੀਆਂ ਸ਼੍ਰੇਣੀਆਂ ਹੋਣਗੀਆਂ, ਇੱਕ ਸਕਿਲਡ ਵਰਕਰ, ਇੱਕ ਨਾਨ ਸਕਿਲਡ ਵਰਕਰ ਜਾਂ ਅਨਸਕਿਲਡ ਵਰਕਰ। ਉਹਦੇ ਵਿੱਚੋਂ ਹੁਣ ਜੇ ਦੇਖਿਆ ਜਾਵੇ, ਹੁਣ ਜਿਹੜੇ ਪ੍ਰਵਾਸੀ ਮਜ਼ਦੂਰ ਆਉਂਦੇ ਨੇ ਪੰਜਾਬ 'ਚ ਲੇਬਰ ਕਰਨ, ਜੇ ਹੁਣ ਉਹ ਵੀ ਇੱਥੋਂ ਇਹ ਗੱਲ ਚੱਲ ਪਈ ਵੀ ਇੱਥੇ 75% ਤਾਂ ਪੰਜਾਬ ਦੇ ਵਸਨੀਕਾਂ ਨੂੰ ਮਿਲਣਗੀਆਂ, ਤਾਂ ਉਹਦੇ ਲਈ ਕਾਫੀ ਔਖਾ ਹੋ ਜੂ। ਸੋ ਇਸ ਕਰਕੇ ਇਹਦੇ ਲਈ ਸਰਕਾਰ ਨੂੰ ਸੋਚਣਾ ਚਾਹੀਦਾ। ਇਹ ਠੀਕ ਆ ਕਿ ਪੰਜਾਬ ਦੇ ਲੋਕਾਂ ਨੂੰ ਵੀ ਰੁਜ਼ਗਾਰ ਆ ਜਿਹੜਾ ਉਹ ਮਿਲਣਾ ਚਾਹੀਦਾ, ਪੰਜਾਬ ਦੇ ਲੋਕਾਂ ਨੂੰ ਪਹਿਲ ਵੀ ਮਿਲਣੀ ਚਾਹੀਦੀ ਹੈ ਜੇ ਬਾਕੀ ਸੂਬਿਆਂ ਨੂੰ ਮਿਲਦੀ ਆ, ਪਰ ਇਹ ਪ੍ਰੈਕਟੀਕਲੀ ਕਿਤੇ ਉਲਟਾ ਅਸਰ ਤਾਂ ਨਹੀਂ ਪਾਊ ਜਾਂ ਕੀ ਹੋਊਗਾ, ਕਿਉਂਕਿ ਮਜ਼ਦੂਰ ਤਾਂ ਪੂਰੇ ਦੇਸ਼ ਦੇ ਵਿੱਚੋਂ ਕੁਝ ਸੂਬੇ ਨੇ ਜਿੱਥੇ ਗਰੀਬੀ ਬਹੁਤ ਹੈ। ਤਾਂ ਇਹਦੇ ਲਈ ਸਰਕਾਰ ਨੂੰ ਨੀਤੀ ਬਕਾਇਦਾ ਤੌਰ ਦੇ ਉੱਤੇ ਬਣਾਉਣੀ ਚਾਹੀਦੀ ਆ। ਉਂਝ ਹਰਿਆਣਾ ਦੇ ਵਿੱਚ ਇਹ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਲਾਗੂ ਕਰਤਾ ਹਰਿਆਣਾ ਵਾਲਿਆਂ ਨੇ, ਜਿਸ ਤੋਂ ਬਾਅਦ ਪੰਜਾਬ ਦੇ ਵਿੱਚ ਵੀ ਇਹਦੀ ਗੱਲ ਜਾਂ ਮੰਗ ਆ ਜਿਹੜੀ ਉਹ ਕਾਫੀ ਉੱਠ ਰਹੀ ਆ ਜੀ ਗਿੱਲ ਸਾਹਿਬ। ਅੱਛਾ ਜੀ, ਤੇ ਨਵਜੋਤ ਸਿੰਘ ਸਿੱਧੂ ਦੁਬਾਰਾ ਆ ਗਏ ਦਫ਼ਤਰ 'ਚ ਫਿਰ
ਪਾਰਟੀ ਪ੍ਰਧਾਨ ਦੇ? ਜੀ 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 ਜੀ, ਉਹ ਤਾਂ ਪਹਿਲਾਂ ਤਾਂ ਉਦਾਂ ਹੀ ਕਹਿੰਦੇ ਸੀ ਵੀ ਲਓ ਮੇਰਾ ਬਿਸਤਰਾ ਹੁਣ ਲੱਗ ਗਿਆ ਦਫ਼ਤਰ 'ਚ ਹੀ ਰਹੂ ਬਿਸਤਰਾ। ਔਰ ਉਦੋਂ ਬਾਅਦ ਚਰਨਜੀਤ ਚੰਨੀ ਹੋਰੀ ਜਿਹਦੇ ਮੁੱਖ ਮੰਤਰੀ ਬਣੇ ਗਿੱਲ ਸਾਹਿਬ, ਉਦੋਂ ਉਹ ਕਹਿੰਦੇ ਵੀ ਮੇਰਾ ਬਿਸਤਰਾ ਗੱਡੀ 'ਚ, ਕਹਿੰਦੇ ਗੱਡੀ 'ਚ ਹੀ ਰਹੂ ਬਿਸਤਰਾ। ਪਰ ਹੁਣ ਪਤਾ ਨਹੀਂ ਬਿਸਤਰੇ ਗੱਡੀਆਂ 'ਚ ਨੇ ਕਿ ਦਫ਼ਤਰਾਂ 'ਚ ਨੇ। ਪੰਜਾਬ ਦੇ ਬੇਰੁਜ਼ਗਾਰ ਟੈਂਕੀਆਂ ਤੇ ਚੜੇ ਹੋਏ ਨੇ, ਉਹ ਤਾਂ ਥੱਲੇ ਉਤਰ ਨਹੀਂ ਰਹੇ। ਆ ਪ੍ਰਗਟ ਸਿੰਘ ਕੱਲ ਕਾਫੀ ਗੁੱਸੇ ਸੀ, ਕਹਿੰਦਾ ਜੀ ਮੇਰੇ ਘਰੇ ਜਾ ਵੜੇ, ਉੱਥੇ ਬਾਪੂ ਬੇਬੇ ਮੇਰੇ ਬਜ਼ੁਰਗ ਨੇ, ਪੇਸ਼ੈਂਟ ਨੇ, ਔਰ ਬੇਰੁਜ਼ਗਾਰ ਘਰੇ ਚਲੇ ਗਏ, ਇਹ ਕੋਈ ਸਲੀਕਾ ਨਹੀਂ ਹੈ। ਉਹ ਕਾਫੀ ਨਾਰਾਜ਼ ਨਜ਼ਰ ਆ ਰਿਹਾ ਸੀ ਉਹਦੀਆਂ ਗੱਲਾਂ ਬਾਤਾਂ ਤੋਂ। ਲੇਕਿਨ ਉਹਨਾਂ ਦਾ, ਨੌਜਵਾਨਾਂ ਦਾ, ਬੇਰੁਜ਼ਗਾਰਾਂ ਦਾ ਕਿਹੜਾ ਸ਼ੌਂਕ ਹੈ? ਜਿਸ ਦਿਨ ਦੀ ਗਿੱਲ ਸਾਹਿਬ ਸਰਕਾਰ ਬਣੀ ਆ, ਹੁਣ ਕੀ ਜਾਣੀਏ। ਨਵਜੋਤ ਸਿੰਘ ਸਿੱਧੂ ਕਹਿੰਦਾ ਮੈਂ ਬਹੁਤ ਕੰਮ ਕਰ ਰਿਹਾ, ਚਰਨਜੀਤ ਚੰਨੀ ਕਹਿੰਦਾ ਮੈਂ ਬਹੁਤ ਕੰਮ ਕਰ ਰਿਹਾ, ਪ੍ਰਗਟ ਸਿੰਘ ਕਹਿੰਦਾ ਮੈਂ 18 ਘੰਟੇ ਕੰਮ ਕਰਦਾ, ਬਹੁਤ ਘੱਟ ਸੌਣਾ। ਲੇਕਿਨ ਮਸਲਾ ਕਿਸੇ ਦਾ ਨਹੀਂ ਹੱਲ ਹੋਇਆ। ਬੇਰੁਜ਼ਗਾਰ ਉਸੇ ਤਰੀਕੇ ਦੇ ਨਾਲ ਫਿਰਦੇ ਨੇ, ਕੱਚੇ ਕੰਮ ਉਸੇ ਤਰੀਕੇ ਦੇ ਨਾਲ ਜਿਹੜੇ ਨੇ ਉਹ ਪੱਕੇ ਹੋਣ ਦੇ ਲਈ ਜਾਂ ਰੈਗੂਲਰ ਜੌਬ ਦੇ ਲਈ ਸੰਘਰਸ਼ ਕਰ ਰਹੇ ਨੇ। ਕਿਸਾਨਾਂ ਦੀ ਮੀਟਿੰਗ ਆ ਕੱਲ੍ਹ ਨੂੰ ਚਰਨਜੀਤ ਚੰਨੀ ਹੋਰਾਂ ਨਾਲ, ਉਹ ਕਹਿੰਦੇ ਸਾਡੇ ਮਸਲੇ ਨਹੀਂ ਹੱਲ ਹੋਏ। ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਅਜੇ ਤੱਕ ਨਹੀਂ ਮਿਲੇ। ਸੋ ਸਰਕਾਰ ਕਰ ਕੀ ਰਹੀ ਹੈ ਫਿਰ? ਇਹ ਗੱਲ ਸਮਝੋਂ ਬਾਹਰ ਹੈ ਜੀ। ਸੋ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਖੈਰ ਅੱਜ ਜਦੋਂ ਗਿੱਲ ਸਾਹਿਬ ਆਪਦਾ ਬਿਸਤਰਾ ਉੱਥੇ ਲਾਇਆ, ਜਾ ਕੇ ਦੁਬਾਰੇ ਕਾਰਜਪਾਲ ਸਾਂਭਿਆ, ਕੁਰਸੀ ਸਾਂਭੀ ਕਾਂਗਰਸ ਭਵਨ ਦੇ ਵਿੱਚ, ਤਾਂ ਉਹਨਾਂ ਨੇ 2-3 ਚੀਜ਼ਾਂ ਕਹਿਤੀਆਂ ਗਿੱਲ ਸਾਹਿਬ। ਇੱਕ ਤਾਂ ਇਹ ਕਹਿਤਾ ਵੀ ਸਾਰੇ MLA ਨੂੰ ਟਿਕਟ ਨਹੀਂ ਮਿਲੂਗੀ, ਜ਼ਰੂਰੀ ਨਹੀਂ ਹੈਗਾ, ਜਿੱਤਣ ਵਾਲੇ ਨੂੰ ਟਿਕਟ ਮਿਲੂਗੀ। ਸੋ ਕਿਸੇ MLA ਦੀ ਟਿਕਟ ਕੱਟੀ ਵੀ ਜਾ ਸਕਦੀ ਆ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਵੀ ਕਾਫੀ ਗੱਲਾਂ ਕਹੀਆਂ, ਉਹਦੇ 'ਚ 1-2 ਗੱਲਾਂ ਹੋਰ ਸਾਫ਼ ਹੋ ਗਈਆਂ ਵੀ ਆਉਣ ਵਾਲੇ ਦਿਨਾਂ 'ਚ ਟਿਕਟਾਂ ਵੰਡਣ ਨੂੰ ਲੈ ਕੇ ਵੀ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਕਾਟੋ ਕਲੇਸ਼ ਆ ਉਹ ਕਾਂਗਰਸ ਪਾਰਟੀ ਦੇ ਵਿੱਚ ਪਊਗਾ ਜੀ। ਤੇ ਇੱਕ ਇਹ ਦੱਸਿਓ ਜੀ ਕਿ ਨੈਣੀਤਾਲ ਦੇ ਵਿੱਚ ਸਲਮਾਨ ਖੁਰਸ਼ੀਦ ਦੇ ਘਰ ਦੀ ਭੰਨ ਤੋੜ ਕੀਤੀ ਹੈ ਕਾਂਗਰਸ ਦਾ ਕੋਈ ਆਗੂ ਹੈ ਜੀ? ਜੀ ਜੀ, ਇਹ ਕਾਂਗਰਸ ਦਾ ਬਹੁਤ ਸੀਨੀਅਰ ਆਗੂ ਹੈਗਾ ਸਲਮਾਨ ਖੁਰਸ਼ੀਦ। ਔਰ ਗਿੱਲ ਸਾਹਿਬ ਇਹਨੇ ਨਾ ਇੱਕ ਚਿੱਠੀ ਲਿਖੀ ਆ, ਔਰ ਉਸ ਤੋਂ ਇਲਾਵਾ ਇਹਨੇ ਇੱਕ ਕਿਤਾਬ ਲਿਖੀ ਆ। ਕਿਤਾਬ ਜਿਹੜੀ ਅਯੁੱਧਿਆ ਨੂੰ ਲੈ ਕੇ ਲਿਖੀ ਗਈ ਆ, ਔਰ ਕਿਤਾਬ ਦੇ ਵਿੱਚ ਇਹਨੇ ਇੱਕ ਬਹੁਤ ਸੋਹਣੀ ਚਰਚਾ ਜਿਹੜੀ ਉਹ ਛੇੜੀ ਆ। ਇਸ ਨੇ ਆਪਦੀ ਕਿਤਾਬ ਦੇ ਵਿੱਚ ਜਿਹੜਾ ਹਿੰਦੂ ਧਰਮ ਤੇ ਹਿੰਦੂਤਵ, ਇਹ ਦੋਨਾਂ 'ਚ ਫਰਕ ਦੱਸਿਆ। ਔਰ ਇਹਨੇ ਜਿਹੜਾ ਹਿੰਦੂਤਵ ਆ ਉਹਦੀ ਤੁਲਨਾ ISIS ਇਹਨਾਂ ਨਾਲ ਕੀਤੀ ਆ। ਉਹ ਤੋਂ ਬਾਅਦ ਜਿਹੜੇ ਹਿੰਦੂ ਸੰਗਠਨ ਨੇ ਉਹ ਬਹੁਤ ਗੁੱਸੇ ਦੇ ਵਿੱਚ ਆ ਗਏ। ਉਹ ਕਹਿੰਦੇ ਵੀ ਇਹ ਹਿੰਦੂਤਵ ਦੀ ਤੁਲਨਾ ਗੀ ਜਿਹੜੀ ਉਹ ISIS ਨਾਲ ਕਿਉਂ ਕਰ ਰਿਹਾ ਗਾ। ਔਰ ਇਸ ਨੂੰ ਲੈ ਕੇ ਰਾਹੁਲ ਗਾਂਧੀ ਵੀ ਇਹਦੇ ਪੱਖ ਦੇ ਵਿੱਚ ਨਿਤਰਿਆ। ਔਰ ਉਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਕਾਫੀ ਥਾਵਾਂ ਦੇ ਉੱਤੇ ਇਸ ਮਸਲੇ ਨੂੰ ਲੈ ਕੇ ਚਰਚਾ ਵੀ ਛੇੜੀ। ਹਾਲਾਂਕਿ ਇਹ ਆਪਦੀ ਗੱਲ ਦੇ ਉੱਤੇ ਸਟੈਂਡ ਕਰ ਰਿਹਾ, ਸਪਸ਼ਟ ਹੈ, ਕਹਿੰਦਾ ਹਿੰਦੂ ਧਰਮ ਇੱਕ ਵੱਖਰੀ ਚੀਜ਼ ਆ। ਜਿਹੜਾ ਇਹ ਹਿੰਦੂ ਸੰਗਠਨ ਜਾਂ RSS ਜਾਂ ਸੰਘ ਲੈ ਕੇ ਆ ਰਿਹਾ ਹਿੰਦੂਤਵ ਆ, ਔਰ ਹਿੰਦੂਤਵ ਆ ਜਿਹੜਾ ਉਹਦੀ ਤੁਲਨਾ ਇਹਨਾਂ ਨੇ ਜਿਹੜੇ ਉਹ ISIS ਵਗੈਰਾ ਨਾਲ ਆਪਦੀ ਕਿਤਾਬ ਦੇ ਵਿੱਚ ਕੀਤੀ ਹੈ ਜੀ। ਔਰ ਉਹਨੂੰ ਲੈ ਕੇ ਕੁਝ ਹਿੰਦੂ ਸੰਗਠਨਾਂ ਨੇ ਇਹਦਾ ਜਿਹੜਾ ਨੈਣੀਤਾਲ ਵਿਖੇ ਘਰ ਹੈਗਾ ਉੱਥੇ ਹਮਲਾ ਕੀਤਾ, ਅੱਗ ਲਾਉਣ ਦੀ ਕੋਸ਼ਿਸ਼ ਕੀਤੀ, ਕੁਝ ਨੁਕਸਾਨ ਵੀ ਹੈ ਜਿਹੜਾ ਉਹ ਕੀਤਾ ਗਾ ਜੀ। ਗਿੱਲ ਸਾਹਿਬ ਅਖੀਰ 'ਚ ਦੱਸਿਓ ਜੀ ਵੀ ਕੇਂਦਰ ਸਰਕਾਰ ਦੀਆਂ ਜਿਹੜੀਆਂ ਜਾਂਚ ਏਜੰਸੀਆਂ ਨੇ, ED ਹੈ, CBI ਹੈ, ਇਹਨਾਂ ਦੇ ਕਿਹੜੇ ਮੁਖੀ ਨੇ ਤੇ ਉਹਨਾਂ ਦੀ ਕਾਰਜਕਾਲ 'ਚ ਵਾਧਾ ਹੋ ਗਿਆ ਜੀ? ਜੀ ਗਿੱਲ ਸਾਹਿਬ, ਇਹਨਾਂ ਨੇ ਤਾਂ ਬਹੁਤ ਇਸ ਵਿਸ਼ੇ ਦੇ ਉੱਤੇ ਕੀਤਾ ਕਿ CBI ਦਾ ਜਿਹੜਾ ਮੁਖੀ ਆ ਉਹਦੇ ਕਾਰਜਕਾਲ 'ਚ ਵਾਧਾ ਕੀਤਾ, ਜਿਹੜਾ ED ਦਾ ਮੁਖੀ ਆ ਉਹਦੇ ਕਾਰਜਕਾਲ ਦੇ ਵਿੱਚ ਵਾਧਾ ਕੀਤਾ, ਔਰ ਕੀਤਾ ਵੀ ਐਨ ਮੌਕੇ ਦੇ ਉੱਤੇ। ਕੱਲ ਨੂੰ 17 ਨਵੰਬਰ ਆ ਭਾਰਤ ਦੇ ਵਿੱਚ, ਔਰ ਕੱਲ ਨੂੰ ED ਦਾ ਮੁਖੀ ਰਿਟਾਇਰ ਹੋ ਰਿਹਾ ਸੀਗਾ। ਸੁਪਰੀਮ ਕੋਰਟ ਨੇ ਉਹਦਾ ਵਾਧਾ ਦੇਣ ਤੋਂ ਇਨਕਾਰ ਕੀਤਾ ਸੀ, ਤਾਂ ਇਹਨਾਂ ਨੇ ਆਰਡੀਨੈਂਸ ਹੀ ਪਾਸ ਕਰਤਾ ਜੀ। ਔਰ ਆਰਡੀਨੈਂਸ ਤਹਿਤ 2 ਸਾਲ ਦੀ ਥਾਂ ਦੇ ਉੱਤੇ 5 ਸਾਲ ਤੱਕ ਦਾ ਕਾਰਜਕਾਲ ਆ ਜਿਹੜਾ ਉਹ ਕਰ ਦਿੱਤਾ ਗਾ। ਇਹਨੂੰ ਲੈ ਕੇ ਬਹੁਤ ਚਰਚਾ ਚੱਲ ਪਈ ਕਿਉਂਕਿ ED ਦਾ ਜਿਹੜਾ ਡਾਇਰੈਕਟਰ ਹੈ SK ਮਿਸ਼ਰਾ 1984 ਬੈਚ ਦਾ IRS ਅਫਸਰ ਹੈਗਾ, ਔਰ ਉਹਦੀ ਸੇਵਾ ਮੁਕਤੀ ਤੋਂ ਮਹਿਜ਼ 2 ਦਿਨ ਪਹਿਲਾਂ ਜਿਹੜੀ ਸੈਂਟਰਲ ਵਿਜੀਲੈਂਸ ਕਮਿਸ਼ਨ ਹੈ ਉਹਦੇ 'ਚ ਸੋਧ ਦਾ ਆਰਡੀਨੈਂਸ ਜਾਰੀ ਕੀਤਾ ਗਿਆ। ਕੇਂਦਰ ਸਰਕਾਰ ਨੇ ਮਿਸ਼ਰਾ ਦਾ ਜਿਹੜਾ 2 ਸਾਲ ਦਾ ਕਾਰਜਕਾਲ ਆ ਉਹ ਮੁਕੰਮਲ ਹੋਣ ਮਗਰੋਂ ਉਹਨੂੰ ਜਿਹੜਾ 1 ਸਾਲ ਦਾ ਵਾਧਾ ਦਿੱਤਾ। ਹੁਣ ਇਹ ਕਹਿੰਦਾ 5 ਸਾਲ ਤੱਕ ਦਾ ਵਾਧਾ ਗਾ ਜਿਹੜਾ ਉਹ ਹੋਵੇਗਾ। ਇਸ ਤੋਂ ਇਲਾਵਾ ਜਿਹੜਾ CBI ਦਾ ਮੁਖੀ ਆ ਉਦੋਂ ਵੀ ਵਾਧਾ ਦਿੱਤਾ। ਰੱਖਿਆ ਸੈਕਟਰੀ, ਗ੍ਰਹਿ ਸੈਕਟਰੀ, 2 ਏਜੰਸੀਆਂ ਨੇ ਭਾਰਤ ਦੀਆਂ ਵੱਡੀਆਂ, IB ਤੇ ਰਾ,
ਉਹਨਾਂ ਦੋਨਾਂ ਦੇ ਮੁਖੀਆਂ ਦੇ ਕਾਰਜਕਾਲ ਦੇ ਵਿੱਚ ਵੀ ਵਾਧਾ ਕਰਤਾ। ਵਿਰੋਧੀ ਧਿਰਾਂ ਕਹਿੰਦੀਆਂ ਸੰਸਦ ਦਾ ਸੈਸ਼ਨ ਹੋਣਾ ਆਉਣ ਵਾਲੇ ਦਿਨਾਂ ਦੇ ਵਿੱਚ। ਤੁਹਾਨੂੰ ਇੰਨੀ ਕਾਹਲ ਕੀ ਹੋਈ ਸੀ ਕਿ ਤੁਸੀਂ ਸੰਸਦ ਦੇ ਸੈਸ਼ਨ ਤੋਂ ਪਹਿਲਾਂ ਇਹ ਵਾਧਾ ਕਰ ਰਹੇ ਹੋ? ਦੂਸਰਾ ਇਹ ਕਿ ਤੁਸੀਂ ਸੰਸਦ ਦੇ ਵਿੱਚ ਕਿਉਂ ਨਹੀਂ ਲੈ ਕੇ ਆਉਂਦੇ ਇਸ ਮਸਲੇ ਨੂੰ? ਗਿੱਲ ਸਾਹਿਬ, ਅਗਲੀ ਗੱਲ ਇਹ, ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਕਿ ਯੂਥ ਨੂੰ ਅੱਗੇ ਆਉਣਾ ਚਾਹੀਦਾ, ਜਿੰਨੇ ਨਵੇਂ ਲੋਕ ਜਿਹੜੇ ਨੇ ਉਹ ਅਫਸਰੀ ਚ ਆਉਣਗੇ, ਉਹ MLA MP ਮੰਤਰੀ ਬਣਨਗੇ, ਉਨਾ ਹੀ ਦੇਸ਼ ਵਿਕਾਸ ਕਰਦਾ। ਪਰ ਦੂਜੇ ਪਾਸੇ ਇਹ ਕੀ ਕਰ ਰਹੀਆਂ ਨੇ, ਇਹਨਾਂ ਨੇ ED ਦੇ ਡਾਇਰੈਕਟਰ ਦਾ ਜਿਹੜਾ ਮਹਿਜ ਉਹਦੀ ਰਿਟਾਇਰਮੈਂਟ ਤੋਂ 2 ਦਿਨ ਪਹਿਲਾਂ ਜੇ ਕਾਰਜਕਾਲ ਵਧਾਇਆ, ਇਹਦਾ ਮਤਲਬ ਕੀ ਕਿ ਭਾਰਤ ਦੇ ਵਿੱਚ ਹੋਰ ਇਸ ਤੋਂ ਕਾਬਲ ਅਫਸਰ ਨਹੀਂ ਹੈ? ਕੀ ਉਸ ਤੋਂ ਜਿਹੜੇ ਜੂਨੀਅਰ ਅਫਸਰ ਨੇ ਉਹ ਉਸ ਕੰਮ ਨੂੰ ਨਹੀਂ ਕਰ ਸਕਦੇ ਸੀ? ਅਸਲ 'ਚ ਗੱਲ ਗਿੱਲ ਸਾਹਿਬ ਇਹ ਨਹੀਂ ਹੈ, ਗੱਲ ਇਹ ਹੈ ਕਿ ਇਹ ਜਿਹੜੀਆਂ ਏਜੰਸੀਆਂ ਨੇ ਇਹਦੇ 'ਚ ਇਹਨਾਂ ਦੇ ਬੰਦੇ ਉਹ ਫਿੱਟ ਕੀਤੇ ਹੋਏ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲਦੇ ਨੇ, ਔਰ ਉਹਨਾਂ ਦਾ ਕਾਰਜਕਾਲ ਵਧਾ ਕੇ ਇਹ ਫਿਰ ਇਹਨਾਂ ਨੇ ਮਤਲਬ ਉਹ ਖੈਰੇ ਵਰਗਿਆਂ ਨੂੰ ਵੀ ਅਰੈਸਟ ਕਰਨਾ ਹੈ, ਫਿਰ ਇਹਨਾਂ ਨੇ ਹੋਰਾਂ ਨੂੰ ਵੀ ਜਿਹੜਾ ਉਹ ਛਾਪੇਮਾਰੀ ਕਰਾਉਣੀ ਹੈ। ਸੋ ਇਹ ਚੀਜ਼ਾਂ ਨਜ਼ਰ ਆ ਰਹੀਆਂ ਨੇ, ਮਸਲਾ ਸੰਸਦ 'ਚ ਉੱਠੂਗਾ ਜੀ। ਧੰਨਵਾਦ ਜੀ, ਤੇ ਕੱਲ੍ਹ ਨੂੰ ਫੇਰ ਗੱਲਬਾਤ ਹੋਏਗੀ 9:20 ਤੇ ਸ਼ੁਭ ਸ਼ਾਮ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਜਿਉਂ ਹੀ ਮੀਂਹ ਨੇ 2 ਦਿਨ, ਕੱਲ੍ਹ ਮੈਂ ਰਾਤ ਇੱਕ ਇੰਜੀਨੀਅਰ ਨਾਲ ਗੱਲ ਕਰ ਰਿਹਾ ਸੀ ਜਿਹੜੇ ਅਕਸਰ ਡਿਜ਼ਾਈਨ ਕਰਦੇ ਆ ਘਰਾਂ ਦੇ ਰੌਕ ਪਿਟ ਵਗੈਰਾ ਤੇ PNG ਨੇ। ਉਹ ਕਹਿੰਦੇ 100 ਈਅਰ ਜਿਹੜਾ ਸਾਡਾ ਫਲੱਡ ਵਾਲੀ ਗੱਲ ਹੁੰਦੀ ਆ 100 ਸਾਲਾਂ ਦੀ, ਵੀ ਉਹਨਾਂ ਦੀ ਐਵਰੇਜ ਤੋਂ ਇਹ 2 ਦਿਨਾਂ ਦੇ ਵਿੱਚ ਪਾਣੀ ਵੱਧ ਗਿਆ। 250 ਮਿਲੀਮੀਟਰ ਜਿਹੜਾ ਮੀਂਹ ਪਿਆ 250 ਤੇ 11 ਤੋਂ 12 ਇੰਚ ਬਣਦਾ, ਫੁੱਟੇ ਬਣਦਾ। ਜ਼ਮੀਨ ਨੇ ਪਾਣੀ ਸੋਕਿਆ ਨਹੀਂ, ਬਹੁਤ ਬੁਰਾ ਹਾਲ ਹੈ। ਤੇ ਸਭ ਤੋਂ ਵੱਡੀ ਔਖਾ ਹੈ ਜਿਹੜਾ, ਚਲੋ ਅਸੀਂ ਤਾਂ ਘਰਾਂ 'ਚ ਬੈਠੇ ਹਾਂ, ਜਿਹੜੇ ਸੜਕਾਂ ਤੇ ਸਾਡੇ ਟਰੱਕਰਸ ਜਾਂ ਘਰਾਂ ਨੂੰ ਆਉਣ ਵਾਲੇ ਜਿਹੜੇ ਆ ਰਹੇ ਸੀ ਵੈਨਕੂਵਰ ਨੂੰ, ਉਹ ਕਾਰਾਂ 'ਚ ਫਸੇ ਨੇ। ਟਰੱਕਰਸ ਦਾ ਹਾਲ ਸੁਣ ਲਈ ਮੇਰੇ ਨਾਲ ਦੀਪ ਨੇ, ਜਿਹੜੇ ਹੋਪ ਰੁਕੇ ਹੋਏ ਨੇ, ਫਸੇ ਹੋਏ ਨੇ, ਉਹ ਦੱਸਣਗੇ ਵੀ ਕੀ ਹਾਲਾਤ ਨੇ। ਦੀਪ, ਸਤਿ ਸ੍ਰੀ ਅਕਾਲ, ਸਵਾਗਤ। ਸਤਿ ਸ਼੍ਰੀ ਅਕਾਲ ਭਾਈ। ਅੱਛਾ, ਦੱਸਿਓ ਕਿੱਥੇ ਹੋ ਜੀ ਹੁਣ ਤੁਸੀਂ? ਆਪਣੇ ਹੋਪ ਟਰੱਕ ਸਟਾਪ ਤੇ? ਹਾਂਜੀ ਹਾਂਜੀ ਭਾਜੀ, ਹੋਪ ਟਰੱਕ ਸਟਾਪ ਤੇ ਜੀ ਸਟਕ ਹੋਈ ਜੀ। ਤੇ ਤੁਸੀਂ ਆ ਰਹੇ ਸੀ, ਇਨਬਾਉਂਡ ਸੀ ਜਾਂ ਆਊਟਬਾਉਂਡ ਜਾ ਰਹੇ ਸੀ? ਨਹੀਂ ਭਾਈ, ਆ ਰਹੇ ਸੀ ਸਰੀ ਨੂੰ, ਵੈਨਕੂਵਰ ਆ ਰਹੇ ਸੀ ਜੀ। ਤੇ ਫਿਰ ਹੁਣ ਤੁਹਾਨੂੰ ਤੰਗੀ ਕਿੱਥੇ ਆ? ਕਿੱਥੇ ਸੜਕ ਟੁੱਟੀ ਆ ਜੀ? ਕਿੱਥੇ ਖੜੇ ਹੋ ਐਗਜ਼ੈਕਟਲੀ? ਤੰਗੀ ਭਾਜੀ 3 ਹਾਈਵੇ 1, ਹਾਈਵੇ 3, ਹਾਈਵੇ 5 ਸਾਰੇ ਹੀ ਟੁੱਟੇ ਪਏ ਰੋਡ। ਇੱਧਰ ਕੋਈ ਸਰੀ ਆਉਣ ਲਈ ਕੋਈ ਹੈਗਾ ਹੀ ਨਹੀਂ ਜਿੱਦਾਂ ਕੋਈ ਰਸਤਾ। ਨਹੀਂ, ਤੁਸੀਂ ਹੋਪ ਹੋ, ਹੋਪ ਤੋਂ ਤਾਂ ਸਰੀ ਲਈ ਕੁਛ ਨਹੀਂ ਟੁੱਟਿਆ ਹੋਇਆ ਰਾਹ 'ਚ? ਨਹੀਂ ਭਾਜੀ, ਹੋਪ ਤੋਂ ਕੋਈ ਰਾਹ ਹੀ ਨਹੀਂ ਹੈਗਾ ਆਉਣ ਲਈ ਸਰੀ ਨੂੰ। ਅੱਗੇ ਚਿਲਾ ਬੈਗ ਵੀ ਬੰਦ ਕੀਤਾ ਪਿਆ ਸਾਰੇ ਕਿਤੇ। ਚਿਲਾ ਬੈਗ, ਅੱਛਾ। ਜਿਹੜਾ ਕੋਕਾ ਹੱਲ ਹੈ ਉਹ ਵੀ ਰਾਹ ਦੇ ਵਿੱਚ ਸੜਕ ਰਾਹ 'ਚ ਟੁੱਟਿਆ ਜੀ, ਉਹ ਹਾਈਵੇ? ਹਾਂਜੀ ਹਾਂਜੀ ਭਾਜੀ, ਕੋਕਾ ਹੱਲ ਵੀ ਟੁੱਟੀ ਆ। ਹਾਈਵੇ 3 ਨਿਕਲਦੇ ਹੋਪ ਤੋਂ ਜੀ ਬਾਹਰ ਨੂੰ ਜਾਣ ਲਈ, ਈਸਟ ਨੂੰ, ਤਿੰਨੇ ਹੀ ਬੰਦ ਹੋਏ ਆ ਜੀ ਰਾਈਟ ਨਾਓ। ਸੋ 3 ਵੀ ਮੈਨਿੰਗ ਪਾਰ ਤੋਂ ਅੱਗੇ ਪ੍ਰਿੰਸਟਨ ਕੋਲ ਬੰਦ ਹੈ? ਹਾਂਜੀ ਭਾਈ, ਸਾਰੇ ਹਾਈਵੇ ਟੋਟਲੀ ਤਿੰਨੇ ਨਿਕਲਦੇ ਇੱਥੋਂ ਬਾਹਰ, ਆਪਣੇ ਹੋਪ ਤੋਂ ਬਾਹਰ ਨੂੰ, ਜਿੱਦਾਂ ਈਸਟ ਨੂੰ, ਸਾਰੇ ਹੀ ਬੰਦ ਆ। ਤੇ 1 ਕਿੱਥੇ ਬੰਦ ਹੈ ਜੀ? 1 ਭਾਜੀ, 1 ਵੀਰੇ ਕਿੱਥੋਂ? 1 ਭਾਜੀ ਇਹ ਹੋਪ ਸਕੇਲ ਦੇ ਲਾਗੋ ਬੰਦ ਆਈ ਥਿੰਕ ਸੋ, ਬਟ ਰਾਈਟ ਨਾਓ ਚਿਲਾ ਬੈਗ ਤੋਂ ਵੀ ਬੰਦ ਕੀਤਾ ਹੋਇਆ ਹੁਣ, ਤੇ ਉਹਨਾਂ ਨੇ ਐਬਸਫੋਰਡ ਤੋਂ ਵੀ। ਇੱਧਰ ਵੀ ਜ਼ਿਆਦਾ ਪਾਣੀ ਆ ਗਿਆ। ਕਦ ਦੇ ਰੁਕੇ ਹੋ ਦੀਪ ਤੁਸੀਂ? ਅਸੀਂ ਭਾਈ ਪਰਸੋਂ ਦੇ। ਤੇ ਹੁਣ ਕਿੰਨੇ ਕੁ ਟਰੱਕ ਰੁਕੇ ਹੋਏ ਨੇ? ਤੁਸੀਂ ਟਰੱਕ ਸਟਾਪ ਤੇ ਹੋ ਜਾਂ ਸੜਕ ਤੇ ਸਾਈਡ ਤੇ ਹੀ ਹੋ? ਨਹੀਂ ਭਾਜੀ, ਆਪਾਂ ਟਰੱਕ ਸਟਾਪ ਤੇ ਆ ਗਏ, ਪਹਿਲਾਂ ਸੜਕ ਤੇ ਸੀ। ਇੱਥੇ ਲੋਕੀ ਸਟਕ ਹੋ ਗਏ ਸੀ, ਜਿੱਦਾਂ ਅੱਗੋਂ ਵੀ ਫਲੱਡ ਆ ਗਿਆ, ਪਿੱਛੋਂ ਵੀ ਕਈ ਲੋਕੀ ਸੈਂਟਰ 'ਚ ਸਟਕ ਹੋਏ ਪਏ ਆ, ਬਟ ਆਪਾਂ ਨੇ ਉੱਥੋਂ ਨਿਕਲ ਆਏ ਆ। ਤੇ ਇੱਥੇ ਲੋਕਾਂ ਨੂੰ ਫੂਡ ਦੀ ਬਹੁਤ ਪ੍ਰੋਬਲਮ, ਕਈ ਕਾਰਾਂ ਵਾਲਿਆਂ ਨੂੰ ਰਹਿਣ ਦੀ ਬੜੀ ਪ੍ਰੋਬਲਮ ਆ ਰਹੀ ਹੈ ਇੱਥੇ ਜੀ। ਹੁਣ ਕਾਰਾਂ ਦੇ ਬੱਚੇ ਜਵਾਕ, ਖਾਣ ਪੀਣ ਦਾ ਜਿਹੜਾ ਤੁਹਾਡੇ ਕੋਲ, ਕਿਉਂ ਘਰ ਨੂੰ ਆ ਰਹੇ ਸੀ, ਖਾਣ ਪੀਣ ਦਾ ਕੁਝ ਕੋਲ ਨਹੀਂ ਹੋਣਾ ਹਨਾ? ਹਾਂਜੀ ਭਾਜੀ, ਖਾਣ ਪੀਣ ਦਾ ਭਾਈ ਸਾਡੇ ਤੋਂ ਤਾਂ ਰਾਈਟ ਨਾਲ ਹੈਗਾ ਵਾ, ਬਟ ਕਿਸੇ ਨੂੰ ਲੋੜ ਬਾਰੇ ਸਾਡਾ ਨੰਬਰ ਦੇ ਦਿੱਤਾ ਜਾਵੇ। ਸਾਡੇ ਕੋਲ ਮਤਲਬ ਖਾਣ ਪੀਣ ਲਈ ਹੈਗਾ ਵਾ, ਜਿੱਦਾਂ ਅਸੀਂ 4-5 ਟਰੱਕਾਂ ਵਾਲੇ ਆ, ਸਾਡੇ ਤੋਂ ਮਤਲਬ ਚੌਲ ਵਗੈਰਾ ਹੋਰ ਕੁਝ ਖਾਣ ਲਈ ਹੈਗਾ, ਸਾਡਾ ਨੰਬਰ ਦੇ ਦਿੱਤਾ ਜਾਵੇ ਜੇ ਕਿਸੇ ਨੂੰ ਲੋੜ ਹੈ। ਫਲਾਈਂਗ ਤੇ ਐਸਓ ਤੇ ਕਿਸੇ ਨੂੰ ਵੀ। ਓਕੇ, ਤੇ ਕਿੰਨੇ ਟਰੱਕ ਰੁਕੇ ਹੋਏ ਨੇ ਦੋਨੇ ਟਰੱਕ ਸਟਾਪਾਂ ਤੇ ਹੁਣ? 100 ਤੋਂ ਪਲੱਸ ਹੀ ਹੋਣਗੇ ਜੀ। ਸੋ ਹਾਲੇ ਤੁਹਾਡੇ ਹਿਸਾਬ ਨਾਲ ਮੇਰੇ ਖਿਆਲ ਚਿਲਾ ਬੈਕ ਵਾਲਾ ਏਰੀਆ ਤੁਹਾਨੂੰ ਇਨਬਾਉਂਡ ਵਾਲਿਆਂ ਨੂੰ ਤਾਂ ਖੁੱਲ ਜਾਏਗਾ ਛੇਤੀ, ਤੇ ਦੂਸਰੇ ਪਾਸੇ ਤਾਂ ਸਮਾਂ ਲੱਗੂਗਾ ਫਿਰ। ਉਹ ਤਾਂ ਜੇ ਹਾਈਵੇ ਰੁੜ ਗਿਆ ਤਾਂ ਕੀ ਬਣੂਗਾ ਉੱਥੇ? ਭਾਈ ਰਾਈਟ ਨਾਓ BC ਡਰਾਈਵ ਤੇ ਕੋਈ ਅਪਡੇਟ ਨਹੀਂ ਹੈਗੀ ਕਦੋਂ ਖੁੱਲਣਾ ਹਾਈਵੇ ਜੀ।
ਹਾਂਜੀ ਭਾਜੀ। ਤੇ ਮੈਂ ਜਿਹੜੀ ਆ ਰਹੀ ਆ ਉਹ ਵਿਕਟੋਰੀਆ ਵਾਲੀ ਸਾਈਡ ਦੀ ਆ ਰਹੀ ਹੈ ਇੱਕ ਅਪਡੇਟ, ਜਿਹੜੀ BC ਡਰਾਈਵ ਤੇ। ਹੋਰ ਕੁਝ ਨਹੀਂ ਆ ਰਿਹਾ? ਨਹੀਂ ਭਾਜੀ, ਇੱਧਰ ਦੀ ਕੋਈ ਅਪਡੇਟ ਨਹੀਂ ਆਈ। ਤੇ ਤੁਸੀਂ ਆ ਕਿੱਥੋਂ ਰਹੇ ਸੀ? ਅਸੀਂ ਭਾਜੀ ਵਿਨੀਪੈਗ ਤੋਂ ਆ ਰਹੇ। ਤੇ ਫਿਰ ਰਸਤੇ ਦੇ ਵਿੱਚ ਤੁਸੀਂ ਉਸ ਤਰ੍ਹਾਂ ਹੀ ਜ਼ਿਆਦਾ ਕਦ ਆ ਕੇ ਰੁਕੇ ਤੁਸੀਂ? ਸੈਟਰਡੇ ਈਵਨਿੰਗ ਜਾਂ ਆਪਾਂ ਸੈਟਰਡੇ ਸੰਡੇ ਜਾਂ ਭਾਈ ਸੈਟਰਡੇ ਜਾਂ ਤੇਜ਼ ਹੋਇਆ ਮੀਂਹ ਜਾਂ ਤੇਜ਼ ਮੀਂਹ ਹੋਇਆ। ਦੀਪ ਆਪਣਾ ਖਿਆਲ ਰੱਖਿਓ ਤੇ ਤੁਹਾਡਾ ਨੰਬਰ ਦਿੰਦੇ ਹਾਂ ਅਸੀਂ ਔਨ 에ਅਰ, ਤੇ ਹੋਰ ਵੀ ਡਰਾਈਵਰਾਂ ਨਾਲ ਇੱਥੇ ਗੱਲ ਕਰਦੇ ਹਾਂ ਖਬਰਾਂ ਤੋਂ ਬਾਅਦ, ਤੇ ਕੋਸ਼ਿਸ਼ ਕਰਾਂਗੇ ਬਈ ਇੱਥੇ ਇੱਕ ਗਰੁੱਪ ਜਿਹੜਾ ਸਾਡਾ ਲਿਟਨ ਦੇ ਵਿੱਚ ਅਸੀਂ ਜਦ ਅੱਗ ਲੱਗੀ ਸੀ ਉੱਥੇ ਸੇਵਾਵਾਂ ਪਹੁੰਚਾਈਆਂ ਸੀ, ਦੇਖਦੇ ਹਾਂ ਬਈ ਇੱਥੇ ਤੱਕ ਵੀ ਜੇ ਇਸ ਖਾਣ ਪੀਣ ਦਾ ਕੁਛ ਇੰਤਜ਼ਾਮ। ਚਲੋ ਆਉਣ ਦਾ ਉਹ ਪਤਾ ਨਹੀਂ ਹੋ ਸਕਦਾ ਜਾਂ ਹਨੇ ਰਾਈਟ ਨਾਓ ਨਹੀਂ ਹੋ ਸਕਦਾ, ਬਟ ਫੂਡ ਪ੍ਰੋਵਾਈਡ ਕੀਤਾ ਜਾਵੇ ਇੱਥੇ ਜ਼ਰੂਰ, ਕਿਉਂਕਿ ਬੜੇ ਡਰਾਈਵਰ ਇੱਥੇ ਸਟਕ ਹੋਏ ਆ ਹਨਾ, ਸਿੰਗਲ ਕੋਈ ਚੱਲਦਾ ਵਾ ਕੋਈ ਕਿਤੇ। ਕਈ ਅਸੀਂ ਹੁਣ ਜਿੱਦਾਂ ਘਰ ਨੂੰ ਆ ਰਹੇ ਸੀ ਸਾਡੇ ਤੋਂ ਫੂਡ ਖਤਮ ਹੀ, ਚਲੋ ਸਾਡੇ ਤੋਂ ਤਾਂ ਅਰੇਂਜਮੈਂਟ ਹੋ ਗਿਆ, ਕਈ ਡਰਾਈਵਰਾਂ ਤੋਂ ਕੋਈ ਨਹੀਂ ਹੈਗਾ ਫੂਡ ਦਾ ਜ਼ਰੂਰ ਇੱਥੇ ਪ੍ਰਬੰਧ ਕੀਤਾ ਜਾਵੇ। ਓਕੇ ਦੀਪ ਬਾਠ ਉਹਨਾਂ ਦਾ ਨੰਬਰ ਹੈ ਜੀ 416 831 0062 416 831 0062। ਦੀਪ ਆਪਣਾ ਖਿਆਲ ਰੱਖਿਓ, ਆਪਾਂ ਖਬਰਾਂ ਤੋਂ ਬਾਅਦ ਦੁਬਾਰਾ ਫੇਰ ਗੱਲਬਾਤ ਇਸ ਤੇ ਕਰਦੇ ਹਾਂ ਤੇ ਹੋਰ ਇਨਪੁਟ ਲੈਂਦੇ। ਓਕੇ ਭਾਈ, ਓਕੇ, ਥੈਂਕ ਯੂ, ਧੰਨਵਾਦ ਬਹੁਤ ਬਹੁਤ। ਦੀਪ ਬਾਠ ਹੋਣੀ ਗੱਲਬਾਤ ਕਰ ਰਹੇ ਸੀ ਹੋਪ ਦੇ ਇੱਕ ਟਰੱਕ ਸਟਾਪ ਤੋਂ। ਡਾਇਵਰਸ਼ਨ ਜਿਹੜੀ ਹੋਈ ਸੀ, ਅਸਲ ਲੋਕ ਜਿਹੜੇ ਆਪਣੇ ਪ੍ਰਿੰਸ ਜੌਰਜ ਤੋਂ ਆ ਰਹੇ ਸੀ, ਜਦੋਂ ਕੈਸ਼ ਕ੍ਰੀਕ ਪਹੁੰਚੇ, ਕੈਸ਼ ਕ੍ਰੀਕ ਤੋਂ ਉਹਨਾਂ ਨੂੰ ਮੈਰਿਟ ਨੂੰ ਪਾਤਾ, ਮੈਰਿਟ ਤੋਂ ਉਹ ਫਿਰ ਜਦ ਆਪਾਂ ਕੈਮਲੂਪਸ ਨੂੰ ਆਪਣੇ ਕਲੋਨਾ ਨੂੰ ਜਾਂਦੇ ਹਾਂ, ਉੱਥੋਂ ਪ੍ਰਿੰਸਟਨ ਨੂੰ ਰਾਹ ਮੁੜਦਾ, ਪ੍ਰਿੰਸਟਨ ਨੂੰ ਆ ਗਏ, ਪ੍ਰਿੰਸਟਨ ਤੋਂ ਜਦ ਮੈਨਿੰਗ ਪਾਰਕ ਕੋਲ ਆ ਗਏ ਫਿਰ ਬੰਦ ਹੋ ਗਿਆ। ਸੋ ਜਿੱਥੇ ਵੀ ਫਸੇ ਹੋਏ ਨੇ ਇਹ ਸਾਰੇ ਟਰੱਕਾਂ ਵਾਲੇ ਕਾਰਾਂ ਵਾਲੇ ਉੱਥੇ ਹੀ ਨੇ, ਅਤੇ ਹੁਣ ਸਮਝ ਨਹੀਂ ਲੱਗਦੀ ਇੰਨੀ ਕੁ ਐਮਰਜੈਂਸੀ ਤੋਂ ਬਾਅਦ ਇਹਨਾਂ ਤੱਕ ਪਹੁੰਚ ਨਹੀਂ ਹੋ ਸਕਦੀ ਸਰਕਾਰ ਦੀ ਅਤੇ ਸਾਡੀਆਂ ਫੋਰਸਿਸ ਜਿਹੜੀਆਂ ਨੇ। ਅੱਗੇ ਜੇ ਕੁਛ ਇੱਥੇ ਵੱਡਾ ਹੋ ਗਿਆ, ਭੁਚਾਲ ਭਚੂਲ ਆ ਗਿਆ, ਬਣੂਗਾ ਕੀ ਇੱਥੇ? ਅੱਛਾ ਗੱਲ ਇਹ ਹੈ ਜੀ ਬਈ ਭਾਈਚਾਰੇ ਨੂੰ ਹੁਣੇ ਹੀ ਔਰਗੇਨਾਈਜ਼ ਕਰਨਾ ਚਾਹੀਦਾ ਸਿਸਟਮ। ਮੈਨੂੰ ਹੁਣੇ ਇੱਕ ਮੈਸੇਜ ਆਇਆ ਰੁਪਿੰਦਰ ਕੌਰ ਉਹਨਾਂ ਵੱਲੋਂ, ਕਹਿੰਦੇ ਵੀ ਵੀ ਉੱਥੇ ਡਰਾਈਵਰ ਜਿਹੜੇ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਫਸੇ ਹੋਏ ਨੇ, ਖਾਣਾ ਪਹੁੰਚਣਾ ਚਾਹੀਦਾ। ਜੇ ਆਪਾਂ ਕਹੀਏ ਬਈ ਉੱਥੇ ਇਹ 1000 ਬੰਦੇ ਨੂੰ ਉਹ ਹੋਪ ਦੇ 2-4 ਰੈਸਟੋਰੈਂਟ ਝੱਲ ਲੈਣਗੇ, ਉਹ ਕਿਸੇ ਨੇ ਕੁਛ ਨਹੀਂ ਹੋਣਾ। ਇੰਨੇ ਬੰਦਿਆਂ ਲਈ ਤਾਂ ਟਰੱਕ ਸਟਾਪ ਦਾ ਵਾਸ਼ਰੂਮ ਯੂਜ਼ ਕਰਨਾ ਵੀ ਔਖਾ ਹੋ ਜਾਣਾ। ਆਪਾਂ ਇੱਥੋਂ ਔਰਗੇਨਾਈਜ਼ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚੋਂ ਪ੍ਰਸ਼ਾਦੇ ਤਿਆਰ ਕਰਵਾ ਕੇ, ਜਾਂ ਜਿਹੜੇ ਚੌਲ ਵਗੈਰਾ ਜਾਂ ਕੁਛ ਵੀ, ਇੱਕ ਚੌਪਰ ਇੱਥੋਂ ਹਾਇਰ ਕਰਕੇ, ਉਹਨਾਂ ਨੇ ਕਿਹਾ, ਕਹਿੰਦੇ ਵੀ ਮੈਂ ਗੱਲ ਕੀਤੀ ਇੱਥੇ ਪ੍ਰਾਈਵੇਟ ਕੰਪਨੀ ਨਾਲ, ਅਤੇ ਉਹ ਚੌਪਰ ਦੇ ਵਿੱਚ, ਹੈਲੀਕਾਪਟਰ ਦੇ ਵਿੱਚ ਜਿਹੜਾ ਹੋਪ ਜਾਂ ਪ੍ਰਿੰਸਟਨ ਜਾਂ ਮੈਰਿਟ ਕਿਤੇ ਵੀ ਸਾਡੇ ਟਰੱਕਰ ਜਾਂ ਫਿਰ ਸਾਡੇ ਡਰਾਈਵਰ ਜਿਹੜੇ ਨੇ ਫਸੇ ਹੋਏ ਨੇ ਇਕੱਠੇ, ਉੱਥੇ ਖਾਣਾ ਪਹੁੰਚਦਾ ਹੋਵੇ। ਸੜਕ ਨਹੀਂ ਮੈਨੂੰ ਲੱਗਦਾ ਛੇਤੀ ਇਹ ਖੁੱਲ੍ਹਣੀ। ਜੇ ਹੋਪ ਤੱਕ ਖੁੱਲ੍ਹੇ ਜਾਏਗੀ, ਉੱਪਰੋਂ ਜਿਹੜੇ ਅੱਗੇ ਫਸੇ ਨੇ, ਪ੍ਰਿੰਸਟਨ ਬੈਠਾ, ਕੋਈ ਕੈਚ ਕ੍ਰੀਕ ਬੈਠਾ, ਕੋਈ ਮੈਰਿਟ ਤੋਂ ਪਰਲੇ ਬੰਨੇ ਬੈਠਾ। ਮੈਰਿਟ ਤਾਂ ਅੱਧੇ ਤੋਂ ਵੱਧ ਡੁੱਬਿਆ ਪਿਆ ਕਿਉਂਕਿ ਵੈਲੀ ਜਾਂ ਨੀਮਾ। ਸੋ ਇਹਦੇ 'ਤੇ ਹੁਣ ਔਰਗੇਨਾਈਜ਼ ਕਰਨਾ ਚਾਹੀਦਾ। ਮੈਂ ਮਨਵੀਰ ਗਰੇਵਾਲ ਨੂੰ ਵੀ ਕਹਿਣਾ, ਜਿਹੜਾ ਸਾਡਾ ਸਾਰਾ ਲਿਟਨ ਦੇ ਵਿੱਚ ਜਿਆਦਾ ਫਾਇਰ ਦੀ ਉਹ ਗਰੁੱਪ ਬਣਾਇਆ ਹੋਇਆ ਸਾਡਾ ਲਿਟਨ ਫਾਇਰ ਵਿਕਟਮ ਅਸਿਸਟ 'ਤੇ, ਉਹ ਪਰਮਵੀਰ ਹੋਣੀ, ਮਨਵੀਰ ਹੋਣੀ, ਇਹ ਸਾਰੇ ਸੈਤ ਗਿੱਲ ਹੋਣੀ, ਸਾਰੇ ਔਰਗੇਨਾਈਜ਼ ਕਰਨ। ਬਾਈ ਜੀ ਬੁਚਕਰ ਹੋਣੀ ਐਕਮੇ ਟਰਾਂਸਪੋਰਟ ਤੋਂ, ਬਾਈ ਜੀ ਲੱਖੇ ਤੋਂ ਲੱਕੀ ਧਾਲੀਵਾਲ ਹੋਣੀ। ਮੈਂ ਇਹ ਚਾਹੁੰਦਾ ਹੈ ਕਿ ਨਾਲ ਸ਼ੇਰੇ ਪੰਜਾਬ ਐਡ ਕਰਕੇ ਅਤੇ ਅਸੀਂ ਇਸ ਨੂੰ ਔਰਗੇਨਾਈਜ਼ ਕਰੀਏ ਵੀ ਘੱਟੋ ਘੱਟ ਆਪਾਂ ਖਾਣਾ ਤਾਂ ਪਹੁੰਚਦਾ ਹੋਵੇ। ਜਿਹੜੇ ਟਰੱਕਰਸ ਦੇ ਕੋਲ ਖਾਣਾ ਹੈਗਾ ਪਰ ਸਾਰਿਆਂ ਕੋਲ ਨਹੀਂ ਹੈ। ਅਤੇ ਟਰੱਕਰਸ ਦੀਪ ਬਾਠ ਹੋਣਾ ਮੁੰਡਿਆਂ ਨੇ ਹੁਣੇ ਦੱਸਿਆ ਕਿ ਸਾਡੇ ਨਾਲ ਗੱਲ ਕਰ ਲਿਓ, ਹੋਪ ਉਹ ਬੈਠੇ ਨੇ ਫਲਾਇੰਗ ਜੇ ਅਤੇ ਐਸਓ 'ਤੇ, ਅਤੇ ਉਹਨਾਂ ਤੱਕ ਟਰੱਕਰਸ ਦੇ ਕੋਲ ਖਾਣਾ ਵੀ ਹੈ ਅਤੇ ਟਰੱਕ ਉੱਥੇ ਖੜ੍ਹੇ ਨੇ। ਜੇ ਕਿਸੇ ਕਾਰਾਂ ਵਾਲਿਆਂ ਨੂੰ ਸੌਣ ਦਾ ਔਖਾ ਹੈ ਤਾਂ ਇਹ ਮੁੰਡੇ ਇੱਕ ਟਰੱਕ ਦੇ ਵਿੱਚ ਇਕੱਠੇ ਹੋ ਜਾਂਦੇ ਨੇ, ਅਤੇ ਟਰੱਕ ਉਹ ਕਹਿੰਦੇ ਅਸੀਂ ਖਾਲੀ ਕਰ ਦਾਂਗੇ, 4 ਬੰਦੇ ਪਰਿਵਾਰ ਇੱਕ ਪੂਰਾ ਕੈਬਨ 'ਚ ਸੌਂ ਸਕਦਾ, ਕਿਉਂਕਿ 2 ਸਲੀਪਰ ਨੇ, ਉਹ ਡਬਲ ਬੈੱਡ ਦੇ ਬਰਾਬਰ ਜੇ ਹੁੰਦੇ ਨੇ। ਸੋ ਇਹਦੇ ਲਈ ਆਪਾਂ ਕੋਸ਼ਿਸ਼ ਕਰੀਏ। ਅਤੇ ਸੋ ਫੂਡ ਦੇ ਲਈ ਅਸੀਂ ਵੀ ਔਰਗੇਨਾਈਜ਼ ਕਰਦੇ ਹਾਂ, ਮੈਨੇਜਮੈਂਟ ਨੂੰ ਵੀ ਕਹਿੰਦੇ ਹਾਂ ਵੀ ਇੱਥੋਂ ਕੁਛ ਨਾ ਕੁਛ ਨਹੀਂ, ਇੱਥੋਂ ਆਪਣਾ 150 ਕਿਲੋਮੀਟਰ ਜਗ੍ਹਾ, ਕਿਹੜਾ ਆਪਾਂ 5 ਘੰਟੇ ਦੀ ਫਲਾਈਟ ਆ ਇੱਥੋਂ,
ਇੱਥੋਂ ਲੋਕਲ ਜਿਹੜੇ ਨੇ ਕੋਈ ਚੌਪਰ ਹਾਇਰ ਕਰਕੇ ਉਹਨੂੰ ਆਪਾਂ ਸਾਰੇ ਫੰਡ ਕਰ ਦਈਏ ਰਲ ਕੇ, ਅਤੇ ਘੱਟੋ ਘੱਟ ਖਾਣਾ ਤਾਂ ਪਹੁੰਚੇ। ਅਤੇ ਇਹਦੇ ਲਈ ਮੈਂ ਇਹ ਕਹਿਣਾ ਵੀ ਇਹਦੇ ਲਈ ਹੁਣ ਆਪਾਂ ਤਿਆਰ ਹੋਈਏ। ਇਹ ਨੈਚੁਰਲ ਡਿਜ਼ਾਸਟਰ ਜਿਹੜੇ ਨੇ ਇਹ ਸ਼ੁਰੂਆਤ ਹੈ। ਹੁਣ ਵੀਰਵਾਰ ਨੂੰ ਫੇਰ ਇੱਕ ਕਹਿ ਰਹੇ ਨੇ ਇੱਕ ਵੈਦਰ ਪੈਟਰਨ ਜਿਹੜਾ ਆ ਰਿਹਾ ਅਤੇ ਨਾਲ ਫਰੀਜ਼ਿੰਗ ਆ ਰਹੀ ਹੈ। ਜੇ ਫਰੀਜ਼ਿੰਗ ਆ ਗਈ ਤਾਂ ਉਹ ਹੋਰ ਡੇਂਜਰਸ ਹੋਣਾ। ਦੂਸਰੇ ਗੁਆਂਢੀ ਸਟੇਟ ਵਾਸ਼ਿੰਗਟਨ ਦੇ ਵਿੱਚ ਬਹੁਤ ਬੁਰਾ ਹਾਲ ਹੈ, ਉੱਥੇ ਬਹੁਤ ਸਟੇਟ ਆਫ ਐਮਰਜੈਂਸੀ ਜਿਹੜੀ ਡਿਕਲੇਅਰ ਕੀਤੀ ਹੋਈ ਹੈ। ਕੱਲ੍ਹ ਐਬਸਫੋਰਡ ਦਾ ਮੇਅਰ ਬੋਲ ਰਹੇ ਸੀ, ਉਹ ਕਹਿੰਦੇ 65 ਸਾਲ ਮੈਨੂੰ ਹੋ ਗਏ ਇੱਥੇ ਰਹਿੰਦਿਆਂ ਨੂੰ, ਅਤੇ ਪਹਿਲੀ ਵਾਰ ਮੈਂ ਇੰਨਾ ਮੀਂਹ ਵੇਖਿਆ। ਤੁਸੀਂ ਵੇਖਿਆ ਕਿ ਹਾਈਵੇ 1 ਦੇ ਨਾਲ ਇੱਕ ਕਿਸ਼ਤੀ ਭਜਾਈ ਫਿਰਦੇ ਸੀ ਮੁੰਡੇ। ਸੋ ਇਹਦੇ 'ਤੇ ਇੱਕ ਤਾਂ ਗੌਰ ਕਰੀਏ, ਘਰ ਦੀ ਜਿਹੜੀ ਪ੍ਰੀਪੇਅਰਨੈਸ ਆ। ਦੇਖੋ ਆਪਣੇ ਥੋੜ੍ਹਾ ਬਹੁਤਾ ਘਰਾਂ 'ਚ ਪਾਣੀ ਆਇਆ, ਪਰ ਦੇਖੋ ਮੇਰਠ ਦੇ ਵਿੱਚ ਕੀ ਹਾਲ ਹੈ, ਦੇਖੋ ਐਗਸਟੀਜ਼ ਦੇ ਵਿੱਚ ਕੀ ਹਾਲ ਹੈ। ਘਰ ਦੇ ਵਿੱਚ ਮੇਰਠ ਦੇ ਵਿੱਚ ਲੋਕ ਇੰਨੇ ਔਖੇ ਸੀ, ਜਿਹੜਾ ਲੱਖ ਪਾਣੀ ਹੈ। ਆਪਣੇ ਤਾਂ ਇੰਚਾਂ 'ਚ ਪਾਣੀ ਆਇਆ ਘਰਾਂ 'ਚ, ਜਿਨ੍ਹਾਂ ਦੇ ਵੀ ਆਇਆ ਉਹ ਕਿਉਂਕਿ ਸਟੋਰਮ ਬੈਕਅਪ ਹੋ ਗਏ, ਜ਼ਮੀਨ ਨੇ ਪਾਣੀ ਨਹੀਂ ਸੋਕਿਆ। ਅਤੇ ਹੁਣ ਘਰਾਂ ਦੇ ਵਿੱਚ ਵੀ ਹੁਣ ਪੈਨਿਕ ਨਾ ਹੋਇਓ, ਘਰਾਂ ਦੇ ਵਿੱਚ ਜਿਹੜੇ ਪੰਪ ਨੇ, ਟੁੱਲੂ ਪੰਪ ਜਿਨ੍ਹਾਂ ਨੂੰ ਆਪਾਂ ਕਹਿੰਦੇ ਸਬਮਰਸੀਬਲ ਜਿਹੜੇ ਪੰਪ ਨੇ, ਉਹ ਘਰ ਦੇ ਵਿੱਚ ਆਪਾਂ ਰੈਡੀ ਕਰੀਏ। ਇਹ ਸਮਾਂ ਜਿਹੜਾ ਆ ਗਿਆ ਹੈ, ਇਸ ਸਮੇਂ ਹੁਣ ਐਕਟ ਕਰਨ ਦੀ ਲੋੜ ਹੈ। ਅਤੇ ਮੈਂ ਬੇਨਤੀ ਕਰਦਾ ਕਿ ਆਪਾਂ ਹੋਰ ਵੀ ਜਿੰਨੇ ਵੀ ਆਪਾਂ ਕੋਸ਼ਿਸ਼ ਕਰੀਏ ਰਲ ਕੇ ਇਸ ਨੂੰ ਔਰਗੇਨਾਈਜ਼ ਕਰੀਏ। ਸਰ ਸੁਖਵਿੰਦਰ ਸਿੰਘ ਇੱਕ ਹੋਰ ਟਰੱਕਰ ਨੇ ਜਿਹੜੇ ਹੋਪ ਦੇ ਵਿੱਚ ਨੇ। ਸੁਖਵਿੰਦਰ ਸਿੰਘ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਸੁਣਨ ਵਾਲੇ ਸਰੋਤਿਆਂ ਨਾਲ ਤੁਹਾਨੂੰ। ਅੱਛਾ ਵੀਰ ਜੀ, ਕਿੱਥੇ ਹੋ ਐਗਜ਼ੈਕਟ ਲੋਕੇਸ਼ਨ? ਹੋਪ ਹੋ ਤੁਸੀਂ? ਹਾਂਜੀ, ਹੋਪ ਫਲਾਈਂਗ ਜੇ ਟਰੱਕ ਸਟਾਪ ਤੇ ਖੜੇ ਆ ਜੀ ਅਸੀਂ ਕੱਲ ਦੇ। ਅੱਛਾ ਜੀ। ਤੇ ਇੱਥੇ ਜਾਣੀ 2-3 ਟਰੱਕ ਸਟਾਪਾਂ ਦੇ ਉੱਪਰ 400-500 ਟਰੱਕ ਹੋਊਗਾ ਜੀ ਖੜਾ ਇੱਥੇ। ਬਾਕੀ ਕਾਰਾਂ ਜੋ ਫੈਮਲੀਆਂ ਨਾਲ 4-4 ਜੀ ਆ ਵਿਚਾਰਿਆਂ ਨਾਲ, ਉਹ ਵੀ ਬਹੁਤ ਤੰਗ ਆ। ਔਰ ਟਰੱਕ ਸਟਾਪ ਤੇ ਜਿਹੜਾ ਖਾਣ ਪੀਣ ਨੂੰ ਫੂਡ ਵਗੈਰਾ ਹੈਗਾ, ਲਾਈਨਾਂ ਲੱਗੀਆਂ ਪਈਆਂ ਜੀ। ਕੱਲ ਬਿਜਲੀ ਵੀ ਹੈ ਨਹੀਂ ਸੀਗੀ ਇੱਥੇ ਆਪਣੇ ਫਲਾਈਂਗ ਜੇ ਦੇ ਉੱਪਰ। ਤੇ ਅੱਛਾ, ਹੁਣ ਮੈਨੂੰ ਐਂ ਦੱਸਿਓ ਵੀ ਜਿਹੜੇ ਹੋਰ ਟਰੱਕਰ ਆਪਣੇ ਕਿੱਥੇ ਫਸਿਆ? ਜਿਹੜੀ ਮੈਨੂੰ ਇਨਫੋਰਮੇਸ਼ਨ ਆਈ ਹੈ, ਪ੍ਰਿੰਸਟਨ ਵੀ ਨੇ, ਮੇਰਠ ਵੀ ਨੇ, ਹਾਈਵੇ 1 ਤੇ ਕੈਚ ਕ੍ਰੀਕ ਕੋਲ ਨੇ। ਚਲੋ ਇੱਧਰਲੇ ਸਰੀ ਤੋਂ ਪਿੱਛੇ ਫਸ ਗਏ, ਚਿਲਾ ਬੈਗ ਤੋਂ ਤਾਂ ਘਰ ਨੂੰ ਆ ਜਾਣਗੇ, ਕੋਈ ਔਖਾ ਨਹੀਂ। ਤੁਸੀਂ ਹੋਰ ਕਿੱਥੇ, ਤੁਹਾਨੂੰ ਕੀ ਪਤਾ ਲੱਗ ਰਿਹਾ ਕਿੱਥੇ ਟਰੱਕਰ ਖੜੇ ਨੇ? ਬਿਲਕੁਲ ਜੀ, ਕੋਕਾ ਹੈਲ ਤੋਂ ਪਹਿਲਾਂ ਜਿਹੜੀ ਬ੍ਰੇਕ ਚੱਕ ਆਉਂਦੀ ਆ ਉੱਥੇ ਖੜੇ ਸੀਗੇ ਕੁਛ ਤਾਂ। ਉੱਥੇ ਟ੍ਰੇਲਰ ਕੱਟ ਕਰਕੇ ਬੌਬਟਲ ਲੈ ਕੇ ਪਿੱਛੇ ਦੀ ਆ ਕੇ ਉਹ 3 ਲੈ ਕੇ ਆਏ ਆ, ਉੱਥੇ ਫੇਰ ਫਸ ਗਿਆ ਕੇ। ਤੇ ਮੈਂ ਵੀ ਆਇਆ ਯਾਰਕਟਨ ਤੋਂ, ਕੈਮਲੂਪਸ ਤੋਂ 1 ਲੈ ਕੇ ਆਇਆ, ਤੇ ਉਧਰ ਆ ਕੇ ਮੂਹਰੇ ਬ੍ਰਿਜ ਫੇਰ ਡਿੱਗ ਪਿਆ। ਠੀਕ ਹੈ ਜੀ, ਉਹ ਨਿਕਲਿਆ ਸੀ ਪਹਿਲਾਂ, ਬਾਅਦ 'ਚ ਡਿੱਗਿਆ ਉਹ। ਬਾਅਦ 'ਚ ਇੱਥੇ ਹੁੰਦੇ ਹੋਏ ਇੱਥੇ ਹੋਪ ਆ ਕੇ ਖੜੇ ਆ। ਤੇ ਜਾਨੀ ਕਰੀਬ 400-500 ਟਰੱਕ ਹੋਈ ਫਸਿਆ ਹੋਇਆ ਚਾਰੇ ਪਾਸੇ, ਜਾਣੀ ਕਿ ਹਾਈਵੇ 3 ਦੇ ਪਰਲੇ ਪਾਸੇ ਉਧਰ ਨੂੰ, ਮੇਰਠ ਸਾਈਡ ਨੂੰ, ਤੇ ਕੋਕਾ ਹੈਲ ਦੇ ਬ੍ਰੇਕ ਚੈੱਕ ਤੋਂ ਪਹਿਲਾਂ, ਤੇ ਹੋਪ ਲਾ ਲਓ ਤੁਸੀਂ 7 ਦੇ ਉੱਪਰ ਵੀ ਆਲਰੇਡੀ ਲੋਕ ਉਧਰ ਨੂੰ ਜਾਣ ਨੂੰ ਫਿਰਦੇ ਸੀ, ਪਰ ਉਹ ਵੀ ਫਸ ਗਏ ਵਿਚਾਰੇ ਉੱਥੇ। ਅੱਛਾ ਸੁਖਵਿੰਦਰ, ਇਹ ਦੱਸਿਓ ਜਿਹੜਾ ਕੋਕਾ ਹੱਲ ਹੈ ਉਹ ਕਿੱਥੋਂ ਜਿਹੜਾ ਟੁੱਟਿਆ? ਜਿਹੜਾ ਉਹ ਫੋਟੋਆਂ ਆ ਰਹੀਆਂ ਨੇ ਐਗਜ਼ੈਕਟ ਕਿੱਥੋਂ ਆ? ਜਿਹੜੀ ਹਾਈਵੇ ਜਿਹੜਾ ਟੋਟਲੀ ਜਿਹੜਾ ਪੁਲ ਦੇ ਥੱਲੇ ਦਿਖਾਇਆ ਹੋਇਆ ਵੀ ਹਾਈਵੇ ਬਿਲਕੁਲ ਹੀ ਰੁੜ ਗਿਆ, ਉਹ ਕਿੱਥੇ ਆ ਜਗ੍ਹਾ? ਉਹ ਬ੍ਰੇਕ ਚੱਕ ਤੋਂ ਪਹਿਲਾਂ ਵੀ ਉਹ ਹੈਗਾ ਜਿਹੜਾ ਟੁੱਟਿਆ ਬ੍ਰਿਜ, ਤੇ ਉਦੋਂ ਪਹਿਲਾਂ ਜਦੋਂ ਡਾਊਨ ਆਪਾਂ ਉਤਰਦੇ ਆ, ਉਹ ਜਿਹੜਾ ਮੱਡ ਸਲਾਈਡ ਆ ਉੱਥੇ ਆਇਆ ਸੀਗਾ, ਉਹ ਸਾਰੇ ਪੀਸ ਨਿਕਲ ਗਏ ਵਿੱਚ ਉਹਦੇ। ਤੇ 1 ਦੇ ਉੱਪਰ ਕਿਹੜੀ ਜਗ੍ਹਾ ਟੁੱਟਿਆ ਜਿੱਥੋਂ ਤੁਸੀਂ ਨਿਕਲੇ ਸੀ? ਕੈਚ ਕ੍ਰੀਕ ਤੋਂ ਉਰੇ ਹੈਲਜ਼ ਗੇਟ ਦੇ ਨੇੜੇ? ਲੈਂਟਨ ਤੋਂ ਅੱਗੇ ਜਿਹੜਾ 12 ਤੇ 8 ਹਾਈਵੇ ਜਾਂ ਉਹ ਅੱਗੇ ਆ ਕੇ ਨਾ, ਜਿਹੜਾ ਥੋੜਾ ਉਹ ਅੱਗੇ ਆ, ਮੈਨੂੰ ਕਰੈਕਟ ਮੈਨੂੰ ਪਤਾ ਨਹੀਂ ਕਿੰਨੇ ਕਿਲੋਮੀਟਰ ਆ ਕੇ, ਮਤਲਬ ਉਹ ਟੁੱਟਿਆ ਉੱਪਰ ਉਹਦੇ ਰੇਲਵੇ ਲਾਈਨ ਜਾਂਦੀ ਆ। ਹਾਂ ਉਹ ਦਿਖਾ ਰਹੇ ਨੇ, ਹਾਈਵੇ 1 ਦਿਖਾ ਰਹੇ ਨੇ ਫੋਟੋ, ਉਹ ਦਿਖਾ ਰਹੇ, ਉਹ ਟੁੱਟਿਆ ਬਹੁਤ ਬੁਰੀ ਤਰ੍ਹਾਂ, ਉਹਦਾ ਬਹੁਤ ਬੁਰਾ ਹਾਲ ਆ ਜੀ ਉੱਥੇ। ਅੱਛਾ, ਤੇ ਮੈਨਿੰਗ ਪਾਰਕ ਵਾਲੇ ਏਰੀਆ 'ਚ ਪ੍ਰਿੰਸਟਨ ਦੇ ਵਿੱਚ ਬੜਾ ਜਿਹੜਾ ਹੜ੍ਹ ਹੈ, ਤੇ ਮੈਨਿੰਗ ਪਾਰਕ ਦੇ ਕੋਲ ਟਰੱਕਰ ਰੁਕੇ ਹੋਏ ਨੇ। ਹਾਂਜੀ, ਉੱਥੇ ਰੁਕੇ, ਜਿੱਥੇ ਵੀ ਕਿਸੇ ਨੂੰ ਜਗ੍ਹਾ ਮਿਲੀ ਆ, ਜਿੱਥੇ ਕੋਈ ਖੜਾ ਜਾਂਦਾ ਸੀ ਉਹ ਰੁਕਣਾ ਪਿਆ ਜੀ ਉੱਥੇ। ਕਿਉਂ ਤੁਹਾਨੂੰ ਪਤਾ ਪੁੱਲ ਆਊਟ ਵਗੈਰਾ ਰੈਸਟ ਏਰੀਆ ਕੋਈ ਚਾਹੀਦਾ ਹੈ ਨਹੀਂ ਕਿ ਰੁਕਣ ਵਾਸਤੇ, ਜਾਂ ਟਰੱਕ ਸਟਾਪ ਵੀ ਹੈ ਨਹੀਂ, ਕੁਛ ਨਹੀਂ ਹੈ, ਸਾਰੇ ਟਰੱਕ ਤੋਂ ਬਹੁਤ ਬੁਰਾ ਹਾਲ ਆ। ਤੇ ਇਮੀਡੀਏਟਲੀ ਹੁਣ ਜ਼ਰੂਰਤ ਹੈ, ਜਿਹੜੀ ਤੁਸੀਂ ਮਹਿਸੂਸ ਕਰ ਰਹੇ ਹੋ, ਹੁਣ ਕਿਹੜੀ ਚੀਜ਼ ਦੀ ਜ਼ਰੂਰਤ ਹੈ? ਖਾਣੇ ਦੀ ਕਮੀ ਹੈ ਇਸ ਸਮੇਂ? ਖਾਣੇ ਦੀ ਕਮੀ ਹੋ ਸਕਦੀ ਹੈ ਜੀ। ਹੁਣ ਜੇ ਟਰੱਕ ਸਟਾਪ ਤੇ ਹੈਗਾ ਸਟਾਪ ਇਹਨਾਂ ਕੋਲੇ ਪਿਆ ਫੂਡ ਸਟਾਪ, ਇਹ ਕਿੰਨਾ ਕੁ ਚਿਰ ਇਹ ਕੱਟੂਗਾ? ਨਹੀਂ ਕੱਟੂਗਾ, ਕਿਉਂ ਸਪਲਾਈ ਮਤਲਬ ਆਉਣੀ ਨਹੀਂ ਗੀ, ਕਿੱਥੋਂ ਆਉਣੀ? ਵੈਨਕੂਵਰ ਤੋਂ ਆਉਣੀ ਆ। ਇਹ ਵੀ ਬਸ ਖਤਮ ਹੋਣ ਵਾਲੀ ਕਹਾਣੀ ਹੈ ਵੀ ਖਾਣ ਪੀਣ ਵਾਲੇ ਵੀ ਇੱਥੇ ਹੁਣ ਤਾਂ ਕੋਈ
ਹੋਰ ਕੁਝ ਹੋ ਸਕਦਾ ਵੀ ਇਧਰੋਂ ਨਹੀਂ ਕੋਈ ਨਾ ਸੁਖਵਿੰਦਰ, ਅਸੀਂ ਕਰਦੇ ਹਾਂ ਆਰਗੇਨਾਈਜ਼, ਇੱਥੋਂ ਸ਼ੁਰੂ ਕਰਦੇ ਹਾਂ ਹੁਣੇ ਇਹਦੀ ਮੁਹਿੰਮ ਵੀ ਕੋਈ ਨਾ ਕੋਈ ਹੈਲੀਕਾਪਟਰ ਵਗੈਰਾ ਜਿਹਦੇ ਵਿੱਚ ਉਹਨੂੰ ਹਾਇਰ ਕਰਕੇ ਲੋਕਲ ਅਸੀਂ ਆਰਗੇਨਾਈਜ਼ ਇਸ ਨੂੰ ਕਰਦੇ ਹਾਂ ਵੀ ਘੱਟੋ ਘੱਟ ਹੋਪ ਦੇ ਤੇ ਪ੍ਰਿੰਸਟਨ ਹੋਪ ਤੇ ਮੈਨਿੰਗ ਪਾਰਕ ਦਾ ਏਰੀਆ ਤੇ ਕੋਕਾ ਹਾਲਾ ਤੇ ਜਿੱਥੇ ਜਿੱਥੇ ਅਸੀਂ ਖੜੇ ਤੁਸੀਂ ਇਕੱਠੇ ਖੜੇ ਹੋ ਵੀ ਉੱਥੇ ਤੱਕ ਖਾਣਾ ਪਹੁੰਚਦਾ ਹੋਵੇ। ਇਹਦੇ ਤੇ ਕਰ ਰਹੇ ਹਾਂ ਕੰਮ, ਤੁਸੀਂ ਹੁਣੇ ਕੰਮ ਕਰ ਤੇ ਸ਼ੁਰੂ ਕਰਦੇ ਹਾਂ। ਹਾਂਜੀ, ਫੂਡ ਦੀ ਤੇ ਟਰੱਕ ਸਟਾਪ ਤੇ ਕਿੰਨਾ ਕੁ ਚਿਰ ਕੱਟ ਜਾਣਗੇ? ਕੱਲ ਹੋਪ ਫੋਨ ਕੀਤਾ ਸੀਗਾ, ਇੱਥੇ ਆਪਣੇ ਹੈਗੇ ਰੈਸਟੋਰੈਂਟ ਆਪਣੇ ਪੀਜੇ ਵਗੈਰਾ ਦੇ, ਜਾਂ ਉਹ ਕਹਿੰਦੇ ਬਿਜਲੀ ਹੈ ਨਹੀਂ ਗੀ, ਠੰਡਾ ਪਿਆ। ਸੋ ਇਹ ਹੁਣ ਇਹਦੇ ਬਾਰੇ ਸੁਖਵਿੰਦਰ ਬੀਇੰਗ ਏ ਟਰੱਕਰ ਤੁਸੀਂ ਕੀ ਸੋਚਦੇ ਹੋ ਬਈ ਸਰਕਾਰ ਵੱਲੋਂ ਪੂਰੀ ਇਹਦੇ ਵਿੱਚ, ਕਿਉਂਕਿ ਕੁਦਰਤ ਦਾ ਇਹ ਕਹਾਣੀ ਆ, ਪਰ ਸਾਡੇ ਕੋਲ ਤਿਆਰੀਆਂ ਵੀ ਹੈ ਨਹੀਂ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ। ਇੱਥੇ ਕੁਝ ਹੋਰ ਨੈਚੁਰਲ ਡਿਜ਼ਾਸਟਰ ਇਹੋ ਜਿਹਾ ਆ ਜਾਵੇ, ਕੁਦਰਤੀ ਕਹਿਰ ਕੋਈ, ਅਸੀਂ ਕਿੱਧਰ ਨੂੰ ਜਾਵਾਂਗੇ? ਇਸ ਤੇ ਜਿੱਥੇ ਇੰਨੇ ਕੁ ਮੀਂਹ ਨੇ ਸਾਡਾ ਤਾਂ ਖੜਾਤਾ ਸਾਰਾ ਕੁਝ। ਬਿਲਕੁਲ, ਸਰਕਾਰ ਨੂੰ ਬਿਲਕੁਲ ਸੋਚਣਾ ਚਾਹੀਦਾ ਵੀ ਅਗਲਾ ਪ੍ਰਿਪੇਅਰ ਹੋਣਾ ਚਾਹੀਦਾ ਵੀ ਅੱਗੇ ਵਾਸਤੇ ਹੁਣ ਕੀ, ਹੁਣ ਤੋਂ ਹੀ ਉਹਨਾਂ ਨੂੰ ਸੋਚਣਾ ਚਾਹੀਦਾ। ਹੋ ਸਕਦਾ ਹੁਣ ਤੁਹਾਨੂੰ ਪਤਾ ਵੀ ਗਲੋਬਲ ਵਾਰਮਿੰਗ ਕਰਕੇ ਇਹੋ ਜਿਹੇ ਫਲੱਡਿੰਗ ਵਗੈਰਾ ਆਉਂਦੀ ਰਹਿਣੀ, ਹੁਣ ਤਾਂ ਆਉਂਦੀ ਰਹਿਣੀ ਆ ਇਹ। ਸੁਖਵਿੰਦਰ, ਤੁਹਾਡੇ ਕੋਲ ਨੰਬਰ ਹੈਗੇ ਤੇ ਮੇਰਾ ਸੈੱਲ ਨੰਬਰ 6047291224 ਹੈ, 7291224, ਤੇ ਕੋਡ ਰੱਖਿਓ। ਕੋਈ ਵੀ ਚੀਜ਼, ਕੋਈ ਵੀ ਮੁਸ਼ਕਲ ਜਿਹੜੀ ਤੁਹਾਨੂੰ ਅਪਡੇਟ ਕਰਨੀ ਹੋਵੇ ਇਮੀਡੀਏਟ ਮੈਨੂੰ ਭੇਜਿਓ ਤੇ ਅਸੀਂ ਇੱਥੇ ਆਰਗੇਨਾਈਜ਼ ਇਸ ਨੂੰ ਕਰਦੇ ਹਾਂ ਜੀ ਹੁਣੇ। ਬਿਲਕੁਲ ਜੀ, ਬਿਲਕੁਲ। ਧੰਨਵਾਦ ਵੀਰ ਜੀ, ਧੰਨਵਾਦ। ਥੈਂਕ ਯੂ। ਦੀਪ ਬਾਠ ਹੋਣੀ ਤੇ ਸੁਖਵਿੰਦਰ ਸਿੰਘ ਉਹਨਾਂ ਨਾਲ ਗੱਲ ਕੀਤੀ, ਤੇ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਤੋਂ ਸਰਦਾਰ ਗੁਰਮੀਤ ਸਿੰਘ ਤੂਰ ਨੇ ਮੇਰੇ ਨਾਲ, ਤੇ ਜਨਰਲ ਸੈਕਟਰੀ ਨੇ। ਤੂਰ ਸਾਹਿਬ ਸਵਾਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭਾਜੀ ਕੀ ਹਾਲ ਚਾਲ? ਠੀਕ ਚੜ੍ਹਦੀ ਕਲਾ ਜੀ। ਹਾਂਜੀ ਤੂਰ ਸਾਹਿਬ, ਇਸ ਦਾ ਹੁਣ ਇਹ ਲੰਗਰ ਪਹੁੰਚਦਾ ਕਿਵੇਂ ਹੋਵੇ ਜੀ? ਇਹਦੇ ਤੇ ਸੋਚਣ ਦੀ ਜ਼ਰੂਰਤ ਆ ਹੁਣੇ। ਹਾਂਜੀ, ਇਹਦੇ ਵਾਸਤੇ ਅਸੀਂ ਇਮੀਡੀਏਟ ਇੱਕ ਐਮਰਜੈਂਸੀ ਮੀਟਿੰਗ ਕੀਤੀ ਆਪਣੇ ਸਾਰੇ ਸਿੰਘਾਂ ਨਾਲ ਫੋਨ ਦੇ ਉੱਤੇ ਹੀ ਜੀ। ਸੇਵਾਦਾਰ ਜਿੰਨੇ ਆਪਣੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਾਹਿਬ ਦੇ ਹੈਗੇ ਆ ਜੀ, ਤੇ ਕਰਕੇ ਤੇ ਇਹਨਾਂ ਸਾਰੇ ਸਿੰਘਾਂ ਨੇ ਇਹ ਫੈਸਲਾ ਹੋਇਆ, ਪ੍ਰਧਾਨ ਸਾਹਿਬ ਉਹਨਾਂ ਨੇ, ਵੀ ਇਮੀਡੀਏਟ ਅਸੀਂ ਕਰਕੇ ਆਪਣਾ ਇੱਥੋਂ ਫੂਡ ਵਗੈਰਾ ਇਕੱਠਾ ਜਾਂ ਸਾਡੇ ਕੋਲ ਜਿੰਨਾ ਕੁ ਹੈਗਾ ਵਾ, ਤੇ ਉਹ ਕਰਕੇ ਜਿਹੜਾ ਸੰਬੰਧਿਤ ਵਿਭਾਗ ਆ ਉਹਦੇ ਨਾਲ ਗੱਲਬਾਤ ਕਰਕੇ, ਤੇ ਜਿੱਦਾਂ ਚੌਪਰ ਜਾਂ ਹੈਲੀਕਾਪਟਰ ਦਾ ਕੋਈ ਹੋਰ ਅਰੇਂਜਮੈਂਟ ਕਰਕੇ, ਤੇ ਅਸੀਂ ਉੱਥੇ ਜਿੰਨਾ ਵੀ ਜਲਦੀ ਹੋ ਸਕਦਾ ਆ ਅਸੀਂ ਕੋਸ਼ਿਸ਼ ਕਰਕੇ ਤੇ ਉੱਥੇ ਅਸੀਂ ਇਸ ਕੰਮ ਤੇ ਅਸੀਂ ਸ਼ੁਰੂ ਹੋ ਗਏ। ਸਾਡੇ ਬੰਦੇ ਅਸੀਂ ਆਲਰੇਡੀ ਇਹਦੇ ਤੇ ਬੰਦੇ ਲਾ ਦਿੱਤੇ ਆ ਜੀ। ਲੰਗਰ ਵੀ ਤਿਆਰ ਕਰਵਾਉਣਾ ਸ਼ੁਰੂ, ਲੰਗਰ ਤਿਆਰ ਹੋਣਾ ਚਾਹੀਦਾ। ਲੰਗਰ ਉਹੋ ਜਿਹਾ ਹੀ ਤਿਆਰ ਕਰੀਏ ਵੀ ਜਿਹੜਾ ਮੰਨ ਲਓ ਵੀ ਜਾਂ ਲੇਟ ਥੋੜਾ ਜਿਹਾ ਪਹੁੰਚੇ, ਖਰਾਬ ਨਾ ਹੋਵੇ, ਪ੍ਰਸ਼ਾਦਿਆਂ ਨਾਲੋਂ ਚੌਲ ਵਗੈਰਾ ਜਾਂ ਕੁਝ ਵੀ ਜਿਹੜਾ ਤੁਸੀਂ ਮੁਨਾਸਬ ਸਮਝੋ, ਤੇ ਆਪਾਂ ਇਹਨੂੰ ਆਰਗੇਨਾਈਜ਼ ਕਰੀਏ ਜੀ। ਜੀ ਬਿਲਕੁਲ ਜੀ। ਇੱਥੇ ਕਿਉਂਕਿ ਸਾਡੇ ਕੋਲ ਪਹਿਲਾਂ ਹੀ ਤੁਹਾਨੂੰ ਪਤਾ ਇੱਥੇ ਜਿੱਦਾਂ ਦੇਸ਼ ਪੰਜਾਬ ਤੋਂ ਆਏ ਲੋੜਵੰਦ ਪਰਿਵਾਰਾਂ ਵਾਸਤੇ, ਇੰਟਰਨੈਸ਼ਨਲ ਸਟੂਡੈਂਟ ਵਾਸਤੇ ਪੈਕਿੰਗ ਵਗੈਰਾ ਹੁੰਦੀ ਆ, ਉਹੋ ਹੀ ਅਸੀਂ ਚਾਹੁੰਦੇ ਹਾਂ ਕਿ ਜਿੱਦਾਂ ਉਹ ਪੈਕਿੰਗ ਚੌਲਾਂ ਦੀ ਤੇ ਇਦਾਂ ਵਿੱਚ ਪਾ ਕੇ ਥੋੜਾ ਜਿਹੜੀ ਚੀਜ਼ ਬਣਾ ਕੇ ਉਸ ਹਿਸਾਬ ਦੇ ਨਾਲ ਤੇ ਉਹ ਰੈਡੀ ਕਰ ਲਈਏ, ਤੇ ਜਦ ਤੱਕ ਇੰਤਜ਼ਾਮ ਹੋ ਜਾਵੇ ਤੇ ਫਿਰ ਨਾਲ ਦੀ ਨਾਲ ਹੀ ਅਸੀਂ ਫਿਰ ਉੱਥੇ ਪਹੁੰਚਾ ਦਈਏ, ਕਿਉਂਕਿ ਇੱਥੋਂ ਬਹੁਤਾ ਦੂਰ ਤਾਂ ਹੈ ਨਹੀਂ, ਚਲਾਵੈਕ ਤੱਕ ਤਾਂ ਰੋਡ ਵੀ ਖੁੱਲਾ ਹੈਗਾ ਆ। ਬਿਲਕੁਲ। ਤੇ ਉਹ ਤੋਂ ਅੱਗੇ ਵੀ ਕਿਉਂਕਿ ਸਾਨੂੰ ਰੂਟਾਂ ਦਾ ਪਤਾ ਵੀ ਆ, ਕਿਉਂਕਿ ਅਸੀਂ ਖੁਦ ਵੀ ਟਰੱਕਰ ਆ, ਸਾਨੂੰ ਪਤਾ ਲੋਕਲ ਹੋਰ ਕਿੱਥੋਂ ਦੀ ਘੁੰਮਾ ਕੇ ਜਾ ਸਕਦੇ ਅਸੀਂ ਉੱਥੇ, ਤੇ ਅਸੀਂ ਉਹ ਵੀ ਕੋਸ਼ਿਸ਼ ਹੋਊਗੀ ਜੇ ਕੋਈ ਰੋਡ ਖੁੱਲਾ ਮਿਲੂਗਾ। ਤੇ ਬਾਕੀ ਆ ਸੰਬੰਧਿਤ ਵਿਭਾਗ ਦੇ ਨਾਲ ਵੀ ਗੱਲਬਾਤ ਚੱਲ ਰਹੀ ਆ ਸਾਡੇ ਸਿੰਘਾਂ ਦੀ, ਤੇ ਜਿੰਨਾ ਛੇਤੀ ਹੋ ਸਕਦਾ, ਤੇ ਗੁਰੂ ਨਾਨਕ ਸਾਹਿਬ ਗੁਰਦੁਆਰਾ ਸਰੀ ਡੈਲਟਾ ਵੱਲੋਂ ਇਹ ਉਪਰਾਲਾ ਜਿਹੜਾ ਸ਼ੁਰੂ ਹੋ ਗਿਆ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ। ਤੇ ਫੋਨ ਨੰਬਰ ਜੇ ਨੋਟ ਕਰਨੇ ਆ 598-1300, ਤੇ ਮੁੱਖ ਸੇਵਾ ਵਾਲਾ ਜਿੱਦਾਂ ਨੰਬਰ ਜਥੇਦਾਰ ਸਾਹਿਬ ਦਾ 725-1525, ਇਹਨਾਂ ਨੰਬਰਾਂ ਦੇ ਉੱਤੇ ਸੰਪਰਕ ਕਰਕੇ ਨਾਲ ਇਹ ਟੀਮ ਦੇ ਹਿੱਸਾ ਬਣਨ ਵਾਸਤੇ, ਤੇ ਬਿਲਕੁਲ ਤੂਰ ਸਾਹਿਬ ਦੇ ਨਾਲ ਉਹਨਾਂ ਦੀ ਲੋੜਵੰਦਾਂ ਦੀ ਮਦਦ ਵਾਸਤੇ ਪਹੁੰਚ ਸਕੀਏ। ਜੋ ਗੁਰੂ ਨਾਨਕ ਸਾਹਿਬ ਜੀ ਦਾ ਸਾਨੂੰ ਸੰਦੇਸ਼ ਆ ਉਹਦੇ ਉੱਤੇ ਆਪਾਂ, ਕਿਉਂਕਿ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਵੀ ਆ ਰਿਹਾ, ਬਿਲਕੁਲ, ਤੇ ਉਹ ਉਦਾਂ ਹੀ ਆਪਾਂ ਕੀਰਤਨ ਕਰਨਾ, ਉਹ ਮਨਾਉਣ ਦੇ ਨਾਲ ਨਾਲ ਆਪਾਂ ਜਿਹੜਾ ਅਸਲੀ ਗੁਰੂ ਨਾਨਕ ਸਾਹਿਬ ਜੀ ਨੇ ਲੋੜਵੰਦਾਂ ਤੱਕ ਜੋ ਜ਼ਰੂਰਤ ਰਸਤਾ ਪਾਣੀ ਪਹੁੰਚਾਉਣ ਦੀ ਜਿਹੜਾ ਆਪਾਂ ਨੂੰ ਸੰਦੇਸ਼ ਦਿੱਤਾ ਗਿਆ, ਇਹਦੇ ਤੇ ਆਰਗੇਨਾਈਜ਼ ਹੋਣਾ ਚਾਹੀਦਾ ਜੀ। ਇਹ ਬੇਨਤੀ ਕਰਨ ਵਾਸਤੇ ਅਸੀਂ ਤੁਹਾਨੂੰ ਫੋਨ ਕੀਤਾ ਜੀ। ਧੰਨਵਾਦ ਜੀ ਤੂਰ ਸਾਹਿਬ, ਧੰਨਵਾਦ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਹੋਰ ਵੀ ਗੁਰਦੁਆਰਾ ਸਾਹਿਬਾਨ ਜਿੰਨੇ ਵੀ ਨੇ ਸਾਰਿਆਂ ਨੂੰ ਮੈਂ ਬੇਨਤੀ ਕਰਦਾ, ਮੁੱਖ ਸੇਵਾਦਾਰ ਜਿੰਨੇ ਵੀ ਸੁਣਦੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਆਰਗੇਨਾਈਜ਼ ਕਰੋ। ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਤੋਂ, ਦੂਖ ਨਿਵਾਰਨ ਗੁਰਦੁਆਰਾ ਸਾਹਿਬ ਤੋਂ, ਸਾਰਿਆਂ ਨੂੰ, ਜਾਂ ਜਿੰਨੇ ਵੀ ਸਰੀ ਦੇ ਹੋਰ ਗੁਰਦੁਆਰਾ ਸਾਹਿਬ ਨੇ, ਸਿੰਘ ਸਭਾ ਹੈ, ਤੇ ਜਿਹੜੇ ਵੀ ਪਹਿਲਾਂ ਸੇਵਾਵਾਂ ਦੇ ਵਿੱਚ ਸ਼ਾਮਲ ਹੁੰਦੇ ਨੇ, ਇਹਨੂੰ ਆਰਗੇਨਾਈਜ਼ ਆਪਾਂ ਛੇਤੀ ਕਰੀਏ।
ਤੇ ਕੋਈ ਵੱਡੀ ਕਹਾਣੀ ਨਹੀਂ, ਉਹਦਾ ਪਤਾ ਸੰਬੰਧਿਤ ਮੈਂ ਵੀ ਪ੍ਰੋਗਰਾਮ ਤੋਂ ਬਾਅਦ ਪਤਾ ਕਰਦਾ ਵੀ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਉਹਨਾਂ ਦੇ ਚੌਪਰ ਨੇ ਉਹ ਜਾਂ ਸਰਕਾਰ ਪ੍ਰੋਵਾਈਡ ਕਰ ਸਕਦੀ ਹੈ। ਅਸੀਂ ਲੰਗਰ ਪ੍ਰੋਵਾਈਡ ਕਰ ਦਈਏ। ਵਿਕਟੋਰੀਆ ਵਾਲੇ ਸੁਣਦੇ ਨੇ, ਉਹਨਾਂ ਨੂੰ ਚਾਹੀਦਾ ਹੈ ਕਿ ਰੈਸਕਿਊ ਦੇ ਲਈ ਉਹਨਾਂ ਕੋਲ ਜਿਹੜੇ ਕੈਨੇਡੀਅਨ ਮਿਲਟਰੀ ਦੇ ਚੌਪਰ ਹੈਗੇ ਨੇ ਉਹਨਾਂ ਦੇ ਵਿੱਚ ਵੱਡੇ ਜਿਹਦੇ 'ਚ ਉਹਨਾਂ ਨੇ ਰੈਸਕਿਊ ਕੀਤੇ ਨੇ ਉਹਦੇ ਵਿੱਚ ਹੀ ਰੱਖ ਕੇ ਸਮਾਨ ਚਿਲਾਬੈਕ ਤੱਕ ਪਹੁੰਚੇ। ਚਿਲਾਬੈਕ ਏਅਰਪੋਰਟ ਦੇ ਨਾਲ ਹੀ ਉੱਥੇ ਤੱਕ ਪਹੁੰਚ ਜਾਵੇ ਅਤੇ ਉੱਥੋਂ ਉਹਨੂੰ ਲੋਡ ਕਰਕੇ ਹੋਪ ਪਹੁੰਚਾ ਦਈਏ। ਅਤੇ ਕੋਈ ਵੱਡਾ ਕੰਮ ਨਹੀਂ ਹੈ, 2 ਘੰਟੇ ਦਾ ਕੰਮ ਆ। ਪ੍ਰਸ਼ਾਦਾ ਇੱਥੇ ਤਿਆਰ ਹੋ ਜਾਵੇ। ਬਿੱਟੂ ਜੀ ਲਾਈਨ ਨੰਬਰ 3। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਗਿੱਲ ਸਾਹਿਬ ਇੱਦਾਂ ਵੀ USA 'ਚ ਪਤਾ ਨਹੀਂ ਮੈਨੂੰ ਕਿਸੇ ਨੇ ਦੱਸਦਾ ਕਿ ਨਹੀਂ, ਇੱਧਰ ਨੂੰ ਜਦੋਂ ਆਪਾਂ I-5 ਸਾਊਥ ਨੂੰ ਤੇ ਖੁੱਲਾ, ਨਾਰਥ ਬਾਉਂਡ ਨੂੰ ਜਦੋਂ ਇੱਥੇ ਫਰੰਡੇ ਲਾਉਣੇ ਨਾ ਰਿਵਰ ਦੇ ਲਾਗੇ, ਇਹ I-5 ਬੰਦ ਹੋਇਆ ਆ। ਸੋ ਤੁਸੀਂ ਤੁਹਾਡਾ ਕਿਉਂਕਿ ਦੂਰ ਤੱਕ ਪ੍ਰੋਗਰਾਮ ਸੁਣਦੇ, ਜਿਹੜੇ ਵੀ ਕੋਈ ਟਰੱਕ ਪਿੱਛੇ ਆਉਂਦੇ ਆ ਵੀਰ, ਉਹ ਡਿਲੇ ਲਈ ਤਿਆਰ ਰਹਿਣ ਜਾਂ ਫਿਰ ਉਹਨਾਂ ਨੂੰ ਬਦਲਾਵਾਂ ਰੋਡ ਵਰਚੁਅਲ ਲੰਡਨ ਰੋਡ ਪੈ ਕੇ ਫੇਰ ਉਹ I-5 ਤੇ ਪੈ ਸਕਦੇ, ਕਿਉਂਕਿ ਟਾਊਨ ਦੇ ਵਿੱਚ ਵੀ ਪਾਣੀ ਰਿਵਰ ਦੇ ਥੱਲੇ ਭਰ ਗਿਆ, ਉਹ ਵੀ ਬੰਦ ਆ। ਤੇ I-5 ਵੀ ਜਿਹੜਾ ਮੇਨ ਸਟਰੀਟ ਦਾ ਐਗਜ਼ਿਟ ਆ ਉਹ 262 ਪੈਂਦਾ ਆ ਨਾਰਥ ਨੂੰ, ਜਦੋਂ ਉਹਨੇ ਪਹਿਲਾਂ ਹੀ ਬੰਦ ਕੀਤਾ ਉਹਨਾਂ ਨੇ ਸਲੇਡਰ ਰੋਡ ਤੋਂ ਪਿੱਛੇ ਹੋਏ। ਸੋ ਬਹੁਤ ਜ਼ਿਆਦਾ ਹੈਵੀ ਟ੍ਰੈਫਿਕ ਆ। ਜਾਂ ਬੈਲਿੰਗਹੈਮ ਤੋਂ ਆਪਣੇ ਗੁਰਦੁਆਰਾ ਸਾਹਿਬ ਕੋਲ ਆ ਕੇ ਬਿਰਚਵੇ ਤੇ ਆ ਕੇ ਉੱਧਰ ਨਿਕਲਣਾ, ਨਹੀਂ ਫਿਰ ਆਪਣਾ 264 ਵਾਲਾ ਬਾਰਡਰ ਨਿਕਲ। ਹਾਂਜੀ, ਕਿਉਂਕਿ I-5 ਤੋਂ ਬੰਦ ਆ ਆਪਣੇ ਸਲੇਡਰ ਤੋਂ ਪਹਿਲਾਂ ਬੰਦ ਕੀਤਾ ਆ। ਸੋ ਉੱਥੋਂ ਪਹਿਲਾਂ ਬਦਲਵਾਂ ਰੋਡ ਲੈ ਕੇ ਤੇ ਆਪਣੇ ਮਰੀਡੀਅਨ ਤੇ ਪੈ ਜਾਓ, ਫਿਰ ਜਾਂ ਵਰਚੁਅਲ ਲੰਡਨ ਰੋਡ ਲੈ ਕੇ ਇੱਥੋਂ ਫਿਰ I-5 ਤੇ ਦੁਬਾਰਾ ਪੈ ਸਕਦੇ ਆ ਜਿਹਨੇ ਹੁਣ ਹੈਮਸਵੋਰਡ ਨੂੰ ਜਾਣਾ। ਹਾਂਜੀ ਹਾਂਜੀ, ਕਿਉਂਕਿ ਬਹੁਤ ਜ਼ਿਆਦਾ ਹੈਵੀ ਟ੍ਰੈਫਿਕ ਆ। ਤਾਂ ਪਹਿਲਾਂ ਹੀ ਮੇਰੇ ਵੀਰ ਜਿਹੜੇ ਆਉਂਦੇ ਪਿੱਛੋਂ, ਕਿਉਂਕਿ ਤੁਹਾਡਾ ਰੇਡੀਓ ਦੂਰ ਤੱਕ ਸੁਣਦੇ ਨਾ, ਲਾਂਪੀਆ ਤੱਕ ਚੱਲ ਜਾਂਦਾ। ਠੀਕ ਹੈ ਜੀ। ਤਾਂ ਮੈਂ ਕਿਹਾ ਵੀ ਦੱਸ ਦਿੰਦੇ ਗੱਲ ਸਾਨੂੰ। ਧੰਨਵਾਦ ਬਿੱਟੂ ਜੀ, ਧੰਨਵਾਦ ਬਾਈ ਜੀ, ਧੰਨਵਾਦ ਬਹੁਤ ਬਹੁਤ। ਲਓ ਜੀ, ਸੁਣਿਓ, ਜਿਹੜਾ ਨਾਰਥ ਬਾਉਂਡ ਆ ਰਹੇ ਹੋ ਘਰ ਨੂੰ ਅਮਰੀਕਾ ਤੋਂ, ਉਹ ਜਾਂ ਤਾਂ ਹੁਣ ਮੈਨੂੰ ਨਹੀਂ ਪਤਾ ਵੀ ਇਹ ਤੁਹਾਡਾ ਕਸਟਮ ਦਾ ਵੀ ਸਿਸਟਮ ਹੁੰਦਾ ਵੀ ਤੁਸੀਂ ਟਰੱਕ ਵਾਲਾ ਬਾਰਡਰ ਜਿਹੜਾ ਪੈਸੀਫਿਕ ਕ੍ਰੋਸਿੰਗ ਵਾਲਾ ਉਹਦੇ 'ਤੇ ਜੇ ਆਉਣਾ ਤਾਂ ਫਿਰ ਮਰੇਡੀਅਨ ਲਾਓ, ਮਰੇਡੀਅਨ ਤੋਂ ਬਰਚਵੇ ਨੂੰ ਆਓ, ਬਰਚਵੇ ਤੋਂ ਆ ਕੇ ਦੁਬਾਰਾ I-5 'ਚ ਪੈ ਜਾਓ। ਫਰਨਡੇਲ ਦੇ ਕੋਲ ਬੰਦ ਹੈ। ਅਤੇ ਜਿਹੜੇ ਸੁਮਸ ਅਤੇ 264 ਨੂੰ ਹੀ ਨਿਕਲ ਸਕਦੇ ਆ ਤਾਂ ਫਿਰ ਉਹ ਉੱਥੋਂ ਹੀ ਬੈਲਿੰਗਹੈਮ ਤੋਂ ਉਹਨੂੰ ਨਿਕਲ ਜਾਓ, ਮਰੇਡੀਅਨ ਪੈ ਕੇ 264 ਨੂੰ ਆ ਜਾਓ। ਨਹੀਂ ਤਾਂ ਫਿਰ ਉੱਥੋਂ ਸੁਮਸ ਨੂੰ ਜਾਣਾ ਤਾਂ ਸੁਮਸ ਨੂੰ ਜਾ ਸਕਦੇ ਹੋ। ਬਾਕੀ ਤੁਹਾਨੂੰ ਬੈਟਰ ਪਤਾ। ਪਲਿੰਦਰਪਾਲ ਸਿੰਘ ਜੀ ਲਾਈਨ ਨੰਬਰ 1। ਪ੍ਰਿੰਸ ਜਾਰਜ ਤੇ ਪ੍ਰਿੰਸ ਰੋਪੜ ਦਾ ਕੀ ਹਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਇੱਦਾਂ ਠੀਕ ਆ। ਉਹੀ ਲਿਟਨ ਕੋਲੇ ਹੈਗਾ ਹੀ ਇੱਕ ਜਿਹੜਾ ਮੇਨ ਉਹੀ ਆ ਰਿਹਾ ਵਾ ਵੀ ਉੱਥੋਂ ਸਾਰਾ ਬੰਦ ਆ, ਉਦੋਂ ਪਿੱਛੇ ਤੱਕ ਤਾਂ ਠੀਕ ਆ ਸਾਰਾ। ਤੇ ਤੁਹਾਡੇ ਸ਼ਹਿਰ 'ਚ? ਹਾਂਜੀ, ਇੱਥੇ ਠੀਕ ਆ ਜੀ। ਇੱਥੇ ਬਸ ਮੀਂਹ ਆ ਆਮ ਦੇ ਤੌਰ ਜਿਵੇਂ ਪੈਂਦਾ ਵਾ, ਤੇ ਮੀਂਹ ਆ, ਪਰ ਬਾਕੀ ਕੋਈ ਐਵੇਂ ਦਾ ਕੋਈ ਹਾਲਾਤ ਨਹੀਂ ਹੈਗੇ। ਠੀਕ ਹੈ। ਤੇ ਬਾਕੀ ਮੈਂ ਇੱਕ ਛੋਟੀ ਜਾਣਕਾਰੀ ਸਾਂਝੀ ਕਰਨੀ ਸੀਗੀ ਜੀ, ਵੀ ਜੇ ਚੌਪਰ ਦਾ ਕਰਨਾ ਨਾ ਤਾਂ ਟਰਾਈ ਕਰੋ, ਜਿਹੜੇ ਬੰਦੇ ਥੋੜਾ ਜਿਹਾ ਹੋਰ ਕਰ ਸਕਦੇ ਆ। ਹੋਪ ਦੀ ਇੱਕ ਆਪਦੀ ਲੋਕਲ ਕੰਪਨੀ ਆ, ਉਹ ਬੈਟਰ, ਉਹਨੂੰ ਪਲੇਸਾਂ ਵੀ ਜ਼ਿਆਦਾ ਪਤਾ ਹੋਣਗੀਆਂ ਤੇ ਉਹ ਮੇਰੇ ਹਿਸਾਬ ਨਾਲ ਬੈਟਰ ਕਰ ਸਕਦੇ ਆ, ਛੇਤੀ ਪ੍ਰੋਵਾਈਡ ਕਰ ਸਕਦੇ ਆ। ਉਹਨਾਂ ਨਾਲ ਟਰਾਈ ਕਰਿਓ। ਹੋਪ ਦੇ ਹੀ ਗੂਗਲ ਤੇ ਸਰਚ ਮਾਰ ਕੇ ਆਣਾ, ਹੋਪ ਦੀ ਲੋਕਲ ਕੰਪਨੀ ਹੈ ਜੀ ਚੌਪਰ ਵਾਲੀ ਹੈਲੀਕਾਪਟਰ ਦੀ। ਵੈਰੀ ਗੁੱਡ, ਵੈਰੀ ਗੁੱਡ, ਧੰਨਵਾਦ, ਬਹੁਤ ਬਹੁਤ ਧੰਨਵਾਦ। ਲਾਈਨ ਨੰਬਰ 2 ਰਣਜੀਤ ਜੀ। ਹਾਂਜੀ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਥੋੜਾ ਜਿਹਾ ਉਹ ਸੀਗਾ ਸੁਜੈਸ਼ਨ ਕਿ ਆਪਾਂ ਅਗਰ ਜਿਵੇਂ ਡਰਾਈ ਫਰੂਟ ਹੁੰਦਾ ਹੈ, ਲਾਈਕ ਜਿਵੇਂ ਐਨਰਜੀ ਬਾਰ ਵਗੈਰਾ, ਇਸ ਸਭ ਦਾ ਮਤਲਬ ਕਿ ਇਹ ਥੋੜਾ ਜ਼ਿਆਦਾ ਦੇਰ ਚੱਲ ਵੀ ਸਕਦਾ ਹੈ, ਰਾਈਟ, ਔਰ ਜ਼ਿਆਦਾ ਕੁਆਂਟੀਟੀ ਵਿੱਚ ਵੀ ਪਹੁੰਚ ਸਕਦਾ ਹੈ। ਬਿਲਕੁਲ ਠੀਕ। ਹਾਂਜੀ, ਅਗਰ ਐਸਾ ਕੁਝ ਉਪਰਾਲਾ ਹੈ ਤਾਂ ਅਸੀਂ ਵੀ ਆਪਣਾ ਨਾਰਮਲ ਜਿਹੜਾ ਪਬਲਿਕ ਹੈ ਉਹ ਵੀ ਕਰ ਸਕਦੀ ਹੈ ਵਿੱਚ। ਬਿਲਕੁਲ ਠੀਕ ਹੈ, ਬਹੁਤ ਵਧੀਆ, ਬਹੁਤ ਵਧੀਆ। ਇੱਕ ਹੋਰ ਗੱਲ ਕਰਨੀ ਸੀਗੀ ਵੀ ਅੱਜ ਕੱਲ ਜਿਵੇਂ ਕਲਾਈਮੇਟ ਜਿਵੇਂ ਚੇਂਜ ਹੋ ਰਿਹਾ ਤਾਂ ਸਭ ਨੂੰ ਆਪਣੀ ਗੱਡੀ ਵਿੱਚ ਥੋੜਾ ਜਿਹਾ ਨਾ ਫੂਡ, ਜਿਵੇਂ ਡਰਾਈ ਫਰੂਟਸ, ਐਨਰਜੀ ਬਾਰ, ਵਾਟਰ, ਇਹ ਸਭ ਹੁਣ ਰੱਖਣ ਦੀ ਲੋੜ ਹੈ। ਮੈਨੂੰ ਲੱਗਦਾ ਕਿ ਤੁਹਾਡੇ ਕੋਲ ਥੋੜਾ ਜਿਹਾ। ਹਾਂਜੀ, ਧੰਨਵਾਦ ਜੀ, ਧੰਨਵਾਦ, ਥੈਂਕ ਯੂ। ਦੇਖੋ, ਜੇ ਤੁਸੀਂ ਆਊਟ ਆਫ ਸਿਟੀ ਜਾ ਰਹੇ ਹੋ ਤੇ ਵਿੰਟਰ ਦੇ ਸਮੇਂ, ਉਹ ਤਾਂ ਵੈਸੇ ਹੀ ਤੁਹਾਡੇ ਕੋਲ 5-4 ਦਿਨ ਦਾ ਤੁਹਾਡੀ ਗੱਡੀ 'ਚ ਸਮਾਨ ਚਾਹੀਦਾ, ਜਿੰਨੇ ਡਰਾਈ ਫਰੂਟ, ਐਨਰਜੀ ਬਾਰ, ਪਾਣੀ, ਕੰਬਲ, ਸੌਕਸ, ਹੋਰ ਠੰਡ ਦਾ ਜਿਹੜੇ ਕੱਪੜੇ ਨੇ, ਤੇ ਘੱਟੋ ਘੱਟ ਈਵਨ ਗੈਸ ਦੀ ਵੀ ਇੱਕ ਜੈਰੀ ਕੈਨ ਆ ਜਿਹੜੀ, ਉਹ ਤੁਹਾਡੇ ਕੋਲ ਚਾਹੀਦੀ। ਜੇ ਆਖਰੀ ਜਾਂ ਤੁਹਾਨੂੰ ਪਤਾ, ਮੰਨ ਲਓ ਵੀ ਹੋਪ ਤੋਂ ਹੀ ਤੁਸੀਂ ਅੱਗੇ ਨੂੰ ਚੱਲੇ ਹੋ, ਕੁਛ ਵੀ ਨਹੀਂ ਪਤਾ ਕੀ ਹੋਣਾ,
ਕੀ ਨਹੀਂ ਹੋਣਾ। ਇੱਥੇ ਕੋਈ ਵੈਦਰ ਫੋਰਕਾਸਟ ਹੈ ਜਿਹੜੀ ਉਹ ਸਭ ਫੇਲ ਹੋ ਜਾਂਦੀ ਹੈ। ਜਿਹੜੀ ਵਾਰਨਿੰਗ ਸੀ, ਰੇਨਫਾਲ ਵਾਰਨਿੰਗ ਤਾਂ ਬਹੁਤ ਵਾਰ ਇੱਥੇ ਆਉਂਦੀ ਹੈ, ਪਰ ਜਿਵੇਂ ਹੀ ਇਹ ਸੈਟਰਡੇ ਤੋਂ ਬਾਅਦ ਬਦਲਿਆ 250 ਮਿਲੀਮੀਟਰ ਜਿਹੜਾ ਹੈ ਉਹ ਮੀਂਹ ਪਿਆ। 180 ਤੋਂ 250 ਵੱਧ ਤੇ ਘੱਟ ਜਿੱਥੇ ਪੈਣਾ। ਅਤੇ ਸੋ ਇਹਦੇ 'ਤੇ ਹੁਣ ਸਾਰੇ ਪਲੀਜ਼ ਔਰਗੇਨਾਈਜ਼ ਕਰੀਏ ਆਪਾਂ ਇੱਕ ਦੂਜੇ ਦੇ ਨਾਲ। ਅਤੇ ਜਿਹੜੀ ਗੱਲ ਭੁਲਿੰਦਰਪਾਲ ਨੇ ਕਿਹਾ ਵੀ ਉੱਥੇ ਦੀ ਹੋਪ ਦੀ ਕੋਈ ਜਿਹੜੀ ਚੌਪਰ ਵਾਲੀ ਕੰਪਨੀ ਹੈ ਉਹਦੇ ਨਾਲ ਕੰਟੈਕਟ ਹੋਵੇ, ਸਾਰਿਆਂ ਨੇ ਆਪਣੇ ਆਪਣੇ ਤੌਰ 'ਤੇ ਲੱਭ ਲੈਣਾ ਅਤੇ ਇੱਕ ਚੌਪਰ ਲੱਭ ਕੇ ਜਾਂ ਸਰਕਾਰ ਹੀ ਦੇ ਸਕਦੀ ਹੈ, ਔਰਗੇਨਾਈਜ਼ ਕੀਤਾ ਜਾਵੇ ਖਾਣਾ, ਅਤੇ ਖਾਣਾ ਉਹਨਾਂ ਕੋਲ ਪਹੁੰਚਦਾ ਹੋਵੇ। ਸਭ ਤੋਂ ਪਹਿਲੀ ਗੱਲ ਇਹ ਹੈ। ਅਤੇ ਚਿਲਾ ਬੈਕ ਦੇ ਉੱਪਰ ਸੜਕ ਮੇਰਾ ਖਿਆਲ ਮੱਡ ਸਲਾਈਡ ਹੋਇਆ ਹੋਣਾ, ਸ਼ਾਇਦ ਜੇ ਖੁੱਲ੍ਹ ਜਾਏ ਹੋਪ ਤੱਕ ਗੱਡੀਆਂ ਜਾਣ ਲੱਗ ਜਾਣ ਤਾਂ ਬਹੁਤ ਸੌਖਾ ਹੋ ਜਾਏਗਾ। ਸਾਡੇ ਜਿਹੜੇ ਨੇ ਸਾਰਿਆਂ ਦੇ ਸੁਨੇਹੇ ਆ ਰਹੇ ਨੇ, ਸੁਨੇਹਿਆਂ ਦੇ ਵਿੱਚੋਂ ਆਪਾਂ ਇਹਨੂੰ ਕੋਸ਼ਿਸ਼ ਕਰੀਏ ਕਿ ਇਹਨੂੰ ਔਰਗੇਨਾਈਜ਼ ਕਰਕੇ ਘੱਟੋ ਘੱਟ 3 ਜਿਹੜੇ ਸਪੌਟ ਨੇ, ਮੈਨਕ ਪਾਰਕ ਦਾ ਏਰੀਆ, ਹਾਈਵੇ 5 'ਤੇ ਜਿੱਥੇ ਖੜ੍ਹੇ ਨੇ ਟਰੱਕਰ ਤਾਂ ਕਾਰਾਂ ਖੜ੍ਹੀਆਂ ਨੇ, ਅਤੇ ਨਾਲ ਹੀ 1 'ਤੇ ਜਿਹੜਾ ਲਿਟਨ ਦੇ ਨੇੜੇ ਜਿੱਥੇ ਵੀ ਜਿੱਥੇ ਤੱਕ ਪਹੁੰਚ ਹੋ ਸਕਦੀ ਆ ਉਸ ਦੀ ਗੱਲਬਾਤ ਆਪਾਂ ਕਰੀਏ। ਹੋਰ ਤੁਹਾਡੇ ਸੁਝਾਅ ਸਰਦਾਰ ਅਮਰਜੀਤ ਸਿੰਘ ਸੰਧੂ ਜੀ, ਲਾਈਨ ਨੰਬਰ 1। ਹਾਂਜੀ ਸਰਦਾਰ ਹਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ। ਮੈਂ ਤੁਹਾਡੀ ਹੈਲਪ ਕਰ ਸਕਦਾ ਇੱਕ? ਜੀ ਦੱਸੋ। ਮੇਰੇ ਭਾਂਜੇ ਕੋਲੇ ਹੁਣ ਤੇ ਵੈਸੇ ਹੈ ਨਹੀਂ, ਪਹਿਲਾਂ 2 ਹੈਲੀਕਾਪਟਰ ਸੀ ਉਹਦੇ ਕੋਲੇ। ਹਾਂਜੀ। ਤੇ ਉਹਨਾਂ ਦੇ ਦੋਸਤ ਦੀ ਕੰਪਨੀ ਹੈਗੀ ਆ। ਹੁਣੇ ਪਤਾ ਕਰੋ ਜੀ। ਮੈਂ ਕਰ ਲਿਆ ਪਤਾ ਉਹ ਤੋਂ। ਹਾਂਜੀ। ਮੈਂ ਇਸੇ ਕਰਕੇ ਕਰ ਰਿਹਾ ਸੀ ਗੱਲ ਉਹਦੇ ਨਾਲ। ਉਹ ਇੰਜੀਨੀਅਰ ਹੈਗਾ ਆਪਣੇ ਜਿੱਥੇ ਲੈਂਗਲੀ ਜਿਹੜਾ ਹੈਂਗਰ ਹੈ ਨਾ, ਹਾਂਜੀ, ਇੱਥੇ ਆ। ਤੇ ਮੈਂ ਹੁਣੇ ਉਹਦੇ ਨਾਲ ਗੱਲ ਕੀਤੀ ਆ ਜੀ। ਉਹ ਕਹਿੰਦਾ ਵੀ ਮੇਰੇ ਨਾਲ ਉਹ ਗੁਰਦੁਆਰੇ ਵਾਲੇ ਸਾਹਿਬ ਵਾਲੇ ਉਹ ਲਿੰਕ ਕਰ ਲੈਣ ਤੇ ਉਹ $1000 ਘੰਟੇ ਦਾ ਲੈਂਦਾ। ਅੱਛਾ ਜੀ। ਤੇ ਮੈਂ ਆਪਣੇ ਦੋਸਤ ਨਾਲ ਗੱਲ ਕਰ ਲਾਂ, ਉਹਦੀ ਕੰਪਨੀ ਹੈਗੀ ਆ ਉੱਥੇ ਹੀ ਆ, ਕਿਉਂਕਿ ਬਹੁਤ ਸਾਲਾਂ ਤੋਂ ਕੰਮ ਕਰ ਰਿਹਾ ਉੱਥੇ। ਪਹਿਲਾਂ ਇਹਦੀ ਕੰਪਨੀ ਆਪਣੀ ਸੀ। ਠੀਕ ਹੈ ਜੀ। ਤੇ ਤੁਸੀਂ ਆਹ ਨੰਬਰ ਮੈਂ ਤੁਹਾਨੂੰ ਆਫ ਦਾ ਏਅਰ ਦੇ ਦਿੰਦਾ ਉਹਦਾ, ਤੇ ਰਾਜ ਭੱਟੀ ਉਹਦਾ ਨਾਮ ਆ। ਠੀਕ ਹੈ ਜੀ। ਰਿਸੈਪਸ਼ਨ ਤੇ ਦੇ ਦਿਓ ਤੇ ਮੈਂ ਹੁਣੇ ਪਾਸ ਆਨ ਕਰ ਦਿੰਦਾ ਜੀ। ਹਾਂ, ਉਹਨਾਂ ਨਾਲ ਗੱਲ ਕਰਕੇ ਮੇਰਾ ਨਾਂ ਲੈ ਦੇਣਾ ਅਮਰਜੀਤ ਸਿੰਘ ਸੰਧੂ ਜੀ। ਤੇ ਉਹ ਜਿੰਨੀ ਵੀ ਮਦਦ ਕਰ ਸਕਿਆ ਉਹਦਾ ਹੈਲੀਕਾਪਟਰ ਲੈ ਕੇ ਉਹ ਆਪ ਵੀ ਚਲਾ ਲੈਂਦਾ ਵੈਸੇ, ਤੇ ਉਹ ਆਪ ਕਰ ਸਕਦਾ ਜਾਂ ਉਹ ਡਰਾਈਵਰ ਭੇਜ ਸਕਦਾ ਕੋਈ ਵੀ, ਤੇ ਉਹਦੇ ਨਾਲ ਗੱਲ ਕਰਕੇ ਉਹਦਾ ਸਾਰਾ ਅਰੇਂਜ ਹੋ ਸਕਦਾ ਜੀ। ਇਹ ਤੁਸੀਂ ਆਪਣਾ ਸੈੱਲ ਦੇ ਦਿਓ ਜੀ, ਤੁਹਾਡੇ ਨਾਲ ਕੰਟੈਕਟ ਕਰ ਲੈਣ ਸੁਣਨ ਵਾਲੇ। ਮੇਰੇ ਨਾਲ ਤੇ ਕੀ ਉਹ ਸਿੱਧੀ ਤੁਸੀਂ ਉਹ ਉੱਥੇ 에ਅਰਪੋਰਟ ਤੇ ਹੀ ਆ, ਉਹਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਠੀਕ ਹੈ ਜੀ। ਤੁਸੀਂ ਆਪਣੇ ਰਿਸੈਪਸ਼ਨ ਤੇ ਲਿਖਾਇਓ, ਕਿਉਂਕਿ ਮੇਰਾ ਬੇਟਾ ਵੀ ਉੱਥੇ ਫਸਿਆ। ਠੀਕ ਹੈ ਜੀ, ਠੀਕ ਹੈ। ਮੇਰਾ ਬੇਟਾ ਕਲੋਨੇ ਗਿਆ ਸੀ ਤੇ ਬੇਟੀ ਵੀ ਗਈ ਹੈ, ਕਿਉਂਕਿ ਮੇਰੇ ਹੈਗੇ ਨੇ ਆਪਣੇ ਸਰਦਾਰ ਹਰਜੀਤ ਸਿੰਘ ਅਟਵਾਲ, ਉਹਨਾਂ ਦੀ ਬੇਟੀ ਵੀ ਉੱਥੇ ਫਸੀ, ਉਸ ਮੇਰੀ ਨੂੰਹ ਆ। ਕਰਦੇ ਹਾਂ ਜੀ ਹੁਣੇ ਆਪਾਂ, ਹੁਣੇ। ਹਾਂਜੀ ਹਾਂਜੀ ਹਾਂਜੀ। ਧੰਨਵਾਦ ਜੀ ਸਰਦਾਰ ਅਮਰਜੀਤ ਸਿੰਘ ਸੰਧੂ ਜੀ, ਗੱਲਬਾਤ ਕਰਦੇ ਸੀ। ਰੁਪਿੰਦਰ ਕੌਰ ਜੀ, ਲਾਈਨ ਨੰਬਰ 2। ਹਾਂਜੀ, ਸਤਿ ਸ਼੍ਰੀ ਅਕਾਲ ਹਰਜੀਤ ਗਿੱਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਸੋ ਮਚ, ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ। ਤੇ ਇੱਕ ਪਹਿਲਾਂ ਭਾਜੀ ਕਹਿ ਕੇ ਗਏ ਸੀਗੇ ਵੀ ਤੁਸੀਂ ਹੋਪ ਹੈਲੀਕਾਪਟਰ ਉੱਥੇ ਏਜੰਸੀ ਨਾਲ ਗੱਲ ਕਰੋ, ਹਨਾ, ਤੇ ਮੈਂ ਉੱਥੇ ਸਾਰੇ ਗੱਲਬਾਤ ਕੀਤੀ ਆ। ਉਹ ਕਹਿੰਦੇ ਅਸੀਂ ਸਿਰਫ ਐਮਰਜੈਂਸੀ ਲਈ ਅਵੇਲੇਬਲ ਹੈਗੇ ਆ। ਤੇ ਲੈਂਗਲੀ ਦੇ ਵਿੱਚ ਇੱਕ ਹੈਗੇ TRK, ਤੇ ਉਹ ਕਹਿੰਦੇ ਯਾਰ ਵੀ ਕੈਨ ਹੈਲਪ ਯੂ ਗਾਇਜ਼ ਆਊਟ। ਅਮਰਜੀਤ ਸੰਧੂ ਹੋਣੀ ਤੁਹਾਡੇ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਜੀ। ਇਹਨਾਂ ਦੇ ਭਾਣਜੇ ਉੱਥੇ ਕਿਤੇ ਮਕੈਨਿਕ ਨੇ ਆਪਣੇ ਹੈਲੀਕਾਪਟਰ ਦੀ ਕੰਪਨੀ ਦੇ ਵਿੱਚ ਲੈਂਗਲੀ 'ਚ, ਉਹ ਦੱਸਦੇ ਸੀ। ਉਹ ਕਹਿੰਦੇ ਵੀ $1000 ਘੰਟੇ ਤੇ ਉਹ ਚਾਰਜ ਕਰਦੇ ਆ, ਤੇ ਉਹ ਕਹਿੰਦੇ ਡਿਲੀਵਰ ਕਰ ਸਕਦੇ ਆ। ਮੈਂ ਤੁਹਾਨੂੰ ਨੰਬਰ ਭੇਜਦਾ ਜੀ ਉਹਨਾਂ ਦਾ ਹੁਣੇ। ਠੀਕ ਹੈ ਜੀ। ਤੇ ਦੂਜੀ ਗੱਲ ਇਹ ਹੈ ਕਿ ਮੇਰੇ ਕੋਲ ਕਾਫੀ ਫੋਨ ਕਾਲਸ ਆਈਆਂ ਨੇ ਜੀ। ਤੇ ਜਿੱਦਾਂ ਮੈਂ ਸਵੇਰੇ ਵੀ ਸ਼ੋਅ ਤੇ ਟਾਕ ਸ਼ੋਅ ਤੇ ਗੱਲਬਾਤ ਕੀਤੀ ਸੀਗੀ ਰਮਾਣਾ ਸਾਹੂਰਾਂ ਦੇ ਨਾਲ। ਅੱਛਾ ਜੀ। ਪਰ ਗੱਲ ਇਹ ਕਿ ਮੈਨੂੰ ਹੁਣ ਫੋਨ ਕਾਲਸ ਆ ਰਹੀਆਂ, ਉਹ ਕਹਿੰਦੇ ਕਿ ਅਸੀਂ ਡੋਨੇਟ ਕਰਨਾ, ਅਸੀਂ ਫੂਡ ਕਿੱਥੇ ਡਿਲੀਵਰੀ ਕਰੀਏ। ਸੋ ਮੈਂ ਹੁਣ ਓਬਵੀਅਸਲੀ ਮੈਨੂੰ ਜਿੱਦਾਂ ਤੁਹਾਨੂੰ ਤਾਂ ਪਤਾ ਹੀ ਹੈ ਕਿ ਕਈ ਸੰਸਥਾਵਾਂ ਹੈਗੀਆਂ ਨੇ, ਸੋ ਆਪਾਂ ਨੂੰ ਇਹ ਕੰਟਰੀਬਿਊਟ ਕਰਕੇ ਇਕਜੁੱਟ ਹੋ ਕੇ ਇੱਕ ਜਗ੍ਹਾ ਪਿਕ ਕਰ ਲਈਏ ਕਿ ਆਪਾਂ ਸਾਰਿਆਂ ਨੂੰ ਕਹਿ ਦਈਏ ਕਿ ਤੁਸੀਂ ਉੱਥੇ ਆ ਜਾਓ। ਬਿਲਕੁਲ ਠੀਕ। ਜਿਨ੍ਹਾਂ ਨੇ ਜੋ ਵੀ ਹਾਂਜੀ। ਸੋ ਬਿਕੋਜ਼ ਮੈਂ ਨਹੀਂ ਚਾਹੁੰਦੀ ਕਿ ਮੈਂ ਇੱਥੇ ਇਕੱਲੀ ਹੋ ਕਰਾਂ, ਕਿ ਜਿੱਥੇ ਵੀ ਆਪਣੇ ਕੋਈ ਆਰਗੇਨਾਈਜੇਸ਼ਨ ਹੈਗੀ ਆ, ਹਨਾ, ਕੋਈ ਵੀ ਆ, ਅਸੀਂ ਉਹਨਾਂ ਦਾ ਫੋਨ ਨੰਬਰ ਤੇ ਜਗ੍ਹਾ ਦਾ ਨਾਂ ਦੱਸ ਦਿੰਦੇ ਹਾਂ। ਸੋ ਸਾਰੇ ਉੱਥੇ ਆ ਕੇ ਜਿੰਨਾ ਵੀ ਦਸਵੰਧ ਉਹਨਾਂ ਨੇ ਦੇਣਾ ਆ ਜਾਂ ਫੂਡ ਡਿਲੀਵਰ ਕਰਨਾ ਆ,
ਤੇ ਉਹ ਉੱਥੇ ਕਰ ਸਕਦੇ ਆ। ਠੀਕ ਹੈ ਜੀ, ਮੈਂ ਤੁਹਾਨੂੰ ਨੰਬਰ ਮਨਵੀਰ ਦਾ ਭੇਜ ਦਾਂ ਗਰੇਵਾਲ ਦਾ, ਜਿਹੜਾ ਜਾਂ ਰਿਟਨ ਵਿੱਚ ਅਸੀਂ ਖਾਣਾ ਇਕੱਠਾ ਕਰਕੇ ਭੇਜਿਆ ਸੀ, ਤੇ ਤੁਸੀਂ ਸੁਣਦੇ ਰਹੋ ਆ ਸ਼ੋਅ, ਤੇ ਨਹੀਂ ਤਾਂ ਮੈਂ ਤੁਹਾਨੂੰ ਜਾਣਕਾਰੀ ਭੇਜਾਂਗਾ ਇੱਕ ਜਗ੍ਹਾ ਤੇ, ਜਿਸ ਤਰ੍ਹਾਂ ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਤੋਂ ਆ ਕੇ ਦੱਸ ਕੇ ਗਏ ਨੇ ਕਿ ਅਸੀਂ ਇੱਥੇ ਤਿਆਰੀ ਸ਼ੁਰੂ ਕੀਤੀ ਹੈ, ਇੱਕ ਸਪੌਟ ਕਰ ਲਈਏ ਜਿੱਥੇ ਤੁਸੀਂ ਸਾਰੇ ਇਕੱਠੇ ਹੋ ਸਕੋ। ਹਾਂਜੀ, ਇਹ ਬਿਲਕੁਲ ਸਹੀ ਗੱਲ ਹੈ, ਆਪਾਂ ਇੱਕ ਸਪੌਟ ਇਕੱਠਾ ਕਰ ਲਈਏ, ਇਕੱਠੇ ਹੋ ਜੀ ਇੱਕ ਸਪੌਟ ਤੇ ਸਾਰਿਆਂ ਲਈ ਈਜ਼ੀ ਹੋ ਜਾਊਗਾ। ਬਿਲਕੁਲ ਠੀਕ ਹੈ ਜੀ, ਜਿਵੇਂ ਵੀ ਸਾਰਿਆਂ ਦਾ ਸਲਾਹ ਹੋਊਗੀ ਮੈਂ ਹੁਣੇ ਹੀ ਜਿਹੜਾ ਉਹ ਦੱਸ ਦਿੰਦਾ ਜੀ, ਹੁਣੇ ਦੱਸਦਾ। ਠੀਕ ਹੈ ਜੀ। ਤੇ ਮੇਰੀ ਸੌਰੀ ਜਗਰੂਪ ਬਰਾੜ ਜੀ ਨਾਲ ਵੀ ਗੱਲ ਹੋਈ ਆ ਜੀ, ਉਹ ਹੀ ਇਜ਼ ਇਨ ਦ ਮੀਟਿੰਗ, ਪਰ ਮੈਨੂੰ ਉਹਨਾਂ ਨੇ ਕਿਹਾ ਕਿ ਵੀ ਅਸੀਂ ਵੀ ਟਰਾਈ ਕਰ ਰਹੀ ਹਾਂ, ਵੀ ਹੈਲਪ ਇਜ਼ ਔਨ ਦ ਵੇ, ਸੋ ਉਹਨਾਂ ਨੇ ਹਜੇ ਮੈਨੂੰ ਡਿਟੇਲ 'ਚ ਗੱਲ ਨਹੀਂ ਕੀਤੀ, ਪਰ ਹੋਪਫੁਲੀ ਉਹਨਾਂ ਵੱਲੋਂ ਵੀ ਕੁਛ ਨਾ ਕੁਛ ਹੈਲਪ ਹੋਊਗੀ ਆਪਣੇ ਲਈ। ਧੰਨਵਾਦ ਜੀ, ਬਹੁਤ ਬਹੁਤ ਰੁਪਿੰਦਰ ਕੌਰ ਜੀ, ਧੰਨਵਾਦ। ਥੈਂਕ ਯੂ ਜੀ, ਥੈਂਕ ਯੂ। ਧੰਨਵਾਦ ਜੀ। ਸ਼ਾਹ ਹਰਪਾਲ ਸਿੰਘ ਕੰਗ ਜੀ, ਲਾਈਨ ਨੰਬਰ 3। ਗਿੱਲ ਸਾਹਿਬ, ਇਸ ਕੰਮ ਲਈ ਹੁਣ ਸਭ ਤੋਂ ਜ਼ਿਆਦਾ ਜਿੱਦਾਂ ਤੁਹਾਡੇ ਰੇਡੀਓ ਸੁਣਦੇ ਉੱਥੇ ਲੋਕਲ ਕਮਿਊਨਿਟੀ ਜਾਂਦਾ ਹੋਪ ਦੇ ਵਿੱਚ ਜਿਹੜੇ ਰਹਿੰਦੇ ਆ ਆਪਣੇ ਪੰਜਾਬੀ ਪਰਿਵਾਰ ਜਾਂ ਦੂਜੇ ਆ, ਬੇਸਿਕ ਚੀਜ਼ ਲੋੜ ਆ, ਜਿੱਦਾਂ ਹੁਣ ਟਾਇਲਟ ਪੇਪਰ ਵਗੈਰਾ, ਹੋਰ ਕਲੀਨੈਸ ਪੇਪਰ ਵਗੈਰਾ, ਡਰਾਈ ਫਰੂਟ, ਇਹ ਤਾਂ ਵੈਸੇ ਉੱਥੇ ਲਾਗੇ ਵਾਲੇ ਤਾਂ ਥੋੜਾ ਬਹੁਤਾ ਤਾਂ ਜਿੰਨਾ ਵੀ ਕਰ ਸਕਦੇ ਵੱਧ ਤੋਂ ਵੱਧ ਕਰਨ, ਬਾਕੀ ਇੱਥੋਂ ਸਪਲਾਈ ਹੋ ਜਾਵੇ, ਜੇ ਉਧਰੋਂ ਉਤਲੀਆਂ ਕਾਰਾਂ ਉਹਨੂੰ ਜਿੰਨੇ ਕਿ ਚੱਲ ਸਕਦੀਆਂ ਏਦਾਂ ਹੀ ਵੰਡ ਹੋਣਾ। ਉਹਦਾ ਹੁਣੇ ਇੱਕ ਆਈ ਵੀ ਯਾਰ ਬੜਾ ਕਹਿੰਦਾ ਬੱਚੇ ਬੜੇ ਤੰਗ ਆ, ਉਹ ਤਾਂ ਇੱਥੇ ਪਾਇਲਟ ਗੈਸ ਸਟੇਸ਼ਨ ਤੇ ਹੋਪ, ਤੇ ਜਿਹੜੀਆਂ ਉਧਰ ਦੀਆਂ ਗੱਡੀਆਂ ਉਹਨੂੰ ਜਾ ਸਕਦੀਆਂ, ਮੁੜ ਕੇ ਰਸਤਾ ਹੀ ਬੰਦ ਹੋਇਆ, ਉੱਥੇ ਤੱਕ ਸਪਲਾਈ ਚੱਲ ਜਾਵੇ ਤਾਂ ਬੇਸਿਕ ਚੀਜ਼ਾਂ ਦੀ ਤਾਂ ਮੇਰੇ ਖਿਆਲ ਤਾਂ ਬਹੁਤ ਚੰਗੀ ਗੱਲ ਹੈ। ਲੋਕਲ ਕਮਿਊਨਿਟੀ ਉੱਥੇ ਦੀ ਜਿਹੜੀ ਲਾਗੇ ਛਾਗੇ ਰਹਿੰਦੀ ਹੈ ਉਹਨਾਂ ਨੂੰ ਹਮਲਾ ਮਾਰਨ ਦੀ ਲੋੜ ਹੈ, ਤੁਸੀਂ ਵੀ ਬੇਨਤੀ ਕਰੋ। ਠੀਕ ਹੈ ਤੇ ਇਹੋ ਜਿਹੇ ਔਖੇ ਟਾਈਮ ਤੇ। ਧੰਨਵਾਦ ਜੀ। ਧੰਨਵਾਦ ਜੀ ਕੰਗ ਸਾਹਿਬ। ਸੰਧੂ ਸਾਹਿਬ, ਲਾਈਨ ਨੰਬਰ 4। ਹਾਂਜੀ, ਮੈਂ ਜੀ ਇੰਨਾ ਕਹਿਣਾ ਚਾਹੁੰਦਾ, ਇੱਕ ਛੋਟਾ ਜਿਹਾ ਸੁਜੈਸ਼ਨ ਦੇਣਾ ਚਾਹੁੰਦਾ ਜੀ, ਵੀ ਜੇ ਸਪੋਜ਼ ਕਰੋ ਉਹਨਾਂ ਨਾਲ ਗੱਲ ਹੋ ਜਾਂਦੀ ਹੈ ਆਪਣੇ ਲੈਂਗਲੀ, ਤੇ ਸਾਰਾ ਫੂਡ ਉੱਥੇ ਚਲੇ ਜਾਏ, ਸਾਰੇ ਚੱਕਾ ਕਰ 15 ਮਿੰਟਾਂ ਦਾ ਰਸਤਾ, ਤੇ ਬਿਲਕੁਲ ਠੀਕ, ਹਾਂ ਸੁਜੈਸ਼ਨ ਦਿੱਤਾ ਜਾਵੇ ਵੀ ਉੱਥੇ ਸਾਰੇ ਉੱਥੇ ਪਹੁੰਚ ਸਕਦੇ ਆ ਤੇ ਉੱਥੋਂ ਲਿਆ ਜਾ ਸਕਦਾ ਜੇ ਉਹਨਾਂ ਨਾਲ ਗੱਲ ਹੋ ਜਾਂਦੀ ਹੈ। ਬਿਲਕੁਲ ਠੀਕ ਹੈ ਸੰਧੂ ਸਾਹਿਬ, ਬਿਲਕੁਲ। ਹਾਂਜੀ ਠੀਕ ਹੈ ਜੀ, ਠੀਕ ਹੈ, ਥੈਂਕ ਯੂ। ਸੁਖੀ ਜੀ, ਲਾਈਨ ਨੰਬਰ 1। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਦੇਖੋ ਗਿੱਲ ਸਾਹਿਬ, ਬਹੁਤ ਵਧੀਆ ਕਾਜ਼ ਆਪਣੇ ਤੁਸੀਂ ਕੀਤਾ ਹੈਗਾ, ਸੋ ਆਪਾਂ ਦੂਜੇ ਬੰਨੇ ਇਹ ਵੀ ਸੋਚੀਏ ਵੀ ਦੇਖੋ ਮੈਰਿਟ ਦੇ ਵਿੱਚ ਉੱਥੇ ਕਿੰਨੀ ਇਵੈਕੂਏਸ਼ਨ ਹੋਈ ਆ, ਤੇ ਇੱਥੇ ਵੀ ਆਪਾਂ ਚਲੋ ਕਰ ਰਹੇ ਹੈਗੇ, ਉਹਨਾਂ ਵਾਸਤੇ ਵੀ ਆਪਾਂ ਕੋਈ ਕਾਜ਼ ਕਰੀਏ ਕਿ ਉਹ ਵਿਚਾਰੇ ਜਿਹੜੇ ਘਰੋਂ ਬੇਘਰ ਹੋ ਗਏ, ਉਹਨਾਂ ਨੇ ਪਤਾ ਨਹੀਂ ਕਦੋਂ ਪਾਣੀ ਉੱਥੋਂ ਨਿਕਲਣਾ, ਵਾਪਸ ਜਾਣਾ ਹੈਗਾ, ਉਹਦੇ ਵਾਸਤੇ ਵੀ ਆਪਾਂ ਮਤਲਬ ਕਿ ਇੱਕ ਉਹਦੇ ਬਾਰੇ ਵੀ ਆਪਾਂ ਕਰੀਏ ਵੀ ਉੱਥੇ ਵੀ ਸਮਾਨ ਪਹੁੰਚਿਆ ਜਾਵੇ। ਜੇ ਕੋਈ ਡਰਾਈ ਚੀਜ਼ਾਂ ਹੈਗੀਆਂ ਮੈਡੀਕਲ ਦਾ ਆਪਣੇ, ਕਿਉਂਕਿ ਜਦੋਂ ਆਪਣੇ ਇੱਦਾਂ ਦੇ ਹੜ੍ਹ ਦਾ ਮਸਲਾ ਆਉਂਦਾ ਤਾਂ ਆਪਾਂ ਨੂੰ ਦਵਾਈਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ, ਸੋ ਜਿੰਨਾ ਵੀ ਆਪਾਂ ਸਾਰਿਆਂ ਨੇ ਕਰ ਸਕਦੇ ਹਾਂ। ਤੁਸੀਂ ਹੁਣੇ ਮੈਂ ਇਸ ਤੋਂ ਬਾਅਦ ਹੀ ਦੱਸੋਗੇ ਵੀ ਕਿੱਥੇ ਆਪਾਂ ਸਮਾਨ ਡਰੋਪ ਕਰ ਸਕਦੇ ਹਾਂ, ਕਿੱਥੇ ਆਪਾਂ ਕਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਕਰਨਾ ਹੈਗਾ, ਸੋ ਉੱਥੇ ਅਸੀਂ ਆਪਾਂ ਸਾਰਿਆਂ ਨੇ ਆ ਕੇ ਆਪਾਂ ਹਿੱਸਾ ਪਾਈਏ। ਬਿਲਕੁਲ ਠੀਕ ਹੈ ਜੀ। ਦੇਖੋ, ਜਿੱਥੇ ਵੀ ਤੁਹਾਡਾ ਹਰ ਇੱਕ ਗੁਰੂ ਘਰ ਨਾਲ ਤੁਸੀਂ ਕਨੈਕਟਡ ਹੋ, ਪਲੀਜ਼ ਇੱਕ ਨੂੰ ਇੱਕ ਦੂਜੇ ਦੀ ਹੁੰਦਾ ਵੀ ਮੈਂ ਉੱਥੇ ਨਹੀਂ ਜਾਣਾ, ਮੈਂ ਉੱਥੇ ਨਹੀਂ, ਜਿੱਥੇ ਤੁਸੀਂ ਕਰਨਾ ਚਾਹੋ ਐਬਸਫੋਰਡ ਵਾਲੇ, ਜਿੱਥੇ ਤੁਸੀਂ ਗੁਰਦੁਆਰਾ ਸਾਹਿਬ 'ਚ ਇਕੱਠ ਕੁਛ ਸਾਰਿਆਂ 'ਚ ਭੇਜ ਦਿਓ, ਜਿੱਥੇ ਜਿੱਥੇ ਤੁਸੀਂ ਜਾਣਾ ਉੱਥੋਂ ਇਕੱਠਾ ਕਰਕੇ ਗਾਹਾਂ ਚਲੇ ਜਾਓ। ਇਉਂ ਹੀ ਸਰੀ ਦੇ ਵਿੱਚ ਜਿੱਥੇ ਜਿੱਥੇ ਨੇੜੇ ਗੁਰੂ ਘਰ 'ਚ ਤੁਸੀਂ ਜਾਣਾ, ਡਰਾਈ ਫਰੂਟ, ਜਿਹੜੇ ਐਨਰਜੀ ਬਾਰਸ ਨੇ, ਪਾਣੀ ਹੈ, ਥੋੜ੍ਹਾ ਜਿਹੜਾ ਮਤਲਬ ਤੁਹਾਡੇ ਘਰ ਦੀ ਜ਼ਰੂਰਤ ਦਾ ਸਮਾਨ ਹੈ, ਉਹ ਉੱਥੇ ਪਹੁੰਚੇ। ਮਤਲਬ ਆਪਾਂ ਕੋਸ਼ਿਸ਼ ਕਰੀਏ ਵੀ ਵਜ਼ਨ ਜਿਹੜਾ ਘੱਟ ਲੱਗੇ ਤੇ ਸਮਾਨ ਵੱਧ ਚਲੇ ਜਾ, ਇਸ ਤਰ੍ਹਾਂ ਦਾ ਆਪਾਂ ਦਿਮਾਗ 'ਚ ਰੱਖੀਏ। ਅਤੇ ਚੌਪਰ ਜਿਹੜੇ ਲੈਂਗਲੀ ਦੇ ਵਿੱਚ ਸਰਦਾਰ ਸੰਧੂ ਹੋਣੀ ਦੱਸ ਕੇ ਗਏ ਨੇ, ਉਹ ਕਹਿੰਦੇ ਮੇਰਾ ਭਾਣਜਾ ਉੱਥੇ ਰਾਜ ਭੱਟੀ ਕੰਮ ਕਰਦਾ, ਅਤੇ ਉਹਨੇ ਗੱਲ ਕੀਤੀ ਆ ਮਾਲਕ ਨਾਲ, ਉਹ ਕਹਿੰਦਾ ਵੀ ਆਪਾਂ ਦੇ ਦਿੰਦੇ ਹਾਂ ਚੌਪਰ $1000 ਘੰਟੇ 'ਤੇ, ਘੱਟੋ ਘੱਟ ਖਾਣਾ ਪਹੁੰਚੇ। 200 ਬੰਦੇ ਦਾ ਖਾਣਾ ਆਉਣ ਜਾਣ $2000 'ਚ ਪਹੁੰਚ ਜਾਵੇ ਤਾਂ ਕੱਖ ਵੀ ਨਹੀਂ ਹੈ, $10 ਲੱਗਣੇ ਨੇ ਇੱਕ ਦੇ, ਅਤੇ ਕੁਛ ਨਹੀਂ ਹੈ ਕਮਿਊਨਿਟੀ ਨੂੰ, ਅਤੇ ਆਪਾਂ ਰਲ ਕੇ ਕਰ ਦਿੰਦੇ ਹਾਂ। ਪੈਸੇ ਪੂਸਿਆਂ ਦੀ ਕੋਈ ਕਹਾਣੀ ਨਹੀਂ, ਇਕੱਠੇ ਕਰ ਦਿੰਦੇ ਹਾਂ ਹੁਣੇ ਹੀ ਸਾਰੇ ਆਪਣੇ ਜੇਬਾਂ 'ਚੋਂ ਪਾ ਕੇ, ਅਤੇ ਇਹਨੂੰ ਆਪਾਂ ਪਹੁੰਚਦਾ ਕਰੀਏ। ਅਤੇ ਇਹ ਜ਼ਰੂਰਤ ਹੈ, ਆ ਵੱਡਾ ਦਿਨ ਗੁਰੂ ਪਾਤਸ਼ਾਹ ਦਾ ਆ ਰਿਹਾ, ਇੱਦੋਂ ਵੱਡੀ ਕੋਈ ਸੇਵਾ ਨਹੀਂ ਹੈ। ਇੱਧਰ ਨੂੰ ਹੋਈਏ ਆਪਾਂ, ਜਿਹੜਾ ਇਮੀਡੀਏਟ ਸਾਨੂੰ ਜ਼ਰੂਰਤ ਹੈ। ਇੱਕ ਸਾਨੂੰ ਦਿਖਦੀਆਂ ਚੀਜ਼ਾਂ 5-4 ਸਾਲ ਪਰਾਂ, ਉਹ ਨਹੀਂ, ਜਿਹੜਾ ਹੁਣ ਜ਼ਰੂਰਤ ਹੈ ਉਹਨੂੰ ਕੌਨਸਨਟਰੇਟ ਕਰਿਓ। ਸਰਦਾਰ ਗਗਨ ਸਿੰਘ ਜੀ, ਲਾਈਨ ਨੰਬਰ 1। ਜੀ ਗਿੱਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗਿੱਲ ਸਾਹਿਬ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ ਅਗਲੇ 40 ਮਿੰਟਾਂ 'ਚ ਕੋਸ਼ਿਸ਼ ਕਰ ਰਹੇ ਹਾਂ ਵੀ 11:30 ਵਜੇ ਜਿਹੜੀ ਪਹਿਲੀ ਵੈਨ ਆ ਫੂਡ ਲੈ ਕੇ
ਜਿਹੜੇ ਚਿਲਾਵੈਕ ਤੇ ਤਾਂ ਜਿੱਥੇ ਫਲਾਈਂਗ ਜੇ ਗੈਸ ਸਟੇਸ਼ਨ ਹੈ ਉੱਥੇ ਫੂਡ ਲੈ ਕੇ ਪਹੁੰਚ ਜਾਣਾ ਹੈ ਜੀ। ਅੱਛਾ ਜੀ। ਜਿਹੜੀ ਚੌਪਰ ਵਾਲੀ ਆਪਾਂ ਗੱਲ ਕਰਦੇ ਆ ਨਾ, ਜਿਹੜੇ ਸੁਣੇ ਨੁਮਾਇੰਦੇ ਆ, ਪਲੀਜ਼ ਹੁਣ ਇਹਨੂੰ ਸੀਰੀਅਸਲੀ ਲਵੋ। ਜਿਹੜੇ ਚੁਣੇ ਉਹ ਨੁਮਾਇੰਦੇ, ਸਾਨੂੰ ਲੋੜ ਨਹੀਂਗੀ ਚੌਪਰ ਹਾਇਰ ਕਰਨ ਦੀ, ਇਹਨਾਂ ਦੀ ਜ਼ਿੰਮੇਵਾਰੀ ਆ ਉਹ। ਚੌਪਰ ਕੋਈ ਇਹਨਾਂ ਨੂੰ ਝੂਟੇ ਦੇਣ ਨੂੰ ਨਹੀਂ ਰੱਖਿਓ। ਕਈਆਂ ਨੂੰ ਮੈਂ ਫੋਨ ਕੀਤੇ, ਕਿਸੇ ਦਾ ਹਾਲੇ ਤੱਕ ਕੋਈ ਰਿਪਲਾਈ ਨਹੀਂ ਆਇਆ। ਸੋ ਤੁਹਾਡੇ ਮਾਧਿਅਮ ਰਾਹੀਂ ਤੁਸੀਂ ਆਪਣੇ ਸਟੇਸ਼ਨ ਤੋਂ ਫੋਨ ਕਰੋ ਇਹਨਾਂ ਨੂੰ ਵੀ ਭਾਈ ਸਾਨੂੰ ਚੌਪਰ ਅਰੇਂਜ ਕਰਕੇ ਦਿਓ। ਚਲੋ ਹੁਣੇ ਕਰਦੇ ਆ ਜੀ। ਮੈਨੂੰ ਤਾਂ ਇਹ ਸੀ ਵੀ ਜੇ ਨਾ ਇਹਨਾਂ ਦਾ ਆਇਆ ਘੱਟੋ ਘੱਟ ਖਾਣਾ ਤਾਂ ਪਹੁੰਚੇ। ਗਿੱਲ ਸਾਹਿਬ ਫੂਡ ਪਹੁੰਚ ਜਾਣਾ ਜੀ ਸਾਰਾ। ਸੋ ਚੌਪਰ ਜਿਹੜਾ ਆ ਇੰਸਟੈਂਟ ਵੀ ਅਸੀਂ ਅਰੇਂਜ ਕਰੀਏ। ਇਹਨਾਂ ਦੇ ਕੋਲ ਖੜੇ ਆ, ਉਹਨਾਂ ਦੇ ਕੋਲ ਸਾਰੇ ਰਾਹਾਂ ਦਾ ਪਤਾ, ਸਾਰਾ ਕੁਝ ਪਤਾ ਹੈ। ਬਿਲਕੁਲ। ਨਵੇਂ ਬੰਦੇ ਲਈ ਪਹੁੰਚਣਾ ਬਹੁਤ ਹਾਰਡ ਹੈ ਜੀ। ਓਕੇ ਜੀ, ਧੰਨਵਾਦ, ਸ਼ੁਕਰੀਆ। ਧੰਨਵਾਦ। ਦੇਖੋ ਰੈਸਕਿਊ ਵੀ ਹੋਇਆ 300 ਬੰਦਾ ਜਿਹੜੇ ਨੇ। ਬਾਕੀ ਸਰਚ ਐਂਡ ਰੈਸਕਿਊ ਵਾਲਿਆਂ ਦੇ ਕੋਲ ਨਾਰਥ ਸ਼ੋਰ 'ਚ ਕ੍ਰਿਕਟਲਮ 'ਚ ਉਹਨਾਂ ਦੇ ਕੋਲ ਵੀ ਆਪਣੇ ਚੌਪਰ ਨੇ। ਆਪਾਂ ਇਹਨੂੰ ਔਰਗੇਨਾਈਜ਼ ਕਰੀਏ। ਪਰ ਬਿਲਕੁਲ ਗਗਨ ਸਿੰਘ ਉਹਨਾਂ ਦੀ ਗੱਲ ਹੈ, ਜੇ ਚੁਣੇ ਹੋਏ ਵਿਧਾਇਕ ਨੇ ਸਾਡੇ ਜਿਹੜੇ, ਉਹ ਇਸ ਨੂੰ ਕਰ ਦੇਣ ਤਾਂ ਬਹੁਤ ਸੌਖਿਆਂ ਹੋ ਸਕਦਾ। ਰਾਦਰ ਕਮਿਊਨਿਟੀ ਕਰੇ, ਕੋਈ ਇੰਸ਼ੋਰੈਂਸ ਦਾ ਇਸ਼ੂ, ਕੋਈ 100 ਚੱਕਰ ਅਤੇ ਉਹਨਾਂ ਦੇ ਹੋਣ ਅਤੇ ਅਸੀਂ ਲੋਕ ਇੱਥੋਂ ਭਾਈਚਾਰਾ ਖਾਣਾ ਇਕੱਠਾ ਕਰ ਦੇਵੇ ਅਤੇ ਉਹਦੇ 'ਚ ਹੈ ਵੀ ਉਹ ਵੱਡੇ ਨੇ ਅਤੇ ਉਹ 'ਚ ਰੱਖੀਏ ਅਤੇ ਗਾਂਹ ਚਲੇ ਜਾਵੇ। ਪ੍ਰਸ਼ਾਦਾ ਤਾਂ ਪਹੁੰਚਦਾ ਹੋ ਜਾਵੇ। ਸਾਰੇ ਹੀ ਬੈਠੇ ਆ ਉੱਥੇ, ਭਾਈਚਾਰਿਆਂ ਨਹੀਂ ਕਹਿ ਰਿਹਾ ਮੈਂ, ਬ੍ਰਿਟਿਸ਼ ਕੋਲੰਬੀਅਨ ਬੈਠੇ ਨੇ ਉੱਥੇ, ਉਹਨਾਂ ਤੱਕ ਮਦਦ ਜਾਣੀ ਚਾਹੀਦੀ ਹੈ। ਜਿਵੇਂ 3 ਤੇ ਫੋਨ ਵੀ ਨਹੀਂ ਚੱਲ ਰਹੇ ਅਤੇ ਹੁਣੇ ਹੀ ਆ ਕੇ ਸਮੀਰ ਕੌਸ਼ਲ ਹੋਣੀ ਦੱਸ ਕੇ ਗਏ ਨੇ ਕਿ ਪੈਂਬਰਟਨ ਸਰਚ ਐਂਡ ਰੈਸਕਿਊ ਨੇ ਕਿਹਾ ਉੱਥੇ ਕੋਈ ਡੈਮ ਆ ਜਿਹੜਾ ਉਹਦੇ ਉੱਪਰੋਂ 5-6 ਕਾਰਾਂ ਜਿਹੜੀਆਂ ਨੇ ਰੁੜੀਆਂ ਨੇ ਅਤੇ ਉਹਨਾਂ ਦਾ ਹਾਲੇ ਤੱਕ ਪਤਾ ਨਹੀਂ। BC ਸਰਕਾਰ ਨੇ ਕੋਈ ਹੈਲਪਲਾਈਨ ਨਹੀਂ ਹਾਲੇ ਤੱਕ ਸੈੱਟ ਕੀਤੀ ਜਿੱਥੋਂ ਇਹ ਪਤਾ ਲੱਗੇ ਵੀ ਭਾਈ ਕਿਸੇ ਦਾ ਕੋਈ ਗੁੰਮ ਹੋਇਆ ਬੰਦਾ, ਕਿਸੇ ਦਾ ਫੋਨ ਨਹੀਂ ਚੱਲ ਰਿਹਾ, ਉਹਨਾਂ ਦੀ ਕੋਈ ਲਿਸਟ ਬਣ ਸਕੇ। ਸਰਦਾਰ ਮੋਤਾ ਸਿੰਘ ਚੀਤਾ ਹੋਰਾਂ ਨੇ ਫੋਨ ਕਰਕੇ ਦੱਸਿਆ ਕਿ ਮੈਂ ਹੁਣੇ ਹੀ BC ਸਰਕਾਰ ਤੱਕ ਇਹ ਗੱਲ ਪਹੁੰਚਦੀ ਕੀਤੀ ਹੈ ਕਿ ਭਾਈ ਤੁਸੀਂ ਸਾਨੂੰ ਕੋਈ ਚੌਪਰ ਦਿਓ ਜਿਹੜਾ ਭਾਈਚਾਰਾ ਖਾਣਾ ਇਕੱਠਾ ਕਰ ਰਿਹਾ ਅਤੇ ਉੱਥੇ ਤੱਕ ਪਹੁੰਚਦਾ ਹੋਵੇ। ਅਤੇ ਅਸੀਂ ਵੀ ਸਟੂਡੀਓ ਵੱਲੋਂ ਹੁਣੇ ਮੈਂ ਨਿਮੀ ਡੋਲਾ ਜੀ ਉਹਨਾਂ ਨੂੰ ਕਹਿਣਾ ਅਤੇ ਉਹਨਾਂ ਨੂੰ ਈਮੇਲ ਵਗੈਰਾ ਭੇਜਦੇ ਹਾਂ, ਗੱਲਬਾਤ ਕਰਦੇ ਹਾਂ। ਜਗਦੀਪ ਸਿੰਘ ਖੰਗੂੜਾ, ਮਨਵੀਰ ਸਿੰਘ ਗਰੇਵਾਲ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਗੁਰਦੁਆਰਾ ਸਾਹਿਬ ਦੇ ਵਿੱਚ ਲੋਕ ਨੇ ਜਿਹੜੇ ਆਪਣੀਆਂ ਰਸਦਾਂ, ਖਾਣ ਪੀਣ ਵਾਲਾ ਸਮਾਨ ਉਹੀ ਭੇਜੀਏ ਜਿਹੜਾ ਸਾਨੂੰ ਉੱਥੇ ਸੌਖਾ ਡਿਲੀਵਰ ਕਰਨਾ ਹੋ ਜਾਵੇ ਅਤੇ ਉਹਨਾਂ ਦੀ ਸਰਜ ਵੀ ਜਿਹੜੇ ਮੇਵੇ ਨੇ ਸੁੱਕੇ ਉਹ ਬਹੁਤ ਵਧੀਆ, ਡਰਾਈ ਜਿਹੜੀਆਂ ਐਨਰਜੀ ਬਾਰਸ ਨੇ, ਹੋਰ ਕੁਕੀਜ਼ ਹੋ ਗਈਆਂ, ਜਿਹੜਾ ਵੀ ਕੁਛ ਆਪਾਂ ਹੋਵੇ, ਐਨਰਜੀ ਡਰਿੰਕਸ ਨੇ ਜਿਹੜੇ ਉਹ, ਅਤੇ ਸਾਰੇ ਗੁਰਦੁਆਰਾ ਸਾਹਿਬ ਆਪਣੇ ਆਪਣੇ ਤੌਰ 'ਤੇ, ਕਿਉਂਕਿ ਸਾਂਝਾ ਇਹ ਕੰਮ ਹੈ, ਇਹ ਨਹੀਂ ਹੋਣਾ ਵੀ ਕਿੱਥੇ ਜਾਣਾ ਕਿੱਥੇ ਨਹੀਂ, ਆਪਣੇ ਤੌਰ 'ਤੇ ਕਰੋ। ਬਾਕੀ ਦੂਜੇ ਸ਼ੋਅ 'ਤੇ ਜਾ ਕੇ ਵੀ ਇਸ ਵਿਸ਼ੇ 'ਤੇ ਗੱਲਬਾਤ ਕਰਾਂਗੇ। ਨਗਰ ਕੀਰਤਨ 20 ਤਰੀਕ ਨੂੰ ਹੋ ਰਿਹਾ ਜੀ ਗੁਰਦੁਆਰਾ ਦੁੱਖ ਨਿਵਾਰਨ ਦੇ ਵਿੱਚ, 9 ਤੋਂ 2:30 ਵਜੇ ਦਾ ਸਮਾਂ ਅਤੇ ਸਾਰਿਆਂ ਨੂੰ ਖੁੱਲ੍ਹਾ ਸੱਦਾ ਹੈ ਕਿ ਜ਼ਰੂਰ ਪਹੁੰਚਿਓ। ਅਤੇ ਇਹ ਨਗਰ ਕੀਰਤਨ ਵੀਕਐਂਡ 'ਤੇ ਹੋ ਰਿਹਾ। ਸੋ ਇਹਦੇ 'ਤੇ ਜੀ ਔਰਗੇਨਾਈਜ਼ ਕਰੀਏ ਆਪਣੇ ਆਪਣੇ ਤੌਰ 'ਤੇ। ਇਹ ਬਹੁਤ ਵਧੀਆ ਗੱਲ ਹੈ ਸਰਦਾਰ ਚੀਤਾ ਉਹਨਾਂ ਦੀ ਅਤੇ ਗਗਨ ਸਿੰਘ ਦੀ ਵੀ ਸਰਕਾਰ ਇਸ ਲਈ ਮਦਦ ਕਰੇ। ਸਰਕਾਰ ਨੂੰ ਛੇਤੀ ਕੋਈ ਹੈਲਪਲਾਈਨ ਖੋਲ੍ਹਣੀ ਚਾਹੀਦੀ ਹੈ ਵੀ ਜਿਨ੍ਹਾਂ ਦੇ ਘਰ ਦੇ ਜੀ ਹਾਲੇ ਤੱਕ ਉਹਨਾਂ ਨੇ ਕਾਂਟੈਕਟ ਨਹੀਂ ਕੀਤਾ, ਚਾਹੇ ਸੈੱਲ ਫੋਨ ਜਿਹੜੇ ਨੇ ਕਵਰੇਜ ਏਰੀਏ ਤੋਂ ਬਾਅਦ ਨੇ, ਲਾਈਨ ਜਿਹੜੀ 3 ਨੰਬਰ ਜਿਹੜਾ ਹਾਈਵੇ 3 ਆ ਉਹਦੇ 'ਤੇ ਫੋਨ ਨਹੀਂ ਚੱਲ ਰਹੇ। ਕੱਲ੍ਹ ਵੀ ਇੱਥੇ ਫੋਨ ਵੀ ਬੰਦ ਹੋਏ ਨੇ ਕਿਉਂਕਿ, ਅਤੇ ਇਹਦੇ 'ਤੇ ਹੁਣ ਤੁਹਾਡੀ ਜ਼ਿੰਦਗੀ ਦੀ ਤਿਆਰੀ ਇਸ ਵਾਸਤੇ ਨੂੰ ਚਾਹੀਦੀ ਹੈ। ਇਹ ਸਮਾਂ ਆ ਗਿਆ ਜਦ ਹੁਣ ਸਾਨੂੰ ਸੋਚਣਾ ਪੈਣਾ ਹੈ ਕਿ ਅਸੀਂ ਕਿੱਧਰ ਨੂੰ ਚੱਲੇ। ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦਾ ਸ਼ਹੀਦੀ ਦਿਵਸ ਆ ਜੀ ਅੱਜ, ਅਤੇ ਸਮਾਂ ਨਹੀਂ ਮਿਲ ਸਕਿਆ ਉਹਨਾਂ ਬਾਰੇ ਗੱਲ ਕਰਨ ਲਈ, ਅਤੇ ਪਰ ਅਗਲੇ ਸ਼ੋਅ 'ਤੇ ਸਹੀ ਫਿਰ ਕਰਾਂਗੇ ਜ਼ਰੂਰ।